ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। तेग बहादुर सिमरियै, तेग बहादुर सिमरियै, तेग बहादुर सिमरियै, तेग बहादुर सिमरियै। कर नाउ निध आवे ताए, सब थाई होए सहाय। तेग बहादुर सिमरियै, तेग बहादुर सिमरियै। प्रथम भगौती सिमर कै गुरु नानक लई ते आए। प्रथम भगौती सिमर कै गुरु नानक लई ते आए। फिर अंगद गुर ते अमरदास रामदास होए सहाय। रामदास होए सहाय, रामदास होए सहाय, रामदास होए सहाय, रामदास होए सहाय। तेग बहादुर सिमरियै, तेग बहादुर सिमरियै। कर नाउ निध आवे ताए, तेग बहादुर सिमरियै, तेग बहादुर सिमरियै। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰੂਸਰ ਸੁਧਾਰ ਵਿਖੇ ਸਿੱਖਿਆ ਦੇ ਚਾਨਣ ਮੁਨਾਰੇ ਦੇ ਤੌਰ ਤੇ ਗੁਰੂ ਹਰਗੋਬਿੰਦ ਜੀ ਦੇ ਨਾਮ ਤੇ ਵਸੀਆਂ ਇਹ ਸੰਸਥਾਵਾਂ ਵੱਲੋਂ ਆਯੋਜਿਤ ਇਸ ਆਨਲਾਈਨ ਪ੍ਰੋਗਰਾਮ ਵਿੱਚ ਸ਼ਾਮਲ ਸਾਰਿਆਂ ਨੂੰ ਪਿਆਰ, ਅਦਬ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਅ ਵੈਰੀ ਗੁੱਡ ਮਾਰਨਿੰਗ ਟੂ ਆਲ ਪ੍ਰੈਜ਼ੈਂਟ ਇਨ ਦਿਸ ਮੀਟਿੰਗ। ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਜੋ 400th ਬਰਥ ਐਨੀਵਰਸਰੀ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ, ਇਹਦੇ ਨਾਲ ਸੰਬੰਧਿਤ ਇਹ ਪ੍ਰੋਗਰਾਮ ਰਿਜ਼ਲਟ ਡੈਕਲਾਰੇਸ਼ਨ ਫੰਕਸ਼ਨ ਆਫ ਡੈਕਲਾਮੇਸ਼ਨ ਕੰਪੀਟੀਸ਼ਨ ਜੋ ਪੰਜਾਬ ਸਰਕਾਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਰਪ੍ਰਸਤੀ ਹੇਠ ਯੂਥ ਵੈਲਫੇਅਰ ਡਿਪਾਰਟਮੈਂਟ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਸੋ ਆਈ ਔਨ ਬਿਹਾਫ ਆਫ ਦਾ ਕਾਲਜ ਮੈਨੇਜਮੈਂਟ ਕਮੇਟੀ, ਫੈਕਲਟੀ ਆਫ GHG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰਸਰ ਸੁਧਾਰ, students of our college extend a hearty welcome to all the respected guests, faculty members, participants, and each and every one who has joined us through this online platform. I especially welcome Professor Sanjay Kaushik ji, Dean College Development Council, as our chief guest for the today's program. ਅਸੀਂ ਜਦੋਂ ਵੀ ਸਰ ਨੂੰ UBS ਡਿਪਾਰਟਮੈਂਟ ਤੋਂ ਦੇਖਦੇ ਆ ਰਹੇ ਹਾਂ ਤੇ ਐਜ਼ ਅ ਡੀਨ ਕਾਲਜਸ ਸਰ ਬੜੇ ਐਕਟਿਵਲੀ ਪਾਰਟਿਸਿਪੇਟ ਕਰਦੇ ਆ ਡਿਫਰੈਂਟ ਕਾਲਜ ਦੇ ਫੰਕਸ਼ਨਸ ਦੇ ਵਿੱਚ ਤੇ ਵੈਬੀਨਾਰਸ ਦੇ ਵਿੱਚ। ਇਟ ਇਜ਼ ਅ ਵੈਰੀ ਗੁੱਡ ਸਾਈਨ ਕਿ ਐਜ਼ ਅ ਡੀਨ ਜਦੋਂ ਕਾਲਜ ਡਿਵੈਲਪਮੈਂਟ ਕੌਂਸਲ ਨੇ ਤਾਂ ਉਹਨਾਂ ਦਾ ਕਾਲਜਾਂ ਨਾਲ ਜਿਸ ਤਰ੍ਹਾਂ ਦਾ ਲਗਾਵ ਹੈ, ਜਿਸ ਤਰ੍ਹਾਂ ਦੀ ਮੋਟੀਵੇਸ਼ਨ ਹੈ, ਅਸੀਂ ਮੋਟੀਵੇਟ ਹੁੰਦੇ ਹਾਂ ਜਦੋਂ ਸਰ ਨੂੰ ਸੁਣਦੇ ਹਾਂ। ਇਸੇ ਤਰੀਕੇ ਨਾਲ ਤਕਰੀਬਨ ਜਿਹੜੇ 200 ਦੇ ਕਰੀਬ ਕਾਲਜ ਜੁੜੇ ਹੋਏ ਨੇ ਯੂਨੀਵਰਸਿਟੀ ਨਾਲ, ਉਹ ਸਾਰੇ ਹੀ ਬੜੇ ਆਪਣੇ ਆਪ ਨੂੰ ਸੁਭਾਗਾ ਮਹਿਸੂਸ ਕਰਦੇ ਨੇ ਕਿ ਜਦੋਂ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਇਸ ਤਰੀਕੇ ਨਾਲ ਐਕਟਿਵਲੀ ਪਾਰਟਿਸਿਪੇਟ ਕਰਦੇ ਨੇ ਉਹਨਾਂ ਦੇ ਫੰਕਸ਼ਨਸ ਦੇ ਵਿੱਚ। ਸੋ ਆਈ ਵੈਲਕਮ ਪ੍ਰੋਫੈਸਰ ਸੰਜੇ ਕੌਸ਼ਿਕ ਜੀ। ਸੋ ਐਂਡ ਆਈ ਆਲਸੋ ਵੈਲਕਮ ਆਰ ਗੈਸਟ ਆਫ ਆਨਰ ਸਰਦਾਰ ਲਖਮੀਰ ਸਿੰਘ ਰਾਜਪੂਤ ਜੀ, ਜੁਆਇੰਟ ਡਾਇਰੈਕਟਰ ਕਲਚਰਲ ਡਿਪਾਰਟਮੈਂਟ ਪੰਜਾਬ ਗੌਰਮੈਂਟ। ਅੱਜ ਉਹਨਾਂ ਦੀ ਇੱਕ ਬਹੁਤ ਹੀ ਜ਼ਰੂਰੀ ਮੀਟਿੰਗ ਹੈ ਜਿਹਦੇ ਕਰਕੇ ਉਹ ਕੋਸ਼ਿਸ਼ ਕਰਨਗੇ ਆਨਲਾਈਨ ਜੁਆਇਨ ਕਰਨ ਦੀ, ਤੇ ਨਾਲ ਦੀ ਨਾਲ ਉਹਨਾਂ ਨੇ ਸਾਨੂੰ ਆਪਣਾ ਮੈਸੇਜ ਵੀ ਸੈਂਡ ਕੀਤਾ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਆਈ ਆਲਸੋ ਵੈਲਕਮ ਸ਼੍ਰੀ ਲਖਮੀਰ ਸਿੰਘ ਜੀ ਰਾਜਪੂਤ, ਜੁਆਇੰਟ ਡਾਇਰੈਕਟਰ ਕਲਚਰਲ ਡਿਪਾਰਟਮੈਂਟ ਪੰਜਾਬ ਗੌਰਮੈਂਟ। In this today's program, we will also be looking forward for a visionary talk about the teaching of Shri Guru Tegh Bahadur Ji. For that purpose, we have among us Professor Avtar Singh Ji from Ramgarhia College, Fagwada. I welcome sir you also in this online platform. ਇਸ ਤੋਂ ਬਾਅਦ ਮੈਂ ਜੀ ਆਇਆਂ ਆਖਦਾ ਡਾਕਟਰ ਨਿਰਮਲ ਜੋੜਾ ਜੀ ਨੂੰ ਜੋ ਕਿ ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਵੀ ਨੇ। ਸੋ ਸਾਡੇ ਲਈ ਮੋਟੀਵੇਸ਼ਨਲ ਫੋਰਸ ਵੀ ਨੇ ਹਮੇਸ਼ਾ ਤੋਂ। ਜਿੰਨੇ ਵੀ ਪਾਰਟਿਸਪੈਂਟ ਅੱਜ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਨੇ, ਜਿਨ੍ਹਾਂ ਨੇ ਇਸ ਡੈਕਲਾਮੇਸ਼ਨ ਕੰਪੀਟੀਸ਼ਨ 'ਚ ਪਾਰਟਿਸਿਪੇਟ ਕੀਤਾ, ਦੇ ਕੈਨ ਲਰਨ ਸੋ ਮੈਨੀ ਥਿੰਗਸ ਫਰੋਮ ਡਾਕਟਰ ਨਿਰਮਲ ਜੋੜਾ ਜੀ। ਜਿਸ ਪੋਜੀਸ਼ਨ 'ਤੇ ਐਜ਼ ਅ ਡਾਇਰੈਕਟਰ ਯੂਥ ਵੈਲਫੇਅਰ ਡਿਪਾਰਟਮੈਂਟ ਅੱਜ ਉਹ ਕੰਮ ਕਰ ਰਹੇ ਨੇ, ਉਹਨਾਂ ਦਾ ਸਫ਼ਰ ਜਿਸ ਤਰੀਕੇ ਨਾਲ ਗਿਆ
ਕਿ ਪਿੰਡਾਂ ਦੇ ਗੁਰਦੁਆਰਾ ਸਾਹਿਬ ਤੋਂ ਅਨਾਉਂਸਮੈਂਟ ਕਰਨੀ, ਮੈਂ ਡੈਕਲਾਮੇਸ਼ਨ ਨਾਲ ਜੋੜਨ ਦੀ ਕੋਸ਼ਿਸ਼ ਕਰ ਰਿਹਾ ਕਿ ਇਹਦੀ ਸ਼ੁਰੂਆਤ ਕਿੱਥੋਂ ਹੋ ਜਾਂਦੀ ਆ। ਉਹ ਬੱਚਾ ਜਿਹੜਾ ਪਿੰਡ ਦੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਕੇ ਆਪਣੇ ਆਪ ਨੂੰ ਫਖਰ ਮਹਿਸੂਸ ਕਰਦਾ ਸੀ, ਖੁਸ਼ੀ ਮਹਿਸੂਸ ਕਰਦਾ ਸੀ, ਉਹੀ ਚਾਲ ਚੱਲਦੇ ਚੱਲਦੇ ਉਹ ਰਸਤਾ ਜਿੱਥੇ ਤੱਕ ਉਹਨਾਂ ਨੂੰ ਲੈ ਆਇਆ ਕਿ ਉਹ ਅੱਜ ਇੱਕ ਡਾਇਰੈਕਟਰ ਯੂਥ ਵੈਲਫੇਅਰ ਡਿਪਾਰਟਮੈਂਟ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਸਾਰੇ ਕਾਲਜਸ ਨੂੰ ਇਸ ਕਰੋਨਾ ਪੈਂਡੈਮਿਕ ਦੇ ਵਿੱਚ ਵੀ ਉਹਨਾਂ ਨੇ ਜੋੜ ਕੇ ਰੱਖਿਆ, ਪੋਜ਼ਿਟਿਵਿਟੀ ਨੂੰ ਬਣਾ ਕੇ ਰੱਖਿਆ, ਯੂਥ ਦੀ એનર્ਜੀ ਨੂੰ ਸਹੀ ਪਾਸੇ ਲਾਉਣ ਦੇ ਵਿੱਚ ਬਹੁਤ ਅਹਿਮ ਯੋਗਦਾਨ ਦਿੱਤਾ। ਆਈ ਵੈਲਕਮ ਡਾਕਟਰ ਨਿਰਮਲ ਜੌੜਾ ਜੀ। On this special day, I would like to share with all of you that our college is serving the society from more than 7 decades. Our college is making continuous efforts to contribute in the field of teacher education. Our efforts are recognized by NAC 2 times by awarding us A grade. Our college is also selected as a mentor college by University Grant Commission for guidance to 5 colleges for their NAC accreditation. We have already completed a series of webinar and other competitions where faculty and students from different colleges have participated with lot of enthusiasm. I would like to mention 2 important programs here. Last time we celebrated 550th Prakash Utsav of Shri Guru Nanak Dev Ji in collaboration with Bombay Teacher Training College in Bombay, and released a book containing quality papers on philosophy and teaching of Guru Nanak Dev Ji. This time we are celebrating 400th Prakash Utsav of Shri Guru Tegh Bahadur Ji. In this context, we have already organized one seminar at Guru Sar Sudhar in collaboration with Bombay Teacher Training College, and one publication in the form of a research journal was released. So ਉਪਰੋਕਤ ਪ੍ਰੋਗਰਾਮਾਂ ਦੀ ਲੜੀ ਦੇ ਵਿੱਚ ਕਈ ਹੋਰ ਪ੍ਰੋਗਰਾਮ ਵੀ ਹੋਏ ਨੇ, ਤੇ ਇਸੇ ਲੜੀ ਦਾ ਇੱਕ ਪਾਰਟ ਸੀ ਡੈਕਲਾਮੇਸ਼ਨ ਕੰਪੀਟੀਸ਼ਨ। ਜਦੋਂ ਇਹਦੀ ਸ਼ੁਰੂਆਤ ਹੋਈ ਸੀ, ਜਦੋਂ ਡਾਕਟਰ ਨਿਰਮਲ ਜੌੜਾ ਜੀ ਨੇ ਇਹਦੀ ਅਗਵਾਈ ਕੀਤੀ, ਤਾਂ ਅਸੀਂ ਵੀ ਨਹੀਂ ਸੋਚਿਆ ਸੀ ਕਿ ਇੰਨਾ ਵੱਡਾ ਰਿਸਪੌਂਸ ਆਏਗਾ। ਕਾਲਜ ਦੇ ਅਧਿਆਪਕ, ਕਾਲਜ ਦੇ ਵਿਦਿਆਰਥੀ ਤੇ ਉਸ ਦੇ ਨਾਲ ਨਾਲ ਸਕੂਲਾਂ ਦੇ ਅਧਿਆਪਕ ਸਹਿਬਾਨ ਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਜਿਸ ਤਰ੍ਹਾਂ ਵੱਧ ਚੜ੍ਹ ਕੇ ਇਸ ਪੂਰੇ ਕੰਪੀਟੀਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ, ਉਹ ਵਾਕਈ ਕਾਬਲੇ ਤਾਰੀਫ ਹੈ। ਸੋ ਅਸੀਂ ਸਾਰੇ ਉਹਨਾਂ ਪਾਰਟਿਸਪੈਂਟਸ ਦਾ ਅਤੇ ਫੈਕਲਟੀ ਮੈਂਬਰਸ ਦਾ ਜੋ ਸਾਨੂੰ ਅੱਜ ਇਸ ਆਨਲਾਈਨ ਪ੍ਰੋਗਰਾਮ ਦੇ ਵਿੱਚ ਜੁਆਇਨ ਕੀਤਾ, ਉਹਨਾਂ ਸਾਰਿਆਂ ਨੂੰ ਜੀ ਆਇਆਂ ਆਖਦੇ ਹਾਂ। ਸੋ ਵਨਸ ਅਗੇਨ I extend a hearty welcome to each and every one present in this online program. Thank you very much. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅਸੀਂ ਆਪਣੇ ਆਪ ਨੂੰ ਸਾਰੇ ਹੀ ਜਿੰਨੇ ਅੱਜ ਹਾਜ਼ਰ ਹੈ ਜਾਂ ਪੰਜਾਬੀ ਕਮਿਊਨਿਟੀ ਜਿੰਨੀ ਵੀ ਆ, ਇੱਥੋਂ ਤੱਕ ਕਿ ਭਾਰਤ ਦੇ ਪੂਰੇ ਦੇਸ਼ ਦੇ ਵਿੱਚ ਅਸੀਂ ਜਿਹੜੇ ਵਾਸੀ ਹਾਂ, ਅਸੀਂ ਇਸ ਗੱਲ ਨੂੰ ਆਪਣੇ ਆਪ ਨੂੰ ਸੁਭਾਗੇ ਮਹਿਸੂਸ ਕਰ ਰਹੇ ਹਾਂ, ਕਰਮਾਂ ਵਾਲੇ ਮਹਿਸੂਸ ਕਰ ਰਹੇ ਹਾਂ ਕਿ ਸਾਡੇ ਸਮਿਆਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਹੈ ਜਿਹੜਾ ਮਨਾਇਆ ਜਾ ਰਿਹਾ। ਜਦੋਂ ਇਸ ਤਰ੍ਹਾਂ ਦੀ ਸ਼ਖਸੀਅਤ, ਇਸ ਤਰ੍ਹਾਂ ਦੀ ਰੂਹਾਨੀ ਜਿਹੜੀ ਬਹੁਤ ਵੱਡੀ ਸ਼ਖਸੀਅਤ ਹੋਵੇ, ਉਹਦੇ ਜਨਮ ਦਿਵਸ ਨੂੰ ਅਸੀਂ ਇਸ ਪੱਧਰ ਤੇ ਮਨਾਈਏ, ਤਾਂ ਫਿਰ ਜ਼ਰੂਰੀ ਹੈ ਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਸੁਚੇਤ ਹੁੰਦੀ ਆ ਉਸ ਕੁਰਬਾਨੀ ਤੋਂ, ਉਹਨਾਂ ਵੱਲੋਂ ਦਿੱਤੇ ਸੰਦੇਸ਼ ਤੋਂ। ਔਰ ਮੈਂ ਕਿਉਂਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਬਤੌਰ ਮੁੱਖ ਮਹਿਮਾਨ ਡਾਕਟਰ ਸੰਜੇ ਕੌਸ਼ਿਕ, ਡੀਨ ਕਾਲਜ ਡਿਵੈਲਪਮੈਂਟ ਕਾਉਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਾਜ਼ਰ ਨੇ। ਡਾਕਟਰ ਅਵਤਾਰ ਸਿੰਘ, ਪ੍ਰੋਫੈਸਰ ਅਵਤਾਰ ਸਿੰਘ ਜਿਹੜੇ ਬਹੁਤ ਉੱਚ ਕੋਟੀ ਦੇ ਵਿਦਵਾਨ ਹੈ, ਲਿਟਰੇਰੀ ਪਰਸਨ ਹੈ। ਮੈਂ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ। ਸਾਡੇ ਪੰਜਾਬ ਯੂਨੀਵਰਸਿਟੀ ਦੇ ਯੋਗ ਮੇਲਿਆਂ ਦੇ ਵਿੱਚ ਅਸੀਂ ਉਹਨਾਂ ਤੋਂ ਸਮਾਂ ਲਿਆ, ਬਹੁਤ ਵਾਰ ਸਾਡੇ ਵਿਦਿਆਰਥੀਆਂ ਦੇ ਰੂਬਰੂ ਹੁੰਦਾ ਤੇ ਉਹਨਾਂ ਨੇ ਦਿੱਤਾ ਔਰ ਸਾਡੇ ਵਿਦਿਆਰਥੀਆਂ ਨੂੰ ਬਹੁਤ ਕੁਝ ਸਿਖਾਇਆ। ਅੱਜ ਉਹਨਾਂ ਨੇ ਗੁਰੂ ਸਾਹਿਬ ਬਾਰੇ ਗੱਲ ਕਰਨੀ, ਉਹਨਾਂ ਦੀ ਬਾਣੀ, ਉਹਨਾਂ ਦੀ ਜੀਵਨ ਸ਼ਖਸੀਅਤ ਬਾਰੇ ਗੱਲ ਕਰਨੀ, ਇਹ ਬਹੁਤ ਵੱਡੀ ਗੱਲ ਹੈ। ਸਰਦਾਰ ਲਖਮੀਰ ਸਿੰਘ ਰਾਜਪੂਤ ਜਿਹੜੇ ਜੁਆਇੰਟ ਡਾਇਰੈਕਟਰ ਨੇ PCS ਪੰਜਾਬ ਗੌਰਮੈਂਟ ਦੇ, ਕਿਉਂਕਿ ਇਹ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬ ਗੌਰਮੈਂਟ ਵੱਲੋਂ ਜਿਹੜੀ ਲੜੀ ਸ਼ੁਰੂ ਕੀਤੀ ਗਈ ਆ ਉਹਦਾ ਇੱਕ ਹਿੱਸਾ ਹੈ। ਇਹ ਪ੍ਰੋਗਰਾਮ ਜਿਹੜਾ ਅਸੀਂ ਪੰਜਾਬ ਯੂਨੀਵਰਸਿਟੀ ਵੱਲੋਂ GSG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂ ਸਰ ਸੁਧਾਰ 'ਚ ਕਰ ਰਹੇ ਹਾਂ। ਪ੍ਰੋਫੈਸਰ ਰਾਜ ਕੁਮਾਰ ਜੀ, ਮਾਨਯੋਗ ਵਾਈਸ ਚਾਂਸਲਰ, ਜਿਨ੍ਹਾਂ ਦੀ ਸਮੁੱਚੀ ਅਗਵਾਈ ਦੇ ਵਿੱਚ ਅਸੀਂ ਇਹ ਸਾਰੇ ਪ੍ਰੋਗਰਾਮ ਕੀਤੇ ਆ, ਉਹਨਾਂ ਦੀ ਇੱਕ ਇੱਛਾ ਹਮੇਸ਼ਾ ਰਹੀ ਆ। ਡਾਕਟਰ ਸੰਜੇ ਕੌਸ਼ਿਕ ਵੀ ਇਹੀ ਗੱਲ ਕਹਿੰਦੇ ਹੁੰਦੇ ਆ ਕਿ ਅਸੀਂ ਇਹ ਪ੍ਰੋਗਰਾਮ ਤਾਂ ਸਾਰਥਕ ਸਿੱਧ ਕਰ ਸਕਦੇ ਹਾਂ ਜੇ ਅਸੀਂ ਵਿਦਿਆਰਥੀਆਂ ਨੂੰ ਜੋੜਾਂਗੇ, ਕਿਉਂਕਿ ਨੌਜਵਾਨਾਂ ਦਾ ਜੁੜਨਾ, ਵਿਦਿਆਰਥੀਆਂ ਦਾ ਜੁੜਨਾ ਬਹੁਤ ਜ਼ਰੂਰੀ ਹੁੰਦਾ। ਜੇ ਵਿਦਵਾਨ ਗੱਲ ਕਰਨਗੇ, ਵਿਦਵਾਨਾਂ ਨਾਲ ਹੀ ਕਰਨਗੇ, ਤਾਂ ਇੱਕ ਗੱਲ ਆਮ ਤੌਰ ਤੇ ਡਾਕਟਰ ਸੁਰਜੀਤ ਪਾਤਰ ਕਹਿੰਦੇ ਹੁੰਦੇ ਆ, ਪ੍ਰੋਫੈਸਰ ਅਵਤਾਰ ਸਿੰਘ ਜੀ, ਕਿ ਜਦੋਂ ਸਿਆਣੇ ਬੰਦੇ ਸਿਆਣਿਆਂ ਨਾਲ ਗੱਲ ਕਰਦੇ ਆ ਤਾਂ ਇਉਂ ਲੱਗਦਾ ਜਿਵੇਂ ਮੀਂਹ ਆ ਜਿਹੜਾ ਉਹ ਸਮੁੰਦਰ ਤੇ ਪੈ ਰਿਹਾ, ਉਹਦਾ ਕੋਈ ਫਾਇਦਾ ਨਹੀਂ ਹੁੰਦਾ। ਲੇਕਿਨ ਜਦੋਂ ਸਿਆਣੇ ਬੰਦੇ ਬੱਚਿਆਂ ਨਾਲ ਗੱਲ ਕਰਦੇ ਆ
ਤਾਂ ਉਦੋਂ ਉਹ ਮੀਂਹ ਆ ਜਿਹੜਾ ਉਹ ਫੁੱਲਾਂ ਤੇ ਪੈਂਦਾ, ਉਦੋਂ ਉਹ ਮੀਂਹ ਆ ਜਿਹੜਾ ਫਸਲਾਂ ਤੇ ਪੈ ਰਿਹਾ ਹੁੰਦਾ, ਉਸ ਮੀਂਹ ਦਾ ਫਾਇਦਾ ਹੁੰਦਾ। ਅੱਜ ਡਾਕਟਰ ਸੰਜੇ ਕੌਸ਼ਿਕ ਗੱਲ ਕਰਨਗੇ, ਵਿਦਿਆਰਥੀ ਸੁਣਨਗੇ, ਉਹਨਾਂ ਦੀ ਸ਼ਖਸੀਅਤ ਤੇ ਅਸਰ ਹੋਊਗਾ। ਪ੍ਰੋਫੈਸਰ ਅਵਤਾਰ ਸਿੰਘ ਗੱਲ ਕਰਨਗੇ, ਉਹਨਾਂ ਦੀ ਸ਼ਖਸੀਅਤ ਤੇ ਬੱਚਿਆਂ ਦੀ ਤੇ ਅਸਰ ਹੋਊਗਾ। ਤੇ ਜਿਹੜਾ ਇਹ ਪ੍ਰੋਗਰਾਮ ਸਮੁੱਚਾ ਜਿਸ ਤਰੀਕੇ ਨਾਲ ਪ੍ਰਿੰਸੀਪਲ ਡਾਕਟਰ ਪ੍ਰਗਟ ਸਿੰਘ ਗਰਚਾ ਹੋਰਾਂ ਨੇ ਉਲੀਕਿਆ, ਮੈਂ ਪੰਜਾਬ ਯੂਨੀਵਰਸਿਟੀ ਵੱਲੋਂ ਵੀ, ਪੰਜਾਬ ਗੌਰਮੈਂਟ ਵੱਲੋਂ ਵੀ ਉਹਨਾਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਪਿਛਲੇ ਲਗਭਗ 20-25 ਦਿਨ ਦੇ ਵਿੱਚ ਇਸ ਪ੍ਰੋਗਰਾਮ ਦੀ ਰੂਪਰੇਖਾ ਨੂੰ ਬਣਾਇਆ, ਕਿੰਨੇ ਕਾਲਜ ਇਨਵੋਲਵ ਕੀਤੇ, ਕਿੰਨੇ ਸਕੂਲ ਇਨਵੋਲਵ ਕੀਤੇ। ਤੇ ਮੈਂ ਸਮੁੱਚੀ ਟੀਮ ਦਾ, ਗਰਚਾ ਸਾਹਿਬ ਦੀ ਸਮੁੱਚੀ ਟੀਮ, ਡਾਕਟਰ ਜਗਜੀਤ ਸਿੰਘ ਸ਼ਾਮਲ ਹੈ, ਬਾਕੀ ਟੀਮ ਇਹਨਾਂ ਦੀ ਸ਼ਾਮਲ ਹੈ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਅਸੀਂ ਸੈਮੀਨਾਰ ਬਹੁਤ ਕਰ ਲਿਆ, ਅਸੀਂ ਡਿਸਕਸ਼ਨ ਬਹੁਤ ਕਰ ਲਈਆਂ, ਲੇਕਿਨ ਬੱਚਿਆਂ ਨੂੰ ਜੋੜ ਕੇ ਪ੍ਰੋਗਰਾਮ ਜਿਹੜੇ ਕਰਨੇ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਡਮੁੱਲੇ ਹੁੰਦੇ ਆ। ਸੋ ਇਹ ਪ੍ਰੋਗਰਾਮ ਦੀ ਸਾਰਥਕਤਾ ਜਿਹੜੀ ਉਹ ਸਾਡੇ ਲਈ ਬਹੁਤ ਜ਼ਿਆਦਾ ਹੈ। ਸੋ ਮੈਂ ਕਿਉਂਕਿ ਇਹ ਪ੍ਰੋਗਰਾਮ ਇਸ ਵੇਲੇ ਪੰਜਾਬ ਯੂਨੀਵਰਸਿਟੀ ਦੀ ਫੇਸਬੁੱਕ ਤੇ ਲਾਈਵ ਚੱਲ ਰਿਹਾ, ਜਿਹਦੇ ਲਈ ਪੰਜਾਬ ਯੂਨੀਵਰਸਿਟੀ ਦਾ ਕੰਪਿਊਟਰ ਸੈਂਟਰ ਤੇ ਪਬਲਿਕ ਰਿਲੇਸ਼ਨ ਡਿਪਾਰਟਮੈਂਟ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਦਾ, ਉਹਦਾ ਸਾਨੂੰ ਬਹੁਤ ਸਹਿਯੋਗ ਹੈ ਜਿਹੜਾ ਉਹ ਮਿਲਿਆ। ਸੋ ਦੋਸਤੋ, ਪਿਆਰੇ ਵਿਦਿਆਰਥੀਓ, ਤੁਸੀਂ ਕਰਮਾਂ ਵਾਲੇ ਆ ਕਿ ਤੁਹਾਨੂੰ ਤੁਹਾਡੇ ਸਮਿਆਂ ਦੇ ਵਿੱਚ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਮੌਕਾ ਮਿਲਿਆ ਜਾਂ ਉਹਦੇ 'ਚ ਪਾਰਟਿਸਿਪੇਟ ਕਰਨ ਦਾ ਮੌਕਾ ਮਿਲਿਆ। ਔਰ ਤੁਸੀਂ ਉਸ ਤੋਂ ਵੀ ਕਰਮਾਂ ਵਾਲੇ ਆ ਕਿ ਅੱਜ ਤੁਸੀਂ ਬੇਸ਼ੱਕ ਡੈਕਲੇਮੇਸ਼ਨ 'ਚ ਭਾਗ ਲਿਆ, ਤੁਸੀਂ ਆਪਣੇ ਰਿਜ਼ਲਟ ਦਾ ਇੰਤਜ਼ਾਰ ਕਰਦੇ ਆ ਜਿਹੜਾ ਬਹੁਤ ਸਾਰੇ ਜੱਜਾਂ ਨੇ, ਚੰਗੇ ਜੱਜਾਂ ਨੇ ਬਣਾਇਆ, ਲੇਕਿਨ ਇਸ ਬਹਾਨੇ ਤੁਹਾਨੂੰ ਚੰਗੀਆਂ ਸ਼ਖਸੀਅਤਾਂ ਨੂੰ ਸੁਣਨ ਦਾ ਜਿਹੜਾ ਮੌਕਾ ਉਹ ਵੀ ਪ੍ਰਦਾਨ ਹੋ ਰਿਹਾ। ਸੋ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ, ਉਹਨਾਂ ਦੇ ਪਰਿਵਾਰ ਦੀ ਕੁਰਬਾਨੀ, ਉਹਨਾਂ ਦੇ ਸਰਬੰਸ ਦਾਨ ਦੀ ਕੁਰਬਾਨੀ, ਔਰ ਉਹਦੇ ਪਿੱਛੇ ਕੀ ਮੋਟਿਵ ਸੀ, ਇਹ ਸਾਨੂੰ ਸਾਰਾ ਕੁਝ ਗੁਰੂ ਸਾਹਿਬ ਦੀ ਬਾਣੀ ਦੇ ਵਿੱਚੋਂ, ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਬਹੁਤ ਵੱਡਾ ਸੰਦੇਸ਼ ਮਿਲਦਾ ਕਿ ਅਸੀਂ ਸਮਰਪਣ ਆਪਣੇ ਆਪ ਨੂੰ ਮਨੁੱਖਤਾ ਦੇ ਲਈ ਕਿਵੇਂ ਹੋਣਾ। ਸਭ ਊਚ ਨੀਚ ਜਾਤ ਪਾਤ ਛੱਡ ਕੇ ਅਸੀਂ ਇੱਕ ਦੂਜੇ ਦੇ ਲਈ ਜਾਂ ਮਨੁੱਖਤਾ ਦੇ ਲਈ, ਨਿਮਾਣਿਆਂ ਦਾ ਮਾਣ ਬਣਨ ਲਈ, ਨਿਤਾਣਿਆਂ ਦਾ ਤਾਣ ਬਣਨ ਲਈ ਅਸੀਂ ਆਪਣੇ ਆਪ ਨੂੰ ਕਿਵੇਂ ਕੁਰਬਾਨ ਕਰਨਾ ਹੈ। ਇਹ ਪ੍ਰੋਫੈਸਰ ਅਵਤਾਰ ਸਿੰਘ ਵੀ ਤੁਹਾਡੇ ਨਾਲ ਗੱਲ ਕਰਨਗੇ। ਮੈਂ ਇਹ ਗੱਲ ਦੱਸਣੀ ਜ਼ਰੂਰੀ ਸਮਝਦਾ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਜਿਹੜੇ ਇਹ ਪ੍ਰੋਗਰਾਮਾਂ ਦੀ ਲੜੀ ਆ, ਅਸੀਂ ਉਹਦੇ ਵਿੱਚ ਜਦੋਂ ਦੀ ਚਿੱਠੀ ਵਾਈਸ ਚਾਂਸਲਰ ਸਾਹਿਬ ਨੂੰ ਆਈ ਆ ਔਰ ਉਹਨਾਂ ਨੇ ਮੈਨੂੰ ਇਸ ਗੱਲ ਦੀ ਜ਼ਿੰਮੇਵਾਰੀ ਦਿੱਤੀ ਆ, ਪਿਛਲੇ ਜੂਨ ਤੋਂ ਲੈ ਕੇ, ਜੂਨ 2020 ਤੋਂ ਲੈ ਕੇ ਅਸੀਂ ਡਾਕਟਰ ਸੰਜੇ ਕੌਸ਼ਿਕ ਜੀ ਤੋਂ ਮੈਂ ਅਗਵਾਈ ਵੀ ਲੈਂਦਾ ਰਿਹਾ, ਉਹਨਾਂ ਨਾਲ ਰਾਏ ਵੀ ਕਰਦਾ ਰਿਹਾ, ਉਹਨਾਂ ਦਾ ਸਹਿਯੋਗ ਵੀ ਲੈਂਦਾ ਰਿਹਾ। ਅਸੀਂ ਹਰ ਮਹੀਨੇ ਇੱਕ ਕਾਲਜ ਦੇ ਵਿੱਚ ਪ੍ਰੋਗਰਾਮ ਕਰਦੇ ਸੀ, ਇੱਕ ਡਿਪਾਰਟਮੈਂਟ ਦੇ ਵਿੱਚ ਕਰਦੇ ਸੀ। ਹੁਣ ਵੀ ਅਸੀਂ ਇਸੇ ਤਰ੍ਹਾਂ ਕਰਦੇ ਰਹੇ ਹਾਂ। ਇਹ ਪ੍ਰੋਗਰਾਮ ਜੂਨ ਤੱਕ ਚੱਲਣੇ ਨੇ। ਜੂਨ ਦਾ ਜਿਹੜਾ ਪ੍ਰੋਗਰਾਮ ਹੈ ਉਹ ਅਸੀਂ ਦਸਮੇਸ਼ ਕਾਲਜ ਬਾਦਲ ਦੇ ਵਿੱਚ ਕਰਨ ਜਾ ਰਹੇ ਹਾਂ। ਉਹ ਇਸ ਲੜੀ ਦਾ ਜਿਹੜਾ ਸਮਾਪਨ ਪ੍ਰੋਗਰਾਮ ਹੋਏਗਾ। ਲੇਕਿਨ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਕਿਉਂਕਿ ਇਹਦਾ ਮੁੱਲ ਇਸ ਕਰਕੇ ਵੀ ਜ਼ਿਆਦਾ ਹੈ ਕਿ ਜਿਹੜਾ GHG ਹਰਪ੍ਰਕਾਸ਼ ਕਾਲਜ ਆਫ ਐਜੂਕੇਸ਼ਨ ਹੈ, GHG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰੂਸਰ ਸੁਰਾਰ, ਇਹ ਗੁਰੂ ਸਾਹਿਬ ਨਾਲ ਜੁੜਿਆ। ਜਿਵੇਂ ਡਾਕਟਰ ਗਰਚਾ ਨੇ ਤੁਹਾਨੂੰ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਦੇ ਨਾਲ ਸਿੱਧੇ ਤੌਰ ਤੇ ਇਹ ਧਰਤੀ ਜੁੜੀ, ਸਿੱਧੇ ਤੌਰ ਤੇ ਇੰਸਟੀਚਿਊਸ਼ਨ ਜੁੜੀ, ਤਾਂ ਇਹਦਾ ਸੰਦੇਸ਼ ਜਦੋਂ ਇੱਥੋਂ ਜਾਂਦਾ ਤਾਂ ਹੋਰ ਵੀ ਸਾਰਥਕ ਹੋ ਜਾਂਦਾ ਹੈ। ਸੋ ਮੈਂ ਪੰਜਾਬ ਯੂਨੀਵਰਸਿਟੀ ਵੱਲੋਂ ਇਸ ਕਾਲਜ ਦੀ ਮੈਨੇਜਮੈਂਟ ਕਮੇਟੀ ਦਾ ਔਰ ਪ੍ਰਿੰਸੀਪਲ ਡਾਕਟਰ ਗਰਚਾ ਜੀ ਹੋਰਾਂ ਦਾ, ਇਹਦੇ ਕੋਆਰਡੀਨੇਟਰ ਡਾਕਟਰ ਜਗਜੀਤ ਸਿੰਘ ਤੇ ਸਮੁੱਚੇ ਸਟਾਫ ਦਾ ਧੰਨਵਾਦੀ ਹਾਂ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਬਹੁਤ ਔਖੇ ਹੁੰਦੇ ਆ। ਅਸੀਂ ਸੈਮੀਨਾਰ ਤਾਂ ਕਰ ਲੈਂਦੇ ਹਾਂ ਕਿ 2-4 ਵਿਦਵਾਨ ਬੁਲਾ ਕੇ ਕਰ ਲੈ, ਲੇਕਿਨ ਬੱਚਿਆਂ ਨੂੰ ਇਨਵੋਲਵ ਕਰਕੇ ਉਹਨਾਂ ਦੀ ਵੀਡੀਓ ਮੰਗਾ ਕੇ ਫਿਰ ਉਹਨੂੰ ਛਾਣਬੀਨ ਕਰਨੀ, ਉਹਨੂੰ ਸੁਣਨਾ, ਉਹਦਾ ਕੰਟੈਂਟ ਸੁਣਨਾ। ਸਿਰਫ ਜੱਜਾਂ ਨੇ ਨਹੀਂ, ਮੈਨੂੰ ਮਹਿਸੂਸ ਹੋਇਆ ਕਿ ਡਾਕਟਰ ਗਰਚਾ ਨੇ ਸਾਰੀਆਂ ਵੀਡੀਓ ਸੁਣੀਆਂ, ਇਹਨਾਂ ਨੇ ਮੈਨੂੰ ਦੱਸੀਆਂ। ਤਾਂ ਇਹ ਬਹੁਤ ਵੱਡੀ ਗੱਲ ਹੈ ਕਿ ਇਹਦੇ ਨਾਲ ਅਸੀਂ ਬੱਚਿਆਂ ਨੂੰ ਇਨਵੋਲਵ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਉਹ ਸੰਦੇਸ਼ ਦੇਣ ਦੇ ਵਿੱਚ ਕਾਮਯਾਬ ਹੋਏ ਹਾਂ। ਸੋ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੋਇਆ ਇਹ ਉਮੀਦ, ਆਸ, ਧਰਵਾਸ ਤੇ ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਸਾਡੀ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹਨੂੰ ਵਾਹਿਗੁਰੂ ਸਮੱਤ ਬਖਸ਼ੇ ਔਰ ਉਹ ਉਹਨਾਂ ਰਾਹਾਂ ਤੇ ਚੱਲਣ ਦੇ ਸਮਰੱਥ ਹੋਵੇ ਜਿਹੜੀ ਰੌਸ਼ਨੀ ਗੁਰੂ ਸਾਹਿਬ ਨੇ ਸਾਨੂੰ ਦਿੱਤੀ ਆ। ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਜਿੰਨੇ ਵੀ ਭਾਗੀਦਾਰ ਹੈ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ। ਇਹ ਜਿੱਤ ਹਾਰ ਦਾ ਕਨਸੈਪਟ ਨਹੀਂ, ਇਹਦੇ ਵਿੱਚ ਸਿਰਫ ਸੀਕੁਐਂਸ ਬਣਾਇਆ ਇਹ ਫਸਟ, ਸੈਕੰਡ, ਥਰਡ ਦਾ, ਲੇਕਿਨ ਜਿਨ੍ਹਾਂ ਨੇ ਵੀ ਭਾਗ ਲਿਆ ਉਹ ਆਪਣੇ ਆਪ ਦੇ ਵਿੱਚ ਹੀ ਵਧਾਈ ਦੇ ਪਾਤਰ ਨੇ। ਬਹੁਤ-ਬਹੁਤ ਸ਼ੁਕਰੀਆ, ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਧੰਨਵਾਦ ਡਾਕਟਰ ਸਾਹਿਬ। ਡਾਕਟਰ ਨਿਰਮਲ ਜੌੜਾ ਜੀ ਨੇ ਜਿੱਥੇ ਸਾਨੂੰ ਧੰਨਵਾਦ ਵੀ ਕਿਹਾ ਤੇ ਨਾਲ ਦੀ ਨਾਲ ਸਾਨੂੰ ਸ਼ਾਬਾਸ਼ੀ ਵੀ ਦਿੱਤੀ ਹੈ। ਤੇ ਇਹ ਜਿਹੜੇ ਸ਼ਬਦ ਨੇ ਇਹ ਸਾਨੂੰ ਹਮੇਸ਼ਾ ਮੋਟੀਵੇਟ ਕਰਦੇ ਨੇ, ਇਹ ਸਾਨੂੰ ਰੀਇਨਫੋਰਸ ਕਰਦੇ ਨੇ ਕਿ ਅਸੀਂ ਭਵਿੱਖ ਦੇ ਵਿੱਚ ਅਜਿਹੇ ਜਿਹੜੇ ਕੰਪੀਟੀਸ਼ਨਸ ਨੇ ਹੋਰ ਕਰਵਾਉਂਦੇ ਰਹੀਏ, ਜਿਹਦੇ ਨਾਲ ਸਾਡਾ ਜਿਹੜਾ ਆਲਾ ਦੁਆਲਾ ਹੈ, ਸਾਡੇ ਵਿਦਿਆਰਥੀ ਨੇ, ਉਹ ਭਵਿੱਖ ਦੇ ਵਿੱਚ ਹੋਰ ਵੀ ਤਰੱਕੀ ਕਰਨ। ਹੁਣ ਮੈਂ ਗੱਲ ਕਰਾਂਗਾ ਜੀ ਪ੍ਰੋਫੈਸਰ ਸੰਜੇ ਕੌਸ਼ਿਕ ਜੀ ਬਾਰੇ। ਡਾਕਟਰ ਸਾਹਿਬ ਡੀਨ ਕਾਲਜ ਡਿਵੈਲਪਮੈਂਟ ਕੌਂਸਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹਨ ਜੀ, ਜਿਨ੍ਹਾਂ ਨੂੰ ਪੜ੍ਹਾਉਣ ਦਾ ਅਤੇ ਖੋਜ ਦੇ ਖੇਤਰ ਵਿੱਚ 28 ਸਾਲ ਦਾ ਤਜਰਬਾ ਹੈ।
ਡਾਕਟਰ ਸੰਜੇ ਕੌਸ਼ਿਕ ਜੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਕਾਸ਼ਨਾਂ ਦੇ ਲੇਖਕ ਅਤੇ ਸਹਿ ਲੇਖਕ ਰਹੇ ਹਨ ਅਤੇ ਨਾਮਵਾਰ ਪੇਸ਼ੇਵਰ ਰਸਾਲਿਆਂ ਲਈ ਸਮੀਖਿਆ ਵਜੋਂ ਵੀ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ ਹੈ। ਪਾਸਟ ਦੇ ਵਿੱਚ ਵੀ ਕੀਤਾ ਹੈ ਤੇ ਅੱਜ ਵੀ ਕਰ ਰਹੇ ਹਨ। ਕੌਸ਼ਿਕ ਜੀ ਵਿਸ਼ਵ ਭਰ ਦੀਆਂ ਵੱਖ-ਵੱਖ ਸੁਸਾਇਟੀਆਂ ਅਤੇ ਅਕਾਦਮੀਆਂ ਦੇ ਨਾਲ ਸਰਗਰਮ ਹੋ ਕੇ ਕੰਮ ਕਰ ਰਹੇ ਹਨ। ਕੌਸ਼ਿਕ ਜੀ ਨੇ ਵਿਸ਼ਵ ਭਰ ਦੇ ਮਾਣਯੋਗ ਵਿਸ਼ਾ ਮਾਹਰਾਂ ਦੇ ਯੋਗਦਾਨ ਅਤੇ ਵਿਆਪਕ ਮਾਨਤਾ ਦੇ ਨਾਲ ਵਿਗਿਆਨਕ ਭਾਈਚਾਰੇ ਵਿੱਚ ਆਪਣੀ ਪਛਾਣ ਬਣਾਈ ਹੈ। ਡਾਕਟਰ ਸਾਹਿਬ ਨੂੰ ਵਿਗਿਆਨਕ ਭਾਈਚਾਰੇ ਦੇ ਯੋਗਦਾਨ ਲਈ ਬਹੁਤ ਸਾਰੇ ਪੁਰਸਕਾਰ ਵੀ ਮਿਲ ਚੁੱਕੇ ਹਨ। ਡਾਕਟਰ ਸੰਜੇ ਕੌਸ਼ਿਕ ਜੀ ਪ੍ਰਮੁੱਖ ਉਹਨਾਂ ਦੀਆਂ ਜਿਹੜੀਆਂ ਖੋਜ ਰੁਚੀਆਂ ਨੇ ਉਹਦੇ ਵਿੱਚ ਮਨੁੱਖੀ ਸਰੋਤ ਪ੍ਰਬੰਧਨ, ਜਨਰਲ ਪ੍ਰਬੰਧਨ ਅਤੇ ਬੈਂਕਿੰਗ ਆਦਿ ਸ਼ਾਮਲ ਹੈ। ਹੁਣ ਮੈਂ ਬੇਨਤੀ ਕਰਾਂਗਾ ਕੌਸ਼ਿਕ ਜੀ ਨੂੰ ਕਿ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਡਾਕਟਰ ਸਾਹਿਬ। ਥੈਂਕ ਯੂ ਸੋ ਮਚ। ਪੰਜਾਬ ਸਰਕਾਰ ਤੇ ਪੰਜਾਬ ਯੂਨੀਵਰਸਿਟੀ ਦੀ ਪੈਟਰੋਨੇਜ ਦੇ ਅੰਦਰ ਜਿਹੜਾ ਇਹ ਕਾਰਜਕ੍ਰਮ ਅੱਜ ਹੋ ਰਿਹਾ, ਸਭ ਤੋਂ ਪਹਿਲਾਂ ਤਾਂ ਮੈਂ ਕਾਲਜ ਨੂੰ GHG ਖਾਲਸਾ ਕਾਲਜ ਆਫ ਐਜੂਕੇਸ਼ਨ ਗੁਰਸਰ ਸੁਧਾਰ, ਇਹਨਾਂ ਦੇ ਪ੍ਰਿੰਸੀਪਲ ਸਾਹਿਬ ਪ੍ਰਗਟ ਸਿੰਘ ਗਰਚਾ ਤੇ ਹਰ ਉਹ ਸ਼ਖਸ ਜਿਹੜਾ ਇਸ ਕਾਰਜਕ੍ਰਮ ਦੇ ਨਾਲ ਸੰਬੰਧਿਤ ਜਿਹਨੇ ਇਸ ਵਾਸਤੇ ਕੰਮ ਕੀਤਾ ਤੇ ਇਹਦੇ ਆਯੋਜਨ ਵਾਸਤੇ ਅੱਗੇ ਆਏ, ਉਹਨਾਂ ਸਭ ਨੂੰ ਬਹੁਤ ਬਹੁਤ ਵਧਾਈਆਂ। ਔਰ ਵਧਾਈ ਹਰ ਉਸ ਬੱਚੇ ਨੂੰ ਜਿਸਨੇ ਇਸ ਕੰਪੀਟੀਸ਼ਨ ਦੇ ਅੰਦਰ ਪਾਰਟਿਸਿਪੇਟ ਕੀਤਾ। ਸਾਨੂੰ ਯਾਦ ਹੈ ਕਿ ਜਦੋਂ ਆਪਾਂ ਵੀ ਸਕੂਲ ਕਾਲਜ ਹੁੰਦੇ ਸੀਗੇ, ਪਾਰਟਿਸਿਪੇਸ਼ਨ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੈ। ਕਿ ਹੁਣੇ ਨਿਰਮਲ ਜੀ ਨੇ ਕਿਹਾ, ਡਾਕਟਰ ਨਿਰਮਲ ਸਿੰਘ ਜੌੜਾ ਜੀ ਨੂੰ ਆਪਾਂ ਸਾਰੇ ਜਾਣਦੇ ਹਾਂ, ਸਾਡੇ ਡਾਇਰੈਕਟਰ ਹੈ ਯੂਥ ਵੈਲਫੇਅਰ ਪੰਜਾਬ ਯੂਨੀਵਰਸਿਟੀ ਦੇ। ਔਰ ਕਿੰਨੀ ਸ਼ਖਸੀਅਤ, ਮੈਂ ਤਾਂ ਇਹਨਾਂ ਨੂੰ ਕਈ ਵਾਰੀ ਪਿਆਰ 'ਚ ਕਹਿੰਦਾ ਹੁੰਦਾ ਕਿ ਇਹਨਾਂ ਨੂੰ ਦੇਖ ਕੇ ਤੇ ਇਹਨਾਂ ਨਾਲ ਗੱਲ ਕਰਕੇ ਬੰਦੇ ਨੂੰ ਆਪਣੇ ਆਪ ਵੀ ਜੋਸ਼ ਆ ਜਾਂਦਾ ਹੈ। ਜਿੱਦਾਂ ਐਂਥੂਸੀਆਸਟਿਕ ਰਹਿੰਦੇ ਆ ਔਰ ਜਿੰਨੀ ਪਿਆਰ ਦੇ ਨਾਲ ਇਹ ਕੰਮ ਕਰਦੇ ਆ, ਇਸ ਕਰਕੇ ਇਹਨਾਂ ਨਾਲ ਐਸੋਸੀਏਟ ਹੋਣਾ ਹਮੇਸ਼ਾ ਹੀ ਆਪਣੇ 'ਚ ਇੱਕ ਬਹੁਤ ਅੱਛਾ ਲੱਗਦਾ ਹੈ। ਔਰ ਅੱਜ ਦੇ ਇਸ ਕਾਰਜਕ੍ਰਮ ਦੇ ਅੰਦਰ ਅਵਤਾਰ ਸਿੰਘ ਜੀ ਜਿਨ੍ਹਾਂ ਨੂੰ ਤੁਸੀਂ ਸੁਣੋਗੇ, ਮੈਂ ਉਹ ਜਦੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਉੱਤੇ ਗੱਲ ਕਰਨਗੇ, ਮੈਨੂੰ ਇੱਕ ਗੱਲ ਪਤਾ ਹੈ ਕਿ ਜੋ ਬਾਣੀ ਉਹ ਜੋ ਵੀ ਗੱਲ ਕਰਨਗੇ, ਜੋ ਦੱਸਣਗੇ, ਉਹਦੀ ਸਾਰਥਕਤਾ ਅੱਜ ਦੀ ਡੇਟ ਦੇ ਅੰਦਰ ਵੀ ਓਨੀ ਹੀ ਹੈ ਜਿੰਨੀ ਆਪਾਂ ਹੁਣ ਅੱਜ 400 ਸਾਲਾ ਪ੍ਰਕਾਸ਼ ਦਿਵਸ ਮਨਾ ਰਹੇ ਹਾਂ, ਜਿੰਨੀ ਪਹਿਲੇ ਸੀਗੀ। ਮਤਲਬ ਤੁਸੀਂ ਦੇਖੋ ਸਾਲ ਦਰ ਸਾਲ ਚੇਂਜ ਹੁੰਦੇ ਰਹੇ, ਲੇਕਿਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੱਜ ਵੀ ਓਨੀ ਹੀ ਸਾਰਥਕ ਹੈ। ਤੇ ਉਹਨਾਂ ਨੂੰ ਸੁਣ ਕੇ ਅੱਛਾ ਲੱਗੇਗਾ। ਸਾਡੇ ਅੱਜ ਦੇ ਗੈਸਟ ਆਫ ਆਨਰ ਲਖਮੀਰ ਸਿੰਘ ਜੀ ਤੇ तमाम ਸ਼ਖਸ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ, ਸਭ ਨੂੰ ਵਧਾਈ ਦਿੰਦੇ ਹੋਏ ਇੱਕ ਗੱਲ, ਕਿਉਂਕਿ ਸਕੂਲ ਦੇ ਬੱਚੇ ਔਰ ਕਾਲਜ ਦੇ ਬੱਚੇ ਜੁੜੇ ਹੋਏ ਆ, ਇੱਕ ਦੋ ਗੱਲਾਂ ਜ਼ਰੂਰ ਕਰਨਾ ਚਾਹੂੰਗਾ। ਦੇਖੋ, ਪਾਰਟਿਸਿਪੇਟ ਕਰਨਾ, ਨਿਰਮਲ ਜੌੜਾ ਜੀ ਨੇ ਵੀ ਕਿਹਾ, ਪਾਰਟਿਸਿਪੇਟ ਕਰਨਾ ਇਸ ਤਰ੍ਹਾਂ ਦੇ ਫੰਕਸ਼ਨ 'ਚ ਆਪਣੇ ਆਪ ਬਹੁਤ ਵੱਡੀ ਗੱਲ ਹੈ। ਕੌਣ ਫਸਟ ਆਇਆ, ਕੌਣ ਸੈਕਿੰਡ ਆਇਆ, ਕੌਣ ਥਰਡ ਆਇਆ, ਉਹ ਇੰਪੋਰਟੈਂਟ ਹੈ, ਪਰ ਉਹ ਇੰਨਾ ਇੰਪੋਰਟੈਂਟ ਨਹੀਂ ਹੈ ਜਿੰਨਾ ਮੇਰੀ ਆਪਣੀ ਪਾਰਟਿਸਿਪੇਸ਼ਨ ਹੈ। ਕਈ ਵਾਰੀ ਕੀ ਹੁੰਦਾ ਹੈ, ਹੋ ਸਕਦਾ ਹੈ ਮੈਂ ਬਹੁਤ ਅੱਛਾ, ਕਿਉਂਕਿ ਜਜਮੈਂਟ ਵੀ ਦੇਖੋ ਜਦੋਂ ਕੀਤੀ ਜਾਂਦੀ ਹੈ, ਜਜਮੈਂਟ ਦੇ ਅੰਦਰ ਅਗਰ ਮੈਂ ਪਹਿਲੀ 3 ਪੋਜੀਸ਼ਨਾਂ ਤੇ ਨਹੀਂ ਆਇਆ ਤਾਂ ਮਤਲਬ ਇਹ ਨਹੀਂ ਹੈ ਕਿ ਮੈਂ ਸ਼ਾਇਦ ਅੱਛਾ ਨਹੀਂ ਸੀਗਾ। ਕਈ ਵਾਰੀ ਕੀ ਹੁੰਦਾ ਹੈ ਕਿ ਬਿਲਕੁਲ ਤੁਹਾਡਾ ਬਹੁਤ ਹੀ ਨੇੜੇ ਦਾ ਕੰਪੀਟੀਸ਼ਨ ਹੁੰਦਾ ਹੈ, ਔਰ ਕਿਉਂਕਿ ਆਪਾਂ 3 ਬੰਦੇ ਜਾਂ 4 ਬੰਦੇ ਜਾਂ 5 ਬੰਦੇ ਚੂਜ਼ ਕਰਨੇ ਆ ਤਾਂ 6ਵਾਂ ਸ਼ਾਇਦ ਰਹਿ ਜਾਂਦਾ ਹੈ। ਤੇ ਇਸ ਕਰਕੇ ਜਿਹੜੇ ਬੱਚੇ ਅਗਰ ਫਸਟ, ਸੈਕਿੰਡ, ਥਰਡ ਜਾਂ ਪੋਜੀਸ਼ਨ ਨਹੀਂ ਹਾਸਲ ਕਰ ਪਾਣਗੇ, ਕਿਸੇ ਵੀ ਤਰ੍ਹਾਂ ਨਾਲ ਡੀਮੋਰਲਾਈਜ਼ ਹੋਣ ਦੀ ਲੋੜ ਨਹੀਂ ਹੈ। ਔਰ ਜਦੋਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਆਪਾਂ ਗੱਲ ਕਰਦੇ ਹਾਂ, ਦੇਖੋ ਉਹਨਾਂ ਨੇ ਇੱਕ ਗੱਲ ਕਹੀ ਆਪਣੀ ਬਾਣੀ ਦੇ ਅੰਦਰ ਕਿ ਜੀ ਜਿਹੜਾ ਸ਼ਖਸ ਮਿਜ਼ਰੀ ਦੇ ਅੰਦਰ ਹੈ ਨਾ, ਜਦੋਂ ਹਾਲਾਤ ਬੜੇ ਖਰਾਬ ਹੋਣ, ਉਹਦੇ 'ਚ ਬਹੁਤ ਦੁਖੀ ਨਹੀਂ ਹੁੰਦਾ। ਔਰ ਜਿਹੜਾ ਸ਼ਖਸ ਖੁਸ਼, ਜਦੋਂ ਮੰਨ ਲਓ ਪਲੇਜ਼ਰ ਦਾ ਤਰੀਕਾ ਹੋਵੇ, ਜਦੋਂ ਖੁਸ਼ੀ ਮੰਨ ਲਓ ਤੁਹਾਡੇ ਆਮਣੇ ਸਾਹਮਣੇ ਹੋਵੇ, ਉਹਦੇ 'ਚ ਕੋਈ ਬਹੁਤ ਜ਼ਿਆਦਾ ਆਪਣੀ ਖੁਸ਼ੀ ਦਰਸਾਉਂਦਾ ਨਹੀਂ। ਜਿਹੜਾ ਬੰਦਾ ਆਪਣੇ ਦੁੱਖ ਤੋਂ, ਦਰਦ ਤੋਂ, ਫੀਅਰ ਤੋਂ ਔਰ ਅਟੈਚਮੈਂਟ ਤੋਂ ਵੱਖਰਾ ਹੈ, ਅਲੱਗ ਹੈ, ਫ੍ਰੀ ਹੈ, ਕਹਿੰਦਾ ਜਿਹਨੂੰ ਗੋਲਡ ਜਾਂ ਡਸਟ ਮਤਲਬ ਸੋਨਾ ਜਾਂ ਮਿੱਟੀ, ਉਹ ਕਹਿੰਦਾ ਉਹਦੇ 'ਚ ਬਹੁਤ ਜ਼ਿਆਦਾ ਕੋਈ ਫਰਕ ਨਹੀਂ ਰੱਖਦਾ। ਉਹ ਬੰਦਾ ਐਕਚੁਅਲੀ ਉਹਨਾਂ ਦਾ ਹੁੰਦਾ ਹੈ, ਜਿਵੇਂ ਕਹਿੰਦਾ ਜੇ ਇੱਕ ਪਾਣੀ ਨੂੰ ਦੂਜੇ ਪਾਣੀ 'ਚ ਮਿਲਾ ਦੋ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ
ਕਿ ਕਿਹੜਾ ਪਾਣੀ ਕਿਹੜੇ ਮਿਲਿਆ ਹੈ, ਕਿਉਂਕਿ ਪਾਣੀ ਦਾ ਮਤਲਬ ਪਾਣੀ ਹੈ, ਦੋਨੋਂ ਰਲ ਕੇ ਇੱਕੋ ਵਰਗੇ ਹੋ ਜਾਂਦੇ ਹੈ। ਕਹਿੰਦੇ ਉਦਾਂ ਹੀ ਉਹ ਬੰਦਾ, ਉਹ ਸ਼ਖਸ ਜਿਹੜਾ ਹੈ ਈਸ਼ਵਰ ਦੇ ਨਾਲ ਸਪਿਰਿਚੁਅਲੀ ਉਦਾਂ ਹੀ ਜੁੜ ਜਾਂਦਾ ਹੈ। ਔਰ ਹੁਣ ਤੁਸੀਂ ਦੇਖੋ ਅੱਜ ਦੀ ਡੇਟ ਆਪਾਂ 2021 ਦੇ ਅੰਦਰ ਗੱਲ ਕਰ ਰਹੇ ਹਾਂ, ਏਦਾਂ ਲੱਗਦਾ ਜਿਵੇਂ ਕਿਸੇ ਨੇ ਹੁਣੇ ਗੱਲ ਕਹੀ ਹੋਵੇ, ਬਿਲਕੁਲ ਹੁਣੇ, ਬਿਲਕੁਲ ਸਾਰਥਕ, ਟੂ ਦੀ ਪੁਆਇੰਟ, ਫਿਟ। ਔਰ ਜਦੋਂ ਗੁਰੂ ਸਾਹਿਬ ਕਹਿੰਦੇ ਸੀ ਕਿ ਨਾ ਈਗੋ ਛੱਡ ਦਿਓ ਆਪਣੀ, ਔਰ ਆਪਾਂ ਤਾਂ ਦੇਖਿਆ ਹਿਸਟਰੀ ਨੇ ਦਿਖਾਇਆ ਕਿ ਈਗੋ, ਲਸਟ, ਈਵਿਲ ਕੰਪਨੀ, ਇਹ ਜਿਹੜੀਆਂ ਬੰਦੇ ਨੂੰ ਕਿੰਨੀ ਖਰਾਬ ਕਰਦੀਆਂ। ਔਰ ਇਹੀ ਗੁਰੂ ਸਾਹਿਬ ਨੇ ਕਿਹਾ ਕਿ ਜੀ ਇਸ ਨੂੰ ਛੱਡ ਦਿਓ ਔਰ ਬੰਦਾ ਜਿਹੜਾ ਹੈਗਾ ਕਿਤੋਂ ਕਿਤੇ ਪਹੁੰਚ ਸਕਦਾ ਹੈ। ਕੰਪਨੀ, ਮੈਨੂੰ ਯਾਦ ਹੈ ਹੁਣੇ ਉਹ ਗਰਚਾ ਸਾਹਿਬ ਜਦੋਂ ਗੱਲ ਕਰ ਰਹੇ ਸੀਗੇ ਕਿ ਜੀ ਮੈਂ ਯੂਨੀਵਰਸਿਟੀ ਬਿਜ਼ਨਸ ਸਕੂਲ 'ਚ ਪੜ੍ਹਾਉਂਦਾ ਨਾਲ, ਤੇ ਸਾਡੇ ਪਲੇਸਮੈਂਟਸ ਹੁੰਦੀਆਂ, ਬੱਚੇ ਜਦੋਂ ਚੌਥੇ ਸਮੈਸਟਰ 'ਚ ਹੁੰਦੇ ਆ ਤੇ ਉਹਨਾਂ ਨੂੰ ਆਲਰੇਡੀ ਪਲੇਸਮੈਂਟ ਮਿਲ ਚੁੱਕੀ ਹੁੰਦੀ ਹੈ। ਬਹੁਤ ਸਾਰੀ ਕੰਪਨੀਆਂ ਯੂਨੀਵਰਸਿਟੀ ਬਿਜ਼ਨਸ ਸਕੂਲ 'ਚ 3rd ਸਮੈਸਟਰ ਜਦੋਂ ਖਤਮ ਹੁੰਦਾ ਉਸ ਵੇਲੇ ਆ ਜਾਂਦੀਆਂ, ਔਰ ਹਰ ਬੱਚੇ ਨੂੰ 100% ਪਲੇਸਮੈਂਟ ਹੈ, ਬੱਚੇ ਨੂੰ ਕੰਪਨੀਜ਼ ਚੂਜ਼ ਕਰ ਲੈਂਦੀਆਂ, ਔਰ ਜਿਵੇਂ ਚੌਥਾ ਸਮੈਸਟਰ ਖਤਮ ਹੁੰਦਾ ਬੱਚੇ ਆਪਣੀ ਨੌਕਰੀ ਜੁਆਇਨ ਕਰ ਲੈਂਦੇ ਆ। ਤਾਂ ਹਿਊਮਨ ਸੁਭਾਅ ਹੈ, ਜਿਵੇਂ ਹੁੰਦਾ ਕਿ ਜੀ ਨੌਕਰੀ, ਕੰਪਨੀਆਂ ਆ ਗਈ, ਵੱਡੀ ਵੱਡੀ ਕੰਪਨੀਆਂ ਨਾਮਾਂ ਦੀਆਂ ਆ ਗਈਆਂ, ਸਾਰੇ ਬੱਚੇ ਉਸ ਕੰਪਨੀਆਂ 'ਚ ਬੈਠੇ ਹੋਏ ਆ, ਹਰੇਕ ਨੂੰ ਲੱਗਦਾ ਹੈ ਕਿ ਯਾਰ ਮੈਂ ਇਹ ਫਲਾਂ ਕੰਪਨੀ 'ਚ ਮੇਰੀ ਸਿਲੈਕਸ਼ਨ ਹੋ ਜਾਵੇ। ਔਰ ਉਸ ਵੇਲੇ ਉਹਨਾਂ ਨੂੰ ਐਂ ਲੱਗਦਾ ਹੈ ਕਿ ਯਾਰ ਪਤਾ ਨਹੀਂ ਸ਼ਾਇਦ ਇਸ ਕੰਪਨੀ 'ਚ ਨੌਕਰੀ ਮਿਲਣਾ ਹੀ ਮੇਰੇ ਲਈ ਸਭ ਕੁਝ ਹੈ, ਨਾ ਮਿਲੀ ਤਾਂ ਪਤਾ ਨਹੀਂ ਕੀ ਹੋ ਜਾਏਗਾ। ਹਾਲਾਂਕਿ ਏਦਾਂ ਹਕੀਕਤ ਹੈ ਨਹੀਂ ਹੈ। ਉਸ ਵੇਲੇ ਵੀ ਆਪਾਂ ਇੱਕ ਗੱਲ ਸਮਝਾਉਂਦੇ ਹੁੰਦੇ ਆ ਸਟੂਡੈਂਟਸ ਨੂੰ ਕਿ ਜਿਹੜਾ ਤੁਹਾਡਾ ਸਾਥ ਹੈ, ਮਤਲਬ ਜਿਹੜੇ ਤੁਹਾਡੇ ਦੋਸਤ ਹੈ, ਜਿਹੜੀ ਤੁਹਾਡੀ ਕੰਪਨੀ ਹੈ, ਉਹ ਕੰਪਨੀ, ਜਿਵੇਂ ਗੁਰੂ ਸਾਹਿਬ ਨੇ ਕਹਿੰਦੇ ਈਵਿਲ ਕੰਪਨੀ ਤੋਂ ਬਚੋ। ਕਿ ਜਿਹੜੇ ਤੁਹਾਡੇ ਦੋਸਤ ਲੋਕ ਹੈ, ਜੇ ਉਹ ਚੰਗੇ ਹੈ ਤਾਂ ਤੁਸੀਂ ਦੇਖ ਲਓ ਤੁਹਾਡਾ ਸੁਭਾਅ ਔਰ ਤੁਹਾਡਾ ਜਿਹੜੇ ਰਿਐਕਸ਼ਨਸ ਉਹ ਚੰਗੇ ਨਿਕਲਣਗੇ। ਜੇ ਉਹ ਬੰਦੇ ਮਾੜੇ ਹੈ, ਤੁਹਾਡੇ ਆਸ-ਪਾਸ ਦੇ ਦੋਸਤ ਖਰਾਬ ਹੈ, ਤੁਹਾਡੇ ਰਿਐਕਸ਼ਨਸ ਵੀ ਉਦਾਂ ਹੋਣਗੇ। ਇਸ ਕਰਕੇ ਆਪਾਂ ਉੱਥੇ ਵੀ ਸਮਝਾਉਂਦੇ ਹੁੰਦੇ ਹਾਂ ਕਿ ਪਲੀਜ਼ ਦੋਸਤ ਉਹ ਬਣਾਓ, ਆਪਣੇ ਮਿੱਤਰ ਉਹ ਬਣਾਓ, ਆਪਣੇ ਸਾਥੀ ਉਹ ਬਣਾਓ ਜਿਹੜੇ ਕਿ ਚੰਗਾ ਇਨਸਾਨ ਹੈ। ਚੰਗਾ ਇਨਸਾਨ ਨਾਲ ਰਵਾਂਗਾ ਤੇ ਮੇਰੇ ਐਕਸ਼ਨ ਰਿਐਕਸ਼ਨ ਵੀ ਚੰਗੇ ਹੀ ਹੋਣਗੇ। ਉਹ ਜਿਹੜੀ ਨੈਗੇਟਿਵਿਟੀ ਹੈ ਉਸ ਤੋਂ ਦੂਰ ਰਹੀਏ। ਜੋ ਅੱਜ ਕੱਲ ਹਾਲਾਤ ਹੈ ਪੈਂਡੈਮਿਕ ਕਰਕੇ, ਜੋ ਵੀ ਕਰੋਨਾ ਦੇ ਪਿਛਲੇ ਸਾਲ 1.5 ਸਾਲ ਤੋਂ ਦਿੱਕਤਾਂ ਪੈਦਾ ਹੋਈ ਹੋਈਆਂ, ਆਪਣੇ ਆਪ ਨੂੰ ਉਸ ਫੀਅਰ ਤੋਂ ਦੂਰ ਰੱਖੀਏ, ਆਪਣੇ ਆਪ ਨੂੰ ਇਸ ਗੱਲ ਤੋਂ ਡਰਾ ਕੇ ਨਾ ਰੱਖੀਏ ਕਿ ਜੋ ਕੁਝ ਹੋ ਰਿਹਾ ਸਾਡਾ ਕੀ ਬਣੇਗਾ, ਬਲਕਿ ਜੋ ਹਿਦਾਇਤਾਂ ਹੈ ਜਾਂ ਜੋ ਚੀਜ਼ਾਂ ਚਾਹੀਦੀਆਂ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਅਪਣਾਈਏ। ਉਹਨਾਂ ਦਾ ਚਾਹੇ ਉਹ ਗਵਰਨਮੈਂਟ ਦੇ ਨਿਰਦੇਸ਼ ਹੈ, ਚਾਹੇ ਸਾਡੇ ਕੰਪਨੀਆਂ ਦੇ ਨਿਰਦੇਸ਼ ਹੈ, ਜਾਂ ਯੂਨੀਵਰਸਿਟੀਆਂ ਜਾਂ ਕਾਲਜਾਂ ਦੇ ਨਿਰਦੇਸ਼ ਹੈ, ਉਹਨਾਂ ਨੂੰ ਆਪਾਂ ਸਮਝ ਕੇ ਉਹਨਾਂ ਨੂੰ ਅਪਣਾ ਕੇ, ਮੈਨੂੰ ਲੱਗਦਾ ਹੈ ਇਹ ਜਿਹੜੀ ਪੈਂਡੈਮਿਕ ਵਾਲੀ ਦਿੱਕਤ ਹੈ ਇਹਨੂੰ ਵੀ ਆਪਾਂ ਖਤਮ ਕਰ ਸਕਦੇ ਹਾਂ। ਇਸੇ ਕਰਕੇ ਜਦੋਂ ਆਪਾਂ ਗੱਲ ਕਰਦੇ ਨਾ ਗੁਰੂ ਸਾਹਿਬ ਦੀ ਬਾਣੀ, ਤੁਸੀਂ ਮਤਲਬ ਮੈਨੂੰ ਤਾਂ ਐਂ ਲੱਗਦਾ ਹੈ ਕਿ ਇਹਦੀ ਸਾਰਥਕਤਾ ਸਾਡੇ ਵਾਸਤੇ ਇੰਨੀ ਇੰਪੋਰਟੈਂਟ ਹੈ, ਔਰ ਸਾਡੇ ਆਪਣੇ ਜੀਵਨ 'ਚ ਉਤਾਰਨ ਵਾਸਤੇ। ਉਹ ਕਹਿੰਦੇ ਟਰੂ ਰੀਅਲਾਈਜੇਸ਼ਨ, ਸੱਚੀ ਰੀਅਲਾਈਜੇਸ਼ਨ ਕਦੋਂ ਹੁੰਦੀ ਹੈ, ਜਦੋਂ ਐਕਚੁਅਲੀ ਆਪਾਂ ਉਸ ਤਰ੍ਹਾਂ ਖੁਦ ਵੀ ਬਿਹੇਵ ਕਰਨ ਲੱਗ ਪਈਏ। ਇਸ ਕਰਕੇ ਇੱਕ ਉਹਨਾਂ ਨੇ ਗੱਲ ਬੜੀ ਵਧੀਆ ਕਹਿੰਦਾ ਸੈਕਰੀਫਾਈਸ ਕਰੋ, ਔਰ ਉਹਨਾਂ ਨੇ ਕਿਹਾ ਕਿ ਸੈਕਰੀਫਾਈਸ ਦੇ ਲੇਕਿਨ ਉਸ ਦੇ ਪਿੱਛੇ ਤੁਹਾਨੂੰ ਕੁਝ ਫਾਇਦਾ ਹੋਣ ਵਾਲਾ ਹੈ ਉਹਦੀ ਇੱਛਾ ਨਾ ਰੱਖੀਏ ਆਪਾਂ। ਔਰ ਦੂਜਾ ਜਿਹਦੇ ਵਾਸਤੇ ਸੈਕਰੀਫਾਈਸ ਕੀਤਾ ਗਿਆ ਉਹ ਸਾਨੂੰ ਵਾਪਸ ਪਲਟ ਕੇ ਕੁਝ ਫਾਇਦੇ ਕਰ ਸਕਦੇ ਆ, ਉਹਦੀ ਇੱਛਾ ਦੀ ਲੋੜ ਨਹੀਂ ਹੈ। ਸੈਕਰੀਫਾਈਸ ਫॉर ਦੀ ਸੇਕ ਆਫ ਸੈਕਰੀਫਾਈਸ ਜਦੋਂ ਲੋੜ ਹੈ ਉਹ ਸਾਨੂੰ ਕਰਨਾ ਚਾਹੀਦਾ ਹੈ। ਔਰ ਕਹਿੰਦੇ ਆ ਕਿ ਰੱਬ ਨੂੰ ਲੱਭਣ ਵਾਸਤੇ ਜੰਗਲਾਂ 'ਚ ਘੁੰਮਣ ਦੀ ਲੋੜ ਨਹੀਂ ਹੈ, ਉਹ ਤਾਂ ਦਿਲਾਂ 'ਚ ਵਸਦਾ ਹੈ। ਜੇ ਆਪਾਂ ਦਿਲਾਂ 'ਚ ਉਤਰ ਗਏ, ਮੈਂ ਹੁਣ ਨਿਰਮਲ ਜੌੜਾ ਜੀ ਸਾਹਮਣੇ ਬੈਠੇ ਹੈ, ਮੈਨੂੰ ਤਾਂ ਕਈ ਵਾਰੀ ਇਹਨਾਂ ਨੂੰ ਮਤਲਬ ਮੈਂ ਕਿਹਾ ਵੀ ਹੈ ਔਰ ਇਹਨਾਂ ਨੂੰ ਦੇਖ ਕੇ ਇੰਨਾ ਅੱਛਾ ਲੱਗਦਾ ਹੈ, ਜਿਸ ਤਰ੍ਹਾਂ ਦੀ ਸ਼ਖਸੀਅਤ, ਜਿਸ ਪਿਆਰ ਮੁਹੱਬਤ ਦੇ ਨਾਲ, ਜਿੰਨੇ ਜੋਸ਼ ਐਂਥੂਸੀਆਜ਼ਮ ਨਾਲ, ਯਕੀਨ ਮੰਨੋ ਜਿਹੜਾ ਰੱਬ ਹੈ ਉਹ ਇਹੋ ਜਿਹੇ ਇਨਸਾਨਾਂ ਦੇ ਅੰਦਰ ਵਸਦਾ ਹੈ। ਔਰ ਇਸ ਕਰਕੇ ਇਹੋ ਜਿਹੇ ਇਨਸਾਨਾਂ ਦਾ ਜਿਹੜਾ ਸਾਥ ਹੈ, ਜਿਹੜਾ ਮਾਰਗਦਰਸ਼ਨ ਹੈ, ਜਿਵੇਂ ਅੱਜ ਵੀ ਉਹਨਾਂ ਨੇ ਮੇਰੇ ਤੋਂ ਪਹਿਲੇ ਗੱਲ ਕੀਤੀ, ਉਹ ਆਪਣੇ 'ਚ ਬਹੁਤ ਵੱਡੀ ਗੱਲ ਹੈ। ਆਪਾਂ ਐਸਾ ਸਾਥ ਲੱਭੀਏ, ਆਪਾਂ ਐਸੀ ਸੰਗਤ ਲੱਭੀਏ। ਬੱਚੇ ਜਿਹੜੇ ਨਾਲ ਸੁਣ ਰਹੇ ਆ, ਮੈਂ ਇਹਨਾਂ ਨੂੰ ਖਾਸ ਤੌਰ ਤੇ ਕਹਿਣਾ ਚਾਹਾਂਗਾ
ਕਿ ਸਾਡੀ ਸੰਗਤ, ਸਾਡੀ ਸਾਥ, ਸਾਡੀ ਦੋਸਤੀ, ਸਾਡੀ ਮਿੱਤਰਤਾ ਪਲੀਜ਼ ਆਪਣੇ ਇਹੋ ਜਿਹੇ ਬੱਚਿਆਂ ਨਾਲ ਰੱਖੋ ਜਿਹੜੇ ਬੱਚੇ ਤੁਹਾਨੂੰ ਸਹੀ ਮਾਰਗਦਰਸ਼ਨ ਕਰ ਸਕਦੇ ਹੈ, ਜਿਹੜੇ ਤੁਹਾਡੇ ਨਾਲ ਖੜੇ ਹੋ ਸਕਦੇ ਹੈ ਕਦੀ ਵਿਪत्ति ਆਉਣ ਤੇ, ਨਾ ਕਿ ਜਿਹੜੇ ਤੁਹਾਨੂੰ ਗਲਤ ਰਸਤੇ ਲੈ ਕੇ ਜਾਂਦੇ ਹੈ। ਸਭ ਨੇ ਪਾਰਟਿਸਿਪੇਟ ਕੀਤਾ, ਜਿਨ ਬੱਚਿਆਂ ਨੂੰ ਸਭ ਨੂੰ ਬੜਾ ਆਸ਼ੀਰਵਾਦ ਦਿੰਦੇ ਹੋਏ, ਬੜੀ ਸ਼ੁਭਕਾਮਨਾਵਾਂ ਦਿੰਦੇ ਹੋਏ ਔਰ ਇਹ ਆਸ ਕਰਦੇ ਹੋਏ ਕਿ ਆਉਣ ਵਾਲਾ ਟਾਈਮ ਹਿੰਦੁਸਤਾਨ ਵਾਸਤੇ ਬਹੁਤ ਅੱਛਾ ਹੋਏਗਾ। ਔਰ ਤੁਸੀਂ ਯਕੀਨ ਮੰਨੋ, ਉਹ ਕਿਤੇ ਨਾ ਜਦੋਂ ਗੂਗਲ ਨੂੰ ਤੁਸੀਂ ਉਹ ਸਕਰੋਲ ਕਰਦੇ ਹੋ, ਉੱਥੇ ਲਿਖਿਆ ਹੁੰਦਾ ਹੈ ਜੀ ਕਿ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਗੁਰੂ ਸੀਗੇ। ਯਕੀਨ ਮੰਨੋ, ਉਹ ਕੇਵਲ ਸਿੱਖਾਂ ਦੇ ਗੁਰੂ ਨਹੀਂ ਸੀਗੇ, ਉਹ ਸਾਡੇ ਹਰ ਸ਼ਖਸ ਦੇ ਗੁਰੂ ਸੀਗੇ। ਉਹ ਕਿਆ ਹਿੰਦੂ, ਕਿਆ ਸਿੱਖ, ਹਰੇਕ ਦੇ ਗੁਰੂ ਸੀਗੇ। ਔਰ ਪੂਰੇ ਹਿੰਦੁਸਤਾਨ ਚ ਔਰ ਪੂਰੇ ਵਿਸ਼ਵ ਦੇ ਅੰਦਰ ਉਹਨਾਂ ਦੀ ਫੋਲੋਇੰਗ ਉਨੀ ਹੈ ਜਿੰਨੀ ਆਪਾਂ, ਚਾਹੇ ਉਹ ਸਿੱਖ ਹੈ ਚਾਹੇ ਹਿੰਦੂ ਹੈ, ਜਿੰਨੇ ਨਤਮਸਤਕ ਹੋ ਕੇ ਆਪਾਂ ਉਹਨਾਂ ਦੀ ਬਾਣੀ ਨੂੰ ਸੁਣਦੇ ਹਾਂ, ਉਹਨਾਂ ਨਾਲ ਪਿਆਰ ਮੁਹੱਬਤ ਕਰਦੇ ਹਾਂ, ਉਹਨਾਂ ਦੇ ਆਸ਼ੀਰਵਾਦ ਚ ਵਿਸ਼ਵਾਸ ਰੱਖਦੇ ਹਾਂ, ਉਹ ਸਭ ਵਾਸਤੇ ਸਾਂਝਾ ਹੈ। ਬੱਚਿਆਂ ਨੂੰ ਮੈਂ ਕੇਵਲ ਇੱਕ ਗੱਲ ਕਹਿੰਦਾ ਹੋਇਆ ਆਪਣੀ ਗੱਲ ਬਾਣੀ ਨੂੰ ਵਿਰਾਮ ਦੇਵਾਂਗਾ ਕਿ ਇਹ ਹਿੰਦੁਸਤਾਨ, ਇਹ ਦੇਸ਼, ਆਉਣ ਵਾਲੀ ਜਨਰੇਸ਼ਨ ਸਾਡੀ ਕਿੱਦਾਂ ਦੀ ਹੋਣਗੀ, ਆਪਾਂ ਆਉਣ ਵਾਲੇ ਟਾਈਮ 'ਚ ਹਿੰਦੁਸਤਾਨ 'ਚ ਕਿੱਦਾਂ ਰਵਾਂਗੇ, ਆਪਾਂ ਆਉਣ ਵਾਲੇ ਟਾਈਮ 'ਚ ਕਿੰਨੀ ਤਰੱਕੀ ਕਰਾਂਗੇ, ਆਪਾਂ ਆਉਣ ਵਾਲੇ ਟਾਈਮ ਦੇ ਅੰਦਰ ਪੂਰੇ ਸੰਸਾਰ ਦੇ ਜਿੰਨੀ ਕੰਟਰੀਜ਼ ਹੈ ਉਹਨਾਂ ਨਾਲ ਕਿੰਨਾ ਕੁ ਲੋਹਾ ਲੈ ਪਾਵਾਂਗੇ ਜਾਂ ਨਹੀਂ ਲੈ ਪਾਵਾਂਗੇ, ਸਾਡੀ ਪੋਜੀਸ਼ਨ ਇੰਟਰਨੈਸ਼ਨਲ ਵਰਲਡ 'ਚ ਕਿੱਦਾਂ ਹੋਵੇਗੀ, ਜਾਂ ਸਾਡੇ ਆਪਣੇ ਦੇਸ਼ 'ਚ ਅਮੀਰੀ ਜਾਂ ਸੁੱਖ ਸੁਵਿਧਾਵਾਂ ਕਿੱਦਾਂ ਹੋਣਗੀਆਂ, ਇਹ ਸਾਰਾ ਡਿਪੈਂਡ ਕਰਦਾ ਹੈ ਸਾਡੇ ਉਹ ਬੱਚੇ ਜਿਹੜੇ ਅੱਜ ਸਾਡੇ ਸਾਹਮਣੇ ਬੈਠੇ ਹੋਏ ਹੈ। ਇਹ ਸਾਡੇ ਆਉਣ ਵਾਲਾ ਫਿਊਚਰ ਹੈ। ਇਹ ਜਿਸ ਡਾਇਰੈਕਸ਼ਨ ਦੇ ਅੰਦਰ ਹਿੰਦੁਸਤਾਨ ਨੂੰ ਲੈ ਜਾਣਗੇ ਆਪਣੇ ਕੰਧਿਆਂ ਤੇ, ਇਹਨਾਂ ਦੇ ਕੰਧੇ ਸਟਰੋਂਗ ਹੈ, ਇਹ ਸ਼ੋਲਡਰਸ ਇਹਨਾਂ ਦੇ ਸਟਰੋਂਗ ਹੈ। ਆਉਣ ਵਾਲੇ ਟਾਈਮ 'ਚ ਇਹਨਾਂ ਨੇ ਹੋਰ ਤਾਕਤਵਰ ਹੋਣਾ ਹੈ। ਇਸ ਕਰਕੇ ਜਿਸ ਤਰਫ ਇਹ ਲੈ ਕੇ ਜਾਣਗੇ, ਆਫ ਕੋਰਸ ਮਾਰਗਦਰਸ਼ਨ ਸਾਡੇ ਸਭ ਵੱਡਿਆਂ ਦਾ ਹੋਏਗਾ, ਲੇਕਿਨ ਜਿਹੜੀ ਸ਼ਕਤੀ ਹੈ, ਜਿਹੜੀ ਤਾਕਤ ਹੈ, ਜਿਹੜੀ ਹਿੰਮਤ ਹੈ, ਜਿਹੜੀ ਜੋਸ਼ ਹੈ, ਉਹ ਤੁਹਾਡੇ ਬੱਚਿਆਂ ਦਾ ਆਉਣ ਵਾਲੇ ਟਾਈਮ ਵਾਸਤੇ ਹਮੇਸ਼ਾ ਹੋਏਗਾ। ਇਸ ਕਰਕੇ ਆਪਣੇ ਆਪ ਨੂੰ ਤਾਕਤਵਰ ਬਣਾਓ। ਆਪਣੀ ਸਿਹਤ ਅਗਰ ਠੀਕ ਹੋਏਗੀ ਤਾਂ ਆਪਾਂ ਆਪਣਾ ਵੀ ਧਿਆਨ ਰੱਖ ਪਾਵਾਂਗੇ ਤੇ ਆਪਣੇ ਪਰਿਵਾਰ ਦਾ ਵੀ ਧਿਆਨ ਰੱਖ ਪਾਵਾਂਗੇ, ਸਭ ਦਾ ਧਿਆਨ ਰੱਖ ਪਾਵਾਂਗੇ। ਇਸ ਕਰਕੇ ਖਾਸ ਤੌਰ ਤੇ ਇਸ ਪੈਂਡੈਮਿਕ ਦੇ ਅੰਦਰ ਮੇਰੀ ਸਭ ਬੱਚਿਆਂ ਨੂੰ ਗੁਜ਼ਾਰਿਸ਼ ਹੈ, ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੀ ਹੈਲਥ ਨੂੰ ਅੱਛਾ ਬਣਾ ਕੇ ਰੱਖੋ, ਆਪਣੀ ਜਵਾਨੀ ਨੂੰ ਮਾਣੋ, ਖੂਬ ਤਰੱਕੀ ਕਰੋ, ਆਪਣੀ ਸਿਹਤ ਦੇ ਨਾਲ ਉਹਨੂੰ ਵਧਾਉਂਦੇ ਹੋਏ ਬਾਕੀਆਂ ਦਾ ਧਿਆਨ ਰੱਖੋ। ਇਸ ਦੇਸ਼ ਨੂੰ ਤੁਹਾਡੀ ਲੋੜ ਹੈ। ਇਸ ਕਰਕੇ ਇੱਕ ਚੰਗੇ ਨਾਗਰਿਕ ਬਣ ਕੇ ਆਪਾਂ ਇਸ ਦੇਸ਼ ਨੂੰ ਬਹੁਤ ਅੱਗੇ ਤਰੱਕੀ ਕਰਦੇ ਹੋਏ ਲੈ ਜਾਈਏ। ਐਸੀ ਸ਼ੁਭਕਾਮਨਾਵਾਂ ਕਰਦੇ ਹੋਏ ਤੇ ਇਸ ਕਾਲਜ ਨੂੰ, ਕਾਲਜ ਦੇ ਪ੍ਰਬੰਧਨ ਨੂੰ, ਕਾਲਜ ਦੇ ਪ੍ਰਿੰਸੀਪਲ ਸਾਹਿਬ ਗਰਚਾ ਜੀ ਨੂੰ, ਆਪਣੇ ਨਿਰਮਲ ਜੋੜਾ ਜੀ ਨੂੰ ਤੇ ਹਰ ਕਿਸੇ ਨੂੰ ਜਿਹੜਾ ਇਹਦੇ ਨਾਲ ਜੁੜਿਆ ਹੈ, ਉਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ ਤੇ ਵਧਾਈ ਦਿੰਦੇ ਹੋਏ ਮੈਂ ਆਪਣੀ ਗੱਲ ਪੂਰੀ ਕਰਦਾ। God bless you. Thank you very much. ਬਹੁਤ ਬਹੁਤ ਧੰਨਵਾਦ ਸਰ। ਅੱਜ ਦੇ ਗੈਸਟ ਆਫ ਆਨਰ ਸਰਦਾਰ ਲਖਮੀਰ ਸਿੰਘ ਜੀ ਰਾਜਪੂਤ, ਜੋ ਕਿਸੇ ਕਾਰਨ ਕਰਕੇ ਸਾਡੇ ਨਾਲ ਲਾਈਵ ਨਹੀਂ ਹੋ ਸਕੇ, ਪਰ ਉਹਨਾਂ ਨੇ ਸਮਾਂ ਕੱਢ ਕੇ ਸਾਡੇ ਲਈ ਇੱਕ ਵੀਡੀਓ ਭੇਜੀ ਹੈ। ਉਹ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਸੰਖੇਪ ਦੇ ਵਿੱਚ ਮੈਂ ਉਹਨਾਂ ਬਾਰੇ ਤੁਹਾਨੂੰ ਦੱਸ ਦਿਆਂ ਕਿ ਸਰਦਾਰ ਲਖਮੀਰ ਸਿੰਘ ਜੀ ਰਾਜਪੂਤ PCS ਜੁਆਇੰਟ ਡਾਇਰੈਕਟਰ ਸੱਭਿਆਚਾਰ ਵਿਭਾਗ ਪੰਜਾਬ ਸਰਕਾਰ 2017 ਵਿੱਚ ਡਾਇਰੈਕਟਰ ਹਾਇਰ ਐਜੂਕੇਸ਼ਨ ਰਹਿ ਚੁੱਕੇ ਨੇ ਜੀ। ਉਸ ਤੋਂ ਬਾਅਦ ADC ਫਤਿਹਗੜ੍ਹ ਸਾਹਿਬ, ADC ਰੂਪਨਗਰ। ਕਵਿਤਾਵਾਂ ਅਤੇ ਗੀਤ ਲਿਖਣ ਦਾ ਇਹਨਾਂ ਨੂੰ ਬਹੁਤ ਸ਼ੌਕ ਹੈ। ਭਾਵੇਂ ਉਹ ਵਿਗਿਆਨ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਲਿਖ ਚੁੱਕੇ ਨੇ, ਪਰ ਲਿਟਰੇਚਰ ਦੇ ਨਾਲ ਹੀ ਉਹ ਉਹਨਾਂ ਹੀ ਜੁੜੇ ਹੋਏ ਨੇ। ਉਹਨਾਂ ਦੀਆਂ 4 ਸਤਰਾਂ ਮੇਰੇ ਦਿਮਾਗ 'ਚ ਆ ਰਹੀਆਂ ਨੇ। ਕਿਹੜੀ ਗੱਲੋਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਹੋ, ਆਪਣੇ ਦਿਲ ਵਿੱਚ ਜ਼ਹਿਰ ਦੂਜੇ ਲਈ ਭਰਦੇ ਰਹਿੰਦੇ ਹੋ। ਚੰਗਾ ਸੋਚੋ, ਚੰਗਾ ਕਰ ਲੋ, ਚੰਗਾ ਚੰਗਾ ਦਿਲ ਵਿੱਚ ਧਰ ਲੋ। ਚੰਗੀ ਚੀਜ਼ ਦਾ ਮਨ ਤੇ ਕੋਈ ਬੋਝ ਨਾ ਪੈਂਦਾ ਏ। ਜ਼ਿੰਦਗੀ ਦੇ ਇਸ ਸਫ਼ਰ 'ਚ ਬੰਦਾ ਖੁਸ਼ ਹੀ ਰਹਿੰਦਾ ਏ। ਸੋ ਪਹਿਲਾਂ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ, ਉਹਨਾਂ ਨੇ ਸਮਾਂ ਕੱਢ ਕੇ ਉਹਨਾਂ ਨੇ ਸਾਡੇ ਲਈ ਵੀਡੀਓ ਭੇਜੀ ਹੈ। ਪ੍ਰਗਟ ਸਰ ਨੂੰ, ਸਾਡੇ ਕਾਲਜ ਦੇ ਪ੍ਰਿੰਸੀਪਲ ਸਰ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵੀਡੀਓ ਸਾਡੇ ਨਾਲ ਸਾਂਝੀ ਕਰਨ।
ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ 1 ਮਈ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸੰਬੰਧ ਵਿੱਚ ਟੂਰਿਜ਼ਮ ਐਂਡ ਕਲਚਰ ਡਿਪਾਰਟਮੈਂਟ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਲਗਾਤਾਰ ਜਿਹੜੇ ਹੈ ਪ੍ਰੋਗਰਾਮ ਉਲੀਕੇ ਜਾ ਰਹੇ ਆ। ਪਿਛਲੇ ਸਾਲ ਸਾਰਾ ਸਾਲ ਚੱਲਦੇ ਰਹੇ ਪ੍ਰੋਗਰਾਮ ਤੇ ਅਗਲੇ ਸਾਲ ਵੀ ਅਸੀਂ ਇਹ 2-2 ਮਹੀਨਿਆਂ ਦੇ ਕੈਲੰਡਰ ਪਲਾਨ ਕੀਤੇ ਹੋਏ ਆ ਤੇ ਗੁਰੂ ਸਾਹਿਬ ਜੀ ਨਾਲ ਸੰਬੰਧਿਤ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਆ। ਇਸੇ ਲੜੀ ਵਿੱਚ ਅੱਜ ਖਾਲਸਾ ਕਾਲਜ ਆਫ ਐਜੂਕੇਸ਼ਨ ਸੁਧਾਰ ਵੱਲੋਂ ਟੀਚਰ ਤੇ ਸਟੂਡੈਂਟ ਨਾਲ ਰਲ ਕੇ ਡੈਕਲਾਮੇਸ਼ਨ ਜਿਹੜਾ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਾਨੂੰ ਭਰਪੂਰ ਸਹਿਯੋਗ ਮਿਲਿਆ। ਉਹਨਾਂ ਦੇ ਸਹਿਯੋਗ ਨਾਲ ਅੱਗੇ ਜਿਹੜੇ ਉਹਨਾਂ ਦੇ ਐਫੀਲੀਏਟਡ ਕਾਲਜ ਨੇ ਉਹ ਵੱਖ-ਵੱਖ ਪ੍ਰੋਗਰਾਮ ਕਰਾਉਂਦੇ ਨੇ ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ, ਜੋੜਾ ਸਾਹਿਬ ਦਾ, ਉਹਨਾਂ ਦੀ ਟੀਮ ਦਾ, ਜਿੰਨੇ ਵੀ ਐਫੀਲੀਏਟਡ ਕਾਲਜ ਨੇ ਉਹਨਾਂ ਦਾ, ਖਾਸ ਕਰਕੇ ਐਜੂਕੇਸ਼ਨ ਕਾਲਜ ਸੁਧਾਰ ਜੋ ਅੱਜ ਪ੍ਰੋਗਰਾਮ ਕਰਨ ਜਾ ਰਹੇ ਆ, ਇਹਨਾਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਇਹ ਆਪਣੇ ਮਾਧਿਅਮ ਰਾਹੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਬੱਚਿਆਂ ਤੱਕ ਤੇ ਪਬਲਿਕ ਤੱਕ ਪਹੁੰਚਾ ਰਹੇ ਨੇ ਤਾਂ ਜੋ ਅਸੀਂ ਉਹਨਾਂ ਤੋਂ ਸੇਧ ਲੈ ਕੇ ਚੰਗੇ ਪਾਸੇ ਲੱਗ ਸਕੀਏ, ਆਪਣੇ ਦੇਸ਼, ਪੰਜਾਬ ਅਤੇ ਆਪਣੇ ਪਰਿਵਾਰ, ਆਪਣੀ ਕੌਮ ਦਾ ਨੂੰ ਚੜ੍ਹਦੇ ਪਾਸੇ ਵੱਲ ਲੈ ਕੇ ਜਾਈਏ। ਅਤੇ ਹਾਂਜੀ, ਬਹੁਤ-ਬਹੁਤ ਧੰਨਵਾਦ ਪ੍ਰਗਟ ਸਰ, ਤੁਸੀਂ ਸਾਡੇ ਨਾਲ ਵੀਡੀਓ ਸਾਂਝੀ ਕੀਤੀ। ਹੁਣ ਮੈਂ ਮੰਚ ਤੇ ਸੱਦਾ ਦੇਵਾਂਗਾ ਜੀ ਪ੍ਰੋਫੈਸਰ ਅਵਤਾਰ ਸਿੰਘ ਜੀ ਨੂੰ। ਪ੍ਰੋਫੈਸਰ ਸਾਹਿਬ ਰਾਮਗੜੀਆ ਕਾਲਜ ਫਗਵਾੜੇ ਤੋਂ ਹਨ ਜੀ। ਇਹਨਾਂ ਦੀ ਜਿਹੜੀ ਰੁਚੀ ਹੈ ਉਹ ਸਿੱਖ ਹਿਸਟਰੀ ਅਤੇ ਪੰਜਾਬੀ ਸਾਹਿਤ ਨਾਲ, ਸਿੱਖੀ ਨਾਲ ਬਹੁਤ ਜ਼ਿਆਦਾ ਜੁੜੀ ਹੋਈ ਹੈ ਤੇ ਇਹਨਾਂ ਦੀ ਇੱਕ ਕਿਤਾਬ ਸਿੱਖ ਸੈਨਤਾਂ ਬਹੁਤ ਜ਼ਿਆਦਾ ਪਸੰਦ ਕੀਤੀ ਗਈ ਹੈ। ਇਹਨਾਂ ਨੇ ਬਹੁਤ ਸਾਰੇ ਸਥਾਨਕ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ, ਕਾਨਫਰੰਸਾਂ, ਸਿੰਪੋਜ਼ੀਅਮ ਅਤੇ ਸਮੂਹ ਚਰਚਾ ਵਿੱਚ ਭਾਗ ਲਿਆ ਹੈ। ਆਕਾਸ਼ਵਾਣੀ ਰੇਡੀਓ ਅਤੇ ਜਲੰਧਰ ਦੂਰਦਰਸ਼ਨ ਤੇ ਸਿੱਖੀ ਤੇ ਪੰਜਾਬੀ ਸੱਭਿਆਚਾਰ ਉੱਤੇ ਇਹਨਾਂ ਦੀ ਆਮ ਤੌਰ ਤੇ ਵਾਰਤਾਲਾਪ ਹੁੰਦੀ ਰਹਿੰਦੀ ਹੈ। ਸੋ ਬਹੁਤ-ਬਹੁਤ ਧੰਨਵਾਦ ਸਰ। ਹੁਣ ਅਵਤਾਰ ਸਿੰਘ ਜੀ ਸਾਡੇ ਸਾਰਿਆਂ ਨਾਲ ਗੁਰੂ ਤੇਗ ਬਹਾਦਰ ਜੀ ਦੇ ਨਾਲ ਸੰਬੰਧਿਤ ਤੇ ਇਸ ਤੋਂ ਇਲਾਵਾ ਆਪਣੇ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਨਗੇ। ਬਹੁਤ ਹੀ ਮਾਣਯੋਗ, ਸਨਮਾਨਯੋਗ ਸ਼ਖਸੀਅਤਾਂ ਮੈਨੂੰ ਨਜ਼ਰ ਆ ਰਹੀਆਂ। ਬਹੁਤ ਹੀ ਪਿਆਰੇ, ਹਰਮਨ ਪਿਆਰੇ ਨਿਰਮਲ ਜੋੜਾ ਜੀ, ਸੰਜੇ ਕੌਸ਼ਿਕ ਜੀ ਤੇ ਇਸ ਕਾਲਜ ਦੇ ਪ੍ਰਿੰਸੀਪਲ ਡਾਕਟਰ ਪ੍ਰਗਟ ਸਿੰਘ ਜੀ ਤੇ ਇਸ ਮੰਚ ਨੂੰ ਚਲਾ ਰਹੇ ਡਾਕਟਰ ਜਗਜੀਤ ਸਿੰਘ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਮੈਨੂੰ ਇਸ ਮੰਚ ਦੇ ਉੱਤੇ ਬੁਲਾਇਆ ਤੇ ਸੁਣਨ ਲਈ ਸਮਾਂ ਵੀ ਕੱਢਿਆ। ਤੇ ਮੈਂ, ਜਿਵੇਂ ਕੌਸ਼ਿਕ ਜੀ ਨੇ ਵੀ ਕਿਹਾ ਤੇ ਜੋੜਾ ਸਾਹਿਬ ਨੇ ਵੀ ਕਿਹਾ ਕਿ ਜਿਵੇਂ ਵਿਦਵਾਨ ਲੋਕ ਵਿਦਵਾਨਾਂ ਵਿੱਚ ਜਦੋਂ ਬੋਲਦੇ ਆ ਤੇ ਉਹਨਾਂ ਨੇ ਪਾਤਰ ਸਾਹਿਬ ਦਾ ਹਵਾਲਾ ਦਿੱਤਾ ਸੀਗਾ, ਜਿਵੇਂ ਸਮੁੰਦਰ ਵਿੱਚ ਮੀਂਹ ਪੈਂਦਾ ਹੋਵੇ ਜਾਂ ਦਰਿਆ ਵਿੱਚ ਮੀਂਹ ਪੈਂਦਾ ਹੋਵੇ, ਉਹ ਉਸੇ ਤਰ੍ਹਾਂ ਹੁੰਦਾ ਵੀ ਗਿਆਨੀਆਂ ਨੂੰ ਗਿਆਨ ਦੇਣ ਦਾ ਬਹੁਤ ਜ਼ਿਆਦਾ ਫਾਇਦਾ ਨਹੀਂ ਹੁੰਦਾ ਔਰ ਸਮਾਂ ਕਿ ਉਹ ਕਈ ਵਾਰੀ ਨੁਕਸਾਨ ਹੋ ਜਾਂਦਾ, ਵੀ ਇਰੀਟੇਟ ਹੋ ਜਾਂਦੇ ਆ ਵੀ ਇਹ ਕੌਣ ਹੋ ਗਿਆ ਸਾਨੂੰ ਦੱਸਣ ਵਾਲਾ। ਤੇ ਮੈਂ ਸਮਝਦਾ ਕਿ ਜਦੋਂ ਆਪਾਂ ਵਿਦਿਆਰਥੀਆਂ ਨਾਲ ਗੱਲ ਕਰਨੀ ਆ ਤੇ ਵਿਦਿਆਰਥੀ ਲੋੜਵੰਦ ਹੁੰਦੇ ਆ, ਵਿਦਿਆਰਥੀਆਂ ਦੇ ਅੰਦਰ ਜਿਗਿਆਸਾ ਹੁੰਦੀ ਆ, ਕੁਐਸਟ ਹੁੰਦੀ ਆ ਕੁਝ ਜਾਣਨ ਦੀ। ਤੇ ਮੈਂ ਵਿਦਿਆਰਥੀਆਂ ਨਾਲ ਇਹ ਗੱਲਾਂ ਕਰਨੀਆਂ ਚਾਹੂੰਗਾ ਤੇ ਮੈਂ ਕੋਈ ਵਿਦਵਾਨਾਂ ਵਾਲੀ ਭਾਸ਼ਾ ਦਾ ਵੀ ਥੋੜ੍ਹਾ ਗੁਰੇਜ਼ ਕਰੂੰਗਾ ਕਿ ਗੱਲ ਉਹ ਹੋਵੇ ਜਿਹੜੀ ਵਿਦਿਆਰਥੀਆਂ ਨਾਲ, ਵਿਦਿਆਰਥੀਆਂ ਦੇ ਦਿਲ ਨੂੰ ਟੁੰਬ ਜਾਵੇ। ਇੱਕ ਬਾਬਾ ਫਰੀਦ ਜੀ, ਜਿਨ੍ਹਾਂ ਨੂੰ ਅਸੀਂ ਪੰਜਾਬੀ ਸਾਹਿਤ ਦੇ ਪਿਤਾਮਾ ਮੰਨਦੇ ਹਾਂ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਉਹਨਾਂ ਦਾ ਇੱਕ ਕਥਨ ਹੈ, ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਜੀਰਾਂਦ ਹੁੰਦਾ ਸਟੈਮਿਨਾ, ਸਟੈਮਿਨਾ ਇੱਕ ਬੋਡੀ ਦਾ ਹੁੰਦਾ, ਉਹ ਤਾਂ ਅਸੀਂ ਬਣਾ ਲੈਂਦੇ ਹਾਂ, ਦੌੜ ਦੌੜ ਕੇ ਦੌੜਨ ਦਾ ਸਟੈਮਿਨਾ ਬਣ ਜਾਂਦਾ ਤੇ ਭਾਰ ਚੱਕ ਚੱਕ ਕੇ ਭਾਰ ਚੱਕਣ ਦਾ ਸਟੈਮਿਨਾ ਬਣ ਜਾਂਦਾ।
ਲੇਕਿਨ ਜਿਹੜਾ ਆਪਣੀ ਆਤਮਾ ਦਾ ਜਾਂ ਆਪਣੀ ਰੂਹ ਦਾ ਸਟੈਮਿਨਾ ਬਣਾਉਣਾ, ਆਪਣੇ ਸਬਰ ਦਾ ਸਟੈਮਿਨਾ ਬਣਾਉਣਾ, ਕਿ ਜਿਸ ਵੇਲੇ ਸਾਡੇ ਸਮਾਗਮਾਂ ਵਿੱਚ ਸ਼ੁਰੂ ਹੁੰਦਾ ਵੀ ਹੁਣ ਰੋਟੀ ਖਾ ਲਓ, ਉਸ ਵੇਲੇ ਪਤਾ ਲੱਗਦਾ ਵੀ ਸਾਡਾ ਉਹ ਸਟੈਮਿਨਾ ਕਿੰਨਾ ਕੁ, ਕਿਸ ਤਰ੍ਹਾਂ ਉੱਤੇ ਰਸ਼ ਪੈਂਦਾ, ਕਿਸ ਤਰ੍ਹਾਂ ਉੱਤੇ ਕੂਣੀਆਂ ਮਾਰ ਮਾਰ ਕੇ ਇੱਕ ਦੂਜੇ ਤੋਂ ਅੱਗੇ ਹੋ ਕੇ ਅਸੀਂ ਲੰਗਰ ਛਕਣ ਦੀ ਕੋਸ਼ਿਸ਼ ਕਰਦੇ ਹਾਂ। ਕਿਸੇ ਵੀ ਥਾਂ ਦੇ ਉੱਤੇ, ਚਾਹੇ ਕੋਈ ਟਿਕਟ ਲੈਣੀ ਹੋਵੇ, ਚਾਹੇ ਬੱਸ ਚੜ੍ਹਨਾ ਹੋਵੇ, ਟ੍ਰੇਨ ਚੜ੍ਹਨਾ ਹੋਵੇ, ਕਿ ਉਸ ਵੇਲੇ ਸਾਡਾ ਜਿਹੜਾ ਰੂਹ ਦਾ ਸਟੈਮਿਨਾ ਉਹ ਨਹੀਂ ਹੁੰਦਾ। ਪਰ ਬਾਬਾ ਫਰੀਦ ਜੀ ਕਹਿੰਦੇ ਆ ਵੀ ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀਰਾਨ, ਕਿ ਜਿਸ ਤਰ੍ਹਾਂ ਇੱਕ ਰੁੱਖ ਧੁੱਪ ਦੇ ਵਿੱਚ, ਮੀਂਹ ਦੇ ਵਿੱਚ, ਠੰਡ ਦੇ ਵਿੱਚ, ਗਰਮੀ ਦੇ ਵਿੱਚ, ਹਰ ਤਰ੍ਹਾਂ ਦੇ ਮੌਸਮ ਵਿੱਚ ਅਡੋਲ ਖੜੇ ਰਹਿੰਦੇ ਆ। ਉਹਨਾਂ ਦੇ ਥੱਲੇ ਕੋਈ ਆ ਰਿਹਾ, ਕੋਈ ਨਹੀਂ ਆ ਰਿਹਾ, ਕੋਈ ਕਿੰਨੀ ਦੇਰ ਬਹਿੰਦਾ, ਕੋਈ ਨਹੀਂ ਬਹਿੰਦਾ। ਉਹਨਾਂ ਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਰਹਿੰਦੀ ਕਿ ਉਹਨਾਂ ਦੇ ਹੇਠ ਉਹਦੇ ਛਾਂ ਕੌਣ ਮਾਣ ਰਿਹਾ। ਰੁੱਖ ਇਸ ਗੱਲ ਦੀ ਕਦੇ ਪਰਵਾਹ ਨਹੀਂ ਕਰਦੇ। ਇਸ ਤਰ੍ਹਾਂ ਜਿਹੜੇ ਅਸਲ ਦਰਵੇਸ਼, ਗੁਰੂ, ਪੀਰ, ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ, ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ, ਜਿਨ੍ਹਾਂ ਨੂੰ ਅਸੀਂ ਯਾਦ ਕਰਦੇ ਹਾਂ, ਜਿਨ੍ਹਾਂ ਦੇ ਅਸੀਂ ਦਿਨ ਮਨਾਉਂਦੇ ਹਾਂ, ਜਦੋਂ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਕਿ ਸਿੱਖਾਂ ਦੇ ਗੁਰੂ ਜਾਂ ਈਸਾਈਆਂ ਦੇ ਗੁਰੂ ਜਾਂ ਹਿੰਦੂਆਂ ਦੇ ਅਵਤਾਰ ਜਾਂ ਮੁਸਲਮਾਨਾਂ ਦੇ ਪੈਗੰਬਰ, ਇਹ ਅਸੀਂ ਉਸੇ ਤਰ੍ਹਾਂ ਦੀ ਗਲਤੀ ਕਰ ਰਹੇ ਹੁੰਦੇ ਜਿਵੇਂ ਅਸੀਂ ਰੁੱਖ ਨੂੰ ਕਹਿ ਦਈਏ ਵੀ ਇਹ ਫਲਾਣੇ ਦਾ ਰੁੱਖ ਆ। ਉਹ ਠੀਕ ਹੈ, ਰੁੱਖ ਕਿਸੇ ਨੇ ਲਾਇਆ ਹੋ ਸਕਦਾ, ਪਰ ਰੁੱਖ ਲਈ ਸਾਰੀ ਖਲਕਤ, ਸਾਰੀ ਦੁਨੀਆ ਇੱਕੋ ਜਿਹੀ ਹੁੰਦੀ ਆ। ਤੇ ਗੁਰੂਆਂ ਨੇ ਜਿਹੜੇ ਸੰਦੇਸ਼ ਦਿੱਤੇ ਆ, ਸਿੱਖਿਆਵਾਂ ਦਿੱਤੀਆਂ, ਜਾਂ ਜਿਹੜੇ ਉਹਨਾਂ ਨੇ ਕਾਰਨਾਮੇ ਕੀਤੇ ਆ, ਉਹ ਸਾਰੀ ਖਲਕਤ ਲਈ ਆ। ਕਿਸੇ ਇੱਕ ਥਾਂ ਦੇ ਜਾਂ ਇੱਕ ਬੋਲੀ ਦੇ ਜਾਂ ਇੱਕ ਤਰ੍ਹਾਂ ਦੇ ਲੋਕਾਂ ਲਈ ਨਹੀਂ ਹੈ। ਇਸ ਸਾਲ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਮੇਰਾ ਖਿਆਲ ਹੈ ਵੀ ਬਹੁਤ ਜ਼ਿਆਦਾ ਸੈਮੀਨਾਰ ਹੋ ਰਹੇ ਆ, ਉਹਨਾਂ ਵਿੱਚ ਬਹੁਤ ਸਾਰੀਆਂ ਫਾਰਮੈਲਿਟੀਜ਼ ਹੋ ਰਹੀਆਂ, ਲੇਕਿਨ ਕਿਤੇ ਕਿਤੇ ਮੈਂ ਦੇਖਿਆ, ਮੈਨੂੰ ਵੀ ਬੜੇ ਸੈਮੀਨਾਰਾਂ ਜਾਣ ਦਾ ਮੌਕਾ ਮਿਲਿਆ, ਲੇਕਿਨ ਮੈਂ ਦੇਖਿਆ ਬਹੁਤ ਘੱਟ ਥਾਵਾਂ ਐਸੀਆਂ ਜਿੱਥੇ ਲੋਕ ਰੂਹ ਤੋਂ ਬੋਲਦੇ ਆ, ਆਪਣੇ ਦਿਲ ਦੀ ਗੱਲ ਕਰਦੇ ਆ ਤੇ ਮਨ ਦੀ ਮੌਜ ਵਿੱਚ ਬੋਲਦੇ ਆ, ਉਹ ਕਿਸੇ ਫਾਰਮੈਲਿਟੀ 'ਚ ਨਹੀਂ ਬੋਲਦੇ। ਅੱਜ ਦਾ ਇਹ ਸਮਾਗਮ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਜੋੜਾ ਸਾਹਿਬ ਨੇ ਵੀ ਤੇ ਕੌਸ਼ਿਕ ਸਾਹਿਬ ਨੇ ਵੀ, ਕਿ ਉਹਨਾਂ ਨੇ ਆਪਣੇ ਸੱਚੀਆਂ ਗੱਲਾਂ ਕੀਤੀਆਂ, ਸਾਡੇ ਹਾਣ ਦੀਆਂ ਗੱਲਾਂ ਕੀਤੀਆਂ, ਤੇ ਇਹੋ ਜਿਹਾ ਵਾਤਾਵਰਣ ਬਹੁਤ ਘੱਟ ਮਿਲਦਾ। ਇੱਕ ਗੱਲ ਮੈਂ ਹੋਰ ਕਹਿ ਦੇਵਾਂ ਕਿ ਗੁਰੂ ਅੱਜ ਹਰ ਇੱਕ ਸਾਨੂੰ ਜਦੋਂ ਵੀ ਕੋਈ ਸਿੱਖਿਆ ਮਿਲਦੀ ਹੈ, ਖਾਸ ਤੌਰ 'ਤੇ ਮੈਂ ਵਿਦਿਆਰਥੀਆਂ ਨੂੰ ਕਹਿ ਰਿਹਾ, ਹਰ ਕੋਈ ਸਾਨੂੰ ਅੱਗੇ ਵਧਣ ਲਈ ਕਹਿੰਦਾ। ਔਰ ਜਿੱਥੇ ਵੀ ਅਸੀਂ ਹਮੇਸ਼ਾ ਹੀ ਜਿਸ ਵੀ ਥਾਂ ਦੇ ਉੱਤੇ ਹੁੰਦੇ ਹਾਂ, ਉਸ ਵੇਲੇ ਅਕਸਰ ਦੇਖਿਆ ਗਿਆ ਕਿ ਕੁਝ ਲੋਕ ਸਾਡੇ ਤੋਂ ਅੱਗੇ ਹੁੰਦੇ ਆ ਤੇ ਕੁਝ ਲੋਕ ਸਾਡੇ ਤੋਂ ਪਿੱਛੇ ਹੁੰਦੇ ਆ। ਔਰ ਜੇ ਅਸੀਂ ਸਿਰਫ ਆਪਣੇ ਅੱਗੇ ਵਾਲੇ ਨੂੰ ਦੇਖੀਏ ਤੇ ਅਸੀਂ ਭੱਜ ਕੇ ਹੱਫ ਕੇ, ਮੇਰਾ ਖਿਆਲ ਅਸੀਂ ਮਰ ਵੀ ਸਕਦੇ ਹਾਂ, ਕਿਉਂਕਿ ਇੱਦਾਂ ਕਦੇ ਨਹੀਂ ਹੋਣਾ ਕਿ ਸਾਡੇ ਤੋਂ ਅੱਗੇ ਕੋਈ ਨਾ ਹੋਵੇ। ਠੀਕ ਹੈ ਵੀ ਸਾਨੂੰ ਆਪਣੇ ਅੱਗੇ ਦੇਖਣਾ ਚਾਹੀਦਾ ਕਿ ਉਹਨਾਂ ਤੋਂ ਸਾਨੂੰ ਇੰਸਪੀਰੇਸ਼ਨ ਲੈਣੀ ਚਾਹੀਦੀ ਆ, ਸਾਨੂੰ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਲੇਕਿਨ ਕਦੇ ਕਦੇ ਸਾਨੂੰ ਪਿੱਛੇ ਮੁੜ ਕੇ ਵੀ ਦੇਖ ਲੈਣਾ ਚਾਹੀਦਾ ਕਿ ਬੜੀ ਦੁਨੀਆ ਸਾਡੇ ਤੋਂ ਪਿੱਛੇ ਵੀ ਆ। ਔਰ ਕਦੇ ਕਦੇ ਸਾਨੂੰ ਰੁਕ ਕੇ ਆਪਣੇ ਪਿੱਛੇ ਆ ਰਹੇ ਨੂੰ ਆਪਣੇ ਨਾਲ ਰਲਾ ਲੈਣਾ ਚਾਹੀਦਾ, ਔਰ ਕਿਸੇ ਪਿੱਛੇ ਆਉਣ ਵਾਲੇ ਦੀ ਕਦੇ ਮਦਦ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਇਕੱਠੇ ਹੋ ਕੇ ਚੱਲ ਸਕੀਏ। ਇਕੱਲੇ ਵਧਣਾ, ਦੂਜੇ ਨੂੰ ਪਛਾੜ ਦੇਣਾ, ਇੱਕ ਰਸਤਾ ਇਹ ਜ਼ਿੰਦਗੀ ਦਾ, ਲੇਕਿਨ ਇੱਕ ਰਸਤਾ ਇਹ ਜ਼ਿੰਦਗੀ ਦਾ ਇਕੱਠੇ ਹੋ ਕੇ ਚੱਲਣਾ। ਸੰਗ ਚਲਤ ਹੈ ਹਮ ਵੀ ਚੱਲਣਾ। ਤੇ ਇਹਦੇ ਵਿੱਚ ਜਿਹੜਾ ਮਜ਼ਾ ਆ, ਮੇਰਾ ਖਿਆਲ ਹੋਰ ਕਿਸੇ ਤਰੀਕੇ ਵਿੱਚ ਮਜ਼ਾ ਨਹੀਂ ਹੈ। ਤੇ ਜਿਹੜਾ ਸਾਨੂੰ ਗੁਰੂ ਸਾਹਿਬ ਨੇ ਸੰਦੇਸ਼ ਦਿੱਤਾ ਹੈ, ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦਾ ਸੰਦੇਸ਼ ਹੈ, ਉਹ ਸੰਗਤ ਰੂਪ ਵਿੱਚ ਅੱਗੇ ਵਧਣ ਦਾ ਸੰਦੇਸ਼ ਹੈ। ਔਰ ਜਦੋਂ ਮੈਂ ਗੁਰੂ ਤੇਗ ਬਹਾਦਰ ਸਾਹਿਬ ਦੀ, ਆਪਾਂ ਉਹਨਾਂ ਦੀ ਗੱਲ ਕਰੀਏ
ਤੇ ਮੈਂ ਉਹਨਾਂ ਦੇ ਬੜਾ ਵਿਸ਼ਾਲ ਤੇ ਬੜਾ ਘਟਨਾਵਾਂ ਭਰਪੂਰ ਜੀਵਨ ਹੈ ਗੁਰੂ ਸਾਹਿਬ ਦਾ। ਤੇ ਮੈਂ ਉਹਨਾਂ ਵਿੱਚੋਂ ਐਵੇਂ 2-4 ਗੱਲਾਂ ਤੁਹਾਡੇ ਨਾਲ ਕਰੂੰਗਾ, ਕਿਉਂਕਿ 20 ਕੁ ਮਿੰਟ ਦਾ ਸਮਾਂ ਸੀਗਾ। ਤੇ ਉਹ ਇਸ ਤਰ੍ਹਾਂ ਕਿ ਉਹਨਾਂ ਦੀ ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਦਾ ਜਿਹੜਾ ਆਖਰੀ ਪਲ ਹੈ, ਉਹਨਾਂ ਦੀ ਸ਼ਹਾਦਤ ਦਾ ਪਲ, ਉਹ ਬਹੁਤ ਜ਼ਿਆਦਾ ਹਾਈਲਾਈਟ ਹੋਇਆ, ਕਿਉਂਕਿ 1975 ਦੇ ਵਿੱਚ ਅਸੀਂ ਉਹਨਾਂ ਦਾ ਸ਼ਹੀਦੀ ਸ਼ਤਾਬਦੀ ਮਨਾਈ ਸੀ। ਤੇ ਉਸ ਵੇਲੇ ਦੇਸ਼ਾਂ ਵਿਦੇਸ਼ਾਂ ਵਿੱਚ ਬੜੇ ਸੈਮੀਨਾਰ ਹੋਏ, ਕਿਤਾਬਾਂ ਲਿਖੀਆਂ ਗਈਆਂ, ਉਹਨਾਂ ਦੇ ਸ਼ਬਦ ਗਾਏ ਗਏ। ਉਸ ਵੇਲੇ ਬਹੁਤਾ ਜ਼ਿਕਰ ਉਹਨਾਂ ਦੀ ਸ਼ਹਾਦਤ ਦਾ ਹੋਇਆ, ਕਿਉਂਕਿ ਸ਼ਹੀਦੀ ਦਾ ਹੀ ਉਹ ਸਮਾਗਮ ਸੀ। ਲੇਕਿਨ ਇਹ ਜਿਹੜੀ ਸ਼ਤਾਬਦੀ ਆ, ਇਹ ਜਨਮ ਸ਼ਤਾਬਦੀ ਆ। ਉਹ ਠੀਕ ਹੈ ਵੀ ਸਾਨੂੰ ਅੱਜ ਵੀ ਉਹਨਾਂ ਦੀ ਸ਼ਹਾਦਤ ਯਾਦ ਕਰਨੀ ਚਾਹੀਦੀ ਆ, ਲੇਕਿਨ ਮੈਂ ਸਮਝਦਾ ਕਿ ਉਹਨਾਂ ਦੇ ਜਨਮ ਸ਼ਤਾਬਦੀ ਵੇਲੇ ਉਹਨਾਂ ਦੇ ਜਨਮ ਦੀਆਂ, ਉਹਨਾਂ ਦੇ ਬਚਪਨ ਦੀਆਂ ਗੱਲਾਂ ਵੀ ਸਾਨੂੰ ਯਾਦ ਕਰਨੀ ਚਾਹੀਦੀਆਂ। ਔਰ ਇੱਕ ਅਸੀਂ ਆਮ ਲੋਕਾਂ ਦੀ ਜ਼ਿੰਦਗੀ 'ਚ ਦੇਖਦੇ ਹਾਂ ਕਿ ਲੋਕਾਂ ਦੀ ਜ਼ਿੰਦਗੀ 'ਚ ਤਬਦੀਲੀ ਵਾਪਰ ਜਾਂਦੀ ਹੈ। ਕਈ ਲੋਕ ਆਪਣੇ ਬਚਪਨ 'ਚ ਹੋਰ ਤਰ੍ਹਾਂ ਦੇ ਹੁੰਦੇ ਆ, ਆਪਣੇ ਜ਼ਿੰਦਗੀ ਦੇ ਦੂਜੇ ਹਿੱਸੇ 'ਚ ਉਹਨਾਂ ਦੇ ਸੁਭਾਅ ਬਦਲ ਜਾਂਦੇ ਆ, ਪ੍ਰਕਿਰਤੀ ਬਦਲ ਜਾਂਦੀ ਹੈ। ਲੇਕਿਨ ਗੁਰੂ ਤੇਗ ਬਹਾਦਰ ਜੀ, ਉਹਨਾਂ ਦੇ ਬਚਪਨ ਦੀਆਂ ਗੱਲਾਂ ਤੇ ਉਹਨਾਂ ਦੇ ਅਖੀਰ ਦੀਆਂ ਗੱਲਾਂ, ਉਹਨਾਂ ਦੇ ਆਖਰੀ ਉਮਰ ਦੀਆਂ ਗੱਲਾਂ, ਪ੍ਰੌੜ ਉਮਰ ਦੀਆਂ ਗੱਲਾਂ, ਉਹ ਇੱਕੋ ਜਿਹੀਆਂ। ਉਹਨਾਂ ਵਿੱਚ ਇੱਕੋ ਹੀ ਸਾਂਝ ਹੈ। ਉਹ ਸਾਂਝ ਹੈ ਕਿ ਦੂਸਰੇ ਲਈ ਜੀਣਾ, ਦੂਸਰਿਆਂ ਲਈ ਕੁਝ ਕਰਨਾ। ਮੈਂ ਉਹਨਾਂ ਦੇ ਬਚਪਨ ਤੋਂ ਗੱਲ ਸ਼ੁਰੂ ਕਰਦਾ, ਉਹਨਾਂ ਦੇ ਜਨਮ ਤੋਂ। ਜਿਸ ਵੇਲੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ, ਤੇ ਜਿਵੇਂ ਅਸੀਂ ਅਕਸਰ ਆਪਣੇ ਘਰਾਂ ਵਿੱਚ ਆਪਣੇ ਛੋਟੇ ਭੈਣ ਭਾਈ ਜਾਂ ਆਪਣੇ ਭਤੀਜੇ ਭਤੀਜੀਆਂ, ਭਾਣਜੇ ਭਾਣਜੀਆਂ, ਬੱਚਿਆਂ ਦੇ ਛੋਟੇ ਜਨਮ ਦੇਖੇ ਆ। ਛੋਟੇ ਛੋਟੇ ਬੱਚੇ ਅਸੀਂ ਦੇਖੇ ਆ, 2-2 ਮਹੀਨੇ ਦੇ 15 ਦਿਨਾਂ ਦੇ। ਤੇ ਉਹ ਬੱਚਿਆਂ ਨੂੰ ਅਕਸਰ ਰੋਂਦੇ ਦੇਖਿਆ ਜਾਂਦਾ, ਵੀ ਜਦੋਂ ਤੁਸੀਂ ਉਹਨਾਂ ਨੂੰ ਅਟੈਂਡ ਨਹੀਂ ਕਰਦੇ, ਉਹਨਾਂ ਨੂੰ ਨਹੀਂ ਚੁੱਕਦੇ, ਉਹ ਰੋਂਦੇ ਹੁੰਦੇ ਆ, ਔਰ ਬਹੁਤ ਜ਼ਿਆਦਾ ਰੋਂਦੇ ਆ। ਔਰ ਕਈ ਬੱਚੇ ਤਾਂ ਇਹੋ ਹੁੰਦੇ ਆ ਜਿਹੜੇ ਉਹਨਾਂ ਨੂੰ ਤੁਸੀਂ ਚੱਕ ਵੀ ਲਓ, ਉਹਨਾਂ ਨੂੰ ਤੁਸੀਂ ਕੁਝ ਖਾਣ ਨੂੰ ਵੀ ਦਿਓ, ਤੇ ਉਹ ਤਾਂ ਵੀ ਰੋਂਦੇ ਰਹਿੰਦੇ ਆ। ਛੋਟੇ ਬੱਚਿਆਂ ਨੂੰ ਪਾਲਣਾ ਬਹੁਤ ਔਖਾ ਹੁੰਦਾ, ਮਾਵਾਂ ਦੱਸ ਸਕਦੀਆਂ ਕਿ ਉਹ ਰੋਂਦੇ ਰਹਿੰਦੇ ਬੱਚੇ। ਲੇਕਿਨ ਜਦੋਂ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਇਆ, ਤੇ ਉਹ ਬਿਲਕੁਲ ਰੋਂਦੇ ਨਹੀਂ ਸੀਗੇ, ਅਡੋਲ ਸ਼ਾਂਤ ਪਏ ਰਹਿੰਦੇ ਸੀਗੇ। ਔਰ ਤੁਹਾਨੂੰ ਪਤਾ ਵੀ ਇਸ ਤਰ੍ਹਾਂ ਦੇ ਬੱਚੇ ਨੂੰ ਅਬਨੋਰਮਲ ਸਮਝਿਆ ਜਾਂਦਾ। ਤੇ ਉਹਨਾਂ ਦੇ ਮਾਤਾ ਜੀ ਨੇ, ਉਹਨਾਂ ਨੂੰ ਚਿੰਤਾ ਹੋਈ ਕਿ ਬੱਚਾ ਰੋਂਦਾ ਨਹੀਂ ਹੈ, ਔਰ ਬਿਲਕੁਲ ਵੀ ਲੱਤਾਂ ਪੈਰ ਨਹੀਂ ਮਾਰਦਾ, ਵੀ ਕਿਤੇ ਕੋਈ ਇਹਦੇ ਵਿੱਚ ਖਰਾਬੀ ਨਾ ਹੋਵੇ ਸਿਹਤ ਵਿੱਚ। ਤੇ ਜਿਸ ਵੇਲੇ ਉਹਨਾਂ ਦੇ ਪਿਤਾ ਜੀ ਗੁਰੂ ਹਰਗੋਬਿੰਦ ਪਾਤਸ਼ਾਹ, ਜਿਨ੍ਹਾਂ ਦੇ ਨਾਂ ਤੇ ਤੁਹਾਡਾ ਕਾਲਜ ਬਣਿਆ ਹੋਇਆ, ਉਹ ਆਪਣੇ ਬੱਚੇ ਨੂੰ ਦੇਖਣ ਆਏ, ਤੇ ਉਹ ਬਿਲਕੁਲ ਅਡੋਲ ਸ਼ਾਂਤ ਚਿੱਤ ਪਿਆ ਦੇਖ ਕੇ ਉਹ ਮੁਸਕਰਾ ਪਏ। ਔਰ ਉਹਨਾਂ ਦੀ ਮੁਸਕਰਾਹਟ ਦੇਖ ਕੇ ਉਹਨਾਂ ਦੀ ਪਤਨੀ 9ਵੇਂ ਪਾਤਸ਼ਾਹ ਦੀ ਮਾਤਾ ਜੀ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਬੱਚੇ ਦੀ ਸਿਹਤ ਵਿੱਚ ਕੋਈ ਖਰਾਬੀ ਆ, ਵੀ ਬਿਲਕੁਲ ਇੱਦਾਂ ਥੋੜ੍ਹੀ ਬੱਚੇ ਵੀ ਪਏ ਹੁੰਦੇ ਆ ਚੁੱਪ ਕਰਕੇ, ਲੱਤਾਂ ਪੈਰ ਨਹੀਂ ਮਾਰ ਰਹੇ ਹੁੰਦੇ। ਤੇ ਤੁਸੀਂ ਦੇਖੋ ਜਾਂ ਕਿਸੇ ਨੂੰ ਦਿਖਾਓ ਵੀ ਕੋਈ ਇਹਨਾਂ ਦੇ ਖਰਾਬੀ ਨਾ ਹੋਵੇ ਜਾਂ ਕੋਈ ਮਰਜ਼ ਨਾ ਹੋਵੇ। ਔਰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੁਸਕਰਾ ਕੇ ਕਿਹਾ ਕਿ ਤੂੰ ਫਿਕਰ ਨਾ ਕਰ, ਇਹ ਮੇਰਾ ਤਿਆਗ ਮਾਲਿਆ, ਇਹ ਵੱਡਾ ਹੋ ਕੇ ਕੋਈ ਵੱਡਾ ਕਾਰਨਾਮਾ ਕਰੂਗਾ। ਔਰ ਉਹਨਾਂ ਦੇ ਕਹਿਣ ਦੀ ਦੇਰ ਸੀ ਕਿ ਉਹ ਬੱਚੇ ਦਾ ਨਾਮ ਵੀ ਉਸੇ ਵੇਲੇ ਪੈ ਗਿਆ, ਤਿਆਗ ਮੱਲ। ਔਰ ਜਦੋਂ ਉਹ ਥੋੜ੍ਹੇ ਜਿਹੇ ਵੱਡੇ ਹੋਏ, ਇਹ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸ ਰਿਹਾ, ਇਹ ਸਾਡੇ ਸਿੱਖ ਇਤਿਹਾਸ ਦੇ ਗ੍ਰੰਥ ਜਿਹੜੇ ਲਿਖੇ ਹੋਏ ਆ, ਤਵਾਰੀਖ ਗੁਰੂ ਖਾਲਸਾ ਤੇ ਪ੍ਰਾਚੀਨ ਤਵਾਰੀਖ ਗੁਰੂ ਖਾਲਸਾ ਤੇ ਪੰਥ ਪ੍ਰਕਾਸ਼ ਤੇ ਸੂਰਜ ਪ੍ਰਕਾਸ਼, ਭਾਈ ਸੰਤੋਖ ਸਿੰਘ ਜੀ ਦਾ ਲਿਖਿਆ ਹੋਇਆ। ਉਹਨਾਂ ਗ੍ਰੰਥਾਂ ਦੇ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਬਿਰਤਾਂਤ ਬੜੇ ਹੀ ਡਿਟੇਲ ਵਿੱਚ ਲਿਖੇ ਹੋਏ ਆ, ਨਿੱਕੀ ਨਿੱਕੀ ਗੱਲਾਂ ਲਿਖੀਆਂ ਹੋਈਆਂ। ਤੇ ਉਹਨਾਂ ਵਿੱਚ ਜੋ ਉਹਨਾਂ ਦੇ ਜੀਵਨ ਬਾਰੇ ਲਿਖਿਆ ਹੋਇਆ ਮੈਂ ਤੁਹਾਨੂੰ ਦੱਸ ਰਿਹਾ ਕਿ ਜਦੋਂ ਗੁਰੂ ਸਾਹਿਬ ਰੁੜਨ ਲੱਗ ਪਏ, ਤੇ ਉਸ ਵੇਲੇ ਇੱਕ ਬੜੀ ਪਿਆਰੀ ਗੱਲ ਉਹਨਾਂ ਦੀ ਕਿ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ, ਉਹਨਾਂ ਦੇ ਪਿਤਾ ਜੀ, ਉਹਨਾਂ ਦੇ ਸਾਹਮਣੇ ਆਉਂਦੇ ਸੀਗੇ, ਉਹ ਰੁੜ ਕੇ ਜਾ ਕੇ ਉਹਨਾਂ ਦੀ ਗੋਦ ਵਿੱਚ ਬਹਿ ਜਾਂਦੇ ਸੀਗੇ
ਤੇ ਜਦੋਂ ਬਹਿਣ ਲੱਗ ਪਏ ਸੀਗੇ ਜਾਂ ਬਹਿੰਦੇ ਸੀਗੇ ਤੇ ਉਹਨਾਂ ਨੇ ਲਿਖਿਆ ਵੀ ਜਿਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਬੈਠ ਕੇ ਭਜਨ ਬੰਦਗੀ ਕਰਦੇ ਹੁੰਦੇ ਸੀਗੇ ਤੇ ਉਹਨਾਂ ਦੇ ਸਾਹਮਣੇ ਬਿਲਕੁਲ ਉਸੇ ਤਰ੍ਹਾਂ ਹੀ ਬੰਦਗੀ ਦੀ ਮੁਦਰਾ ਵਿੱਚ ਉਹ ਬੈਠ ਜਾਂਦੇ ਸੀਗੇ ਔਰ ਉਹਨਾਂ ਨੂੰ ਪਰੇਸ਼ਾਨ ਨਹੀਂ ਸੀ ਕਰਦੇ। ਇਹੋ ਜਿਹਾ ਸੁਭਾਅ ਸੀ ਉਹਨਾਂ ਦਾ ਬਚਪਨ ਵਿੱਚ ਤੇ ਉਹਨਾਂ ਗ੍ਰੰਥਾਂ ਵਿੱਚ ਹੋਰ ਬੜੀਆਂ ਹੀ ਗੱਲਾਂ ਲਿਖੀਆਂ ਹੋਈਆਂ, ਬੜੀਆਂ ਵਿਚਿੱਤਰ ਤੇ ਬੜੀਆਂ ਹੈਰਾਨਕੁਨ, ਕਿ ਉਹਨਾਂ ਨੂੰ ਜਿਵੇਂ ਬੱਚੇ ਨੂੰ ਮਾਵਾਂ ਤਿਆਰ ਕਰਦੀਆਂ, ਨਲਾਉਂਦੀਆਂ, ਤਿਆਰ ਕਰਦੀਆਂ, ਸਿਰ ਬਾਹ ਦਿੰਦੀਆਂ, ਨਵੇਂ ਵਸਤਰ ਪਾ ਦਿੰਦੀਆਂ ਤੇ ਫਿਰ ਉਹਨੂੰ ਭੇਜ ਦਿੱਤਾ ਜਾਂਦਾ ਵੀ ਜਾ ਤੂੰ ਹੁਣ ਬੱਚਿਆਂ 'ਚ ਖੇਡ, ਮੈਂ ਕੰਮ ਕਰ ਲਵਾਂ। ਮਾਵਾਂ ਆਪਣੇ ਘਰ ਦੇ ਕੰਮ ਕਰਨ ਲੱਗ ਪੈਂਦੀਆਂ ਔਰ ਜਿਸ ਵੇਲੇ ਉਹਨਾਂ ਨੂੰ ਘਰ ਦੇ ਮਾਤਾ ਜੀ ਤਿਆਰ ਕਰਕੇ ਇੱਦਾਂ ਬੱਚਿਆਂ 'ਚ ਖੇਡਣ ਭੇਜਦੇ ਸੀਗੇ ਤੇ ਥੋੜ੍ਹੀ ਦੇਰ ਬਾਅਦ ਉਹ ਦੇਖਦੇ ਸੀਗੇ ਉਹ ਆਪਣੇ ਨੰਗ ਮਨੰਗ ਆਪਣੇ ਵਸਤਰ ਉਤਾਰੇ ਹੋਏ ਘਰੇ ਵਾਪਸ ਆ ਜਾਂਦੇ ਸੀਗੇ ਔਰ ਮਾਤਾ ਜੀ ਪੁੱਛਦੇ ਸੀਗੇ ਵੀ ਤੁਹਾਡੇ ਕਿੱਥੇ ਗਏ ਵਸਤਰ, ਕਿੱਥੇ ਗਏ? ਉਹ ਕਹਿੰਦੇ ਮੈਂ ਕੋਈ ਗਰੀਬ ਬੱਚਾ ਦੇਖਿਆ ਵੀ ਉਹ ਨੰਗਾ ਸੀਗਾ, ਉਹਦੇ ਕੋਲ ਕੱਪੜੇ ਨਹੀਂ ਸੀਗੇ ਤੇ ਉਹ ਅਕਸਰ ਇਹ ਕਹਿੰਦੇ ਸੀਗੇ ਵੀ ਮੈਨੂੰ ਤਾਂ ਤੁਸੀਂ ਹੋਰ ਲੈ ਦੇਣੇ ਆ, ਉਹਨੂੰ ਕਿਸੇ ਨੇ ਸੀ ਲੈ ਕੇ ਦੇਣੇ ਤੇ ਉਹ ਆਪਣੇ ਕੱਪੜੇ ਇਸ ਤਰ੍ਹਾਂ ਲਾ ਕੇ ਦੇ ਆਉਂਦੇ ਸੀਗੇ। ਇੱਕ ਇਹ ਉਹਨਾਂ ਦੀ ਬਿਰਤੀ ਤੇ ਇੱਕ ਉਹਨਾਂ ਦੀ ਬਿਰਤੀ ਇਹ ਸੀ ਕਿ ਉਹ ਅਕਸਰ ਉਦਾਸ ਰਹਿੰਦੇ ਸੀਗੇ। ਉਹ ਕਹਿੰਦੇ ਹੱਸਦੇ ਨਹੀਂ ਸੀਗੇ, ਉਦਾਸ ਰਹਿੰਦੇ ਸੀਗੇ। ਇੱਥੋਂ ਤੱਕ ਕਿ ਉਹ ਅਕਸਰ ਕਹਿੰਦੇ ਉਹਨਾਂ ਦੇ ਨੈਣ, ਉਹਨਾਂ ਦੇ ਨੇਤਰ ਨਮ ਰਹਿੰਦੇ ਸੀਗੇ, ਅੱਖਾਂ ਗਿੱਲੀਆਂ ਰਹਿੰਦੀਆਂ ਸੀਗੀਆਂ ਤੇ ਉਹ ਪਤਾ ਨਹੀਂ ਉਹਨਾਂ ਨੂੰ ਕਿਹੜਾ ਵਿਯੋਗ ਸੀਗਾ ਵੀ ਉਹਦੇ ਵਿੱਚ ਹਮੇਸ਼ਾ ਹੀ ਉਹ ਰੋਣ ਵਾਲੀ ਅਵਸਥਾ ਵਿੱਚ ਰਹਿੰਦੇ ਸੀਗੇ। ਇੱਥੋਂ ਤੱਕ ਕਿ ਉਹ ਬੜੇ ਹੀ ਇਕਾਂਤ ਪਸੰਦ ਸੀਗੇ ਔਰ ਗ੍ਰੰਥਾਂ 'ਚ ਲਿਖਿਆ ਹੋਇਆ ਕਿ ਅਕਸਰ ਲੁਕ ਜਾਂਦੇ ਸੀਗੇ ਘਰ ਦੇ ਕਿਸੇ ਖੱਲਾਂ ਖੂੰਜਿਆਂ ਵਿੱਚ ਜਾਂ ਕਈ ਬਾਹਰ ਕੋਈ ਐਸੇ ਟਿਕਾਣੇ ਸੀਗੇ। ਬੜੀ ਵਿਚਿੱਤਰ ਗੱਲ ਹੈ ਕਿ ਇੱਕ ਵਾਰੀ ਕਿਸੇ ਆਸ-ਪਾਸ ਖੇਤ ਦੇ ਵਿੱਚ ਗੰਨਿਆਂ ਦਾ ਖੇਤ ਕਮਾਦ ਸੀਗੀ, ਤੁਹਾਨੂੰ ਪਤਾ ਵੀ ਕਮਾਦ ਵਿੱਚ ਖੋਰੀ ਹੁੰਦੀ ਆ, ਉਹ ਕਿਤੇ ਜਾ ਕੇ ਖੋਰੀ ਦੇ ਵਿੱਚ ਵੜ ਕੇ ਬਹਿ ਗਏ ਤੇ ਉਹਦੇ ਵਿੱਚੋਂ ਉਹਨੂੰ ਲੱਭ ਕੇ ਲਿਆਂਦਾ। ਅਕਸਰ ਉਹਨੂੰ ਲੱਭ ਕੇ ਲਿਆਉਣਾ ਪੈਂਦਾ ਸੀਗਾ ਤੇ ਉਹ ਰੋ ਰਹੇ ਸੀਗੇ। ਤੇ ਇੱਕ ਹੋਰ ਬੜੀ ਵਿਚਿੱਤਰ ਗੱਲ ਲਿਖੀ ਹੋਈ ਹੈ ਕਿ ਜਦੋਂ ਉਹਨਾਂ ਦੇ ਵੱਡੇ ਭਾਈ ਬਾਬਾ ਸੂਰਜਮਲ ਦੀ ਸ਼ਾਦੀ ਸੀ, ਜਿਵੇਂ ਪੰਜਾਬ ਵਿੱਚ ਇੱਕ ਰਵਾਇਤ ਹੈ ਵੀ ਵੱਡੇ ਭਾਈ ਦੀ ਸ਼ਾਦੀ ਵੇਲੇ ਛੋਟੇ ਬੱਚੇ ਨੂੰ ਸਰਵਾਲਾ ਬਣਾਇਆ ਜਾਂਦਾ, ਉਹ ਜਿਸ ਤਰ੍ਹਾਂ ਲਾੜੇ ਨੂੰ ਸਜਾਇਆ ਜਾਂਦਾ ਇਸ ਤਰ੍ਹਾਂ ਛੋਟੇ ਬੱਚੇ ਭਾਈ ਨੂੰ ਵੀ ਉਸ ਤਰ੍ਹਾਂ ਹੀ ਉਹਦੇ ਵੀ ਹਾਰ ਪਾਇਆ ਜਾਂਦਾ। ਤੇ ਜਦੋਂ ਬਾਬਾ ਸੂਰਜਮਲ ਦੀ ਸ਼ਾਦੀ ਹੋਈ ਤੇ ਗੁਰੂ ਤੇਗ ਬਹਾਦਰ ਜੀ ਨੂੰ ਸਰਵਾਲੇ ਦੇ ਤੌਰ ਤੇ ਤਿਆਰ ਕੀਤਾ ਗਿਆ ਔਰ ਪਤਾ ਵੀ ਐਡੇ ਵੱਡੇ ਘਰ ਵਿੱਚ ਉਹਨਾਂ ਦੇ ਕੈਂਠਾ ਪਾਇਆ ਗਿਆ, ਹੋਰ ਚੈਨੀਆਂ ਗਹਿਣੇ ਪਾਏ ਗਏ ਔਰ ਬੜੇ ਵਧੀਆ ਵਸਤਰ ਪਾਏ ਗਏ ਤੇ ਉਹਨਾਂ ਨੂੰ ਤਿਆਰ ਕਰਕੇ ਭੇਜਦਾ। ਜਿਸ ਵੇਲੇ ਬਰਾਤ ਤੁਰਨ ਲੱਗੀ ਤੇ ਉਦੋਂ ਉਹ ਨਜ਼ਰ ਹੀ ਨਾ ਆਉਣ ਤੇ ਜਦੋਂ ਇੱਧਰ ਉੱਧਰ ਦੇਖਿਆ ਤੇ ਕਿੰਨੀ ਦੇਰ ਬਾਅਦ ਕਿਸੇ ਪਾਸਿਓਂ ਆਏ ਤੇ ਉਸ ਤਰ੍ਹਾਂ ਉਹਨਾਂ ਦੇ ਕੋਈ ਵੀ ਗਹਿਣਾ ਨਹੀਂ ਸੀ, ਕੋਈ ਵੀ ਵਸਤਰ ਨਹੀਂ ਸੀ ਹੈ ਤੇ ਉਹਨੂੰ ਪੁੱਛਿਆ ਵੀ ਕਿੱਥੇ ਗਏ ਤੇ ਉਹ ਕਹਿੰਦੇ ਵੀ ਮੈਨੂੰ ਇੱਦਾਂ ਇੱਕ ਭਿਖਾਰੀ ਮਿਲਿਆ ਕਿ ਉਹਦੇ ਕੋਲ ਕੋਈ ਵੀ ਕੱਪੜਾ ਨਹੀਂ ਸੀ, ਉਹਦੇ ਕੋਲ ਕੁਛ ਵੀ ਨਹੀਂ ਸੀ, ਮੈਂ ਉਹਨੂੰ ਉਤਾਰ ਕੇ ਦੇ ਆਇਆ। ਤੇ ਨਾਲ ਉਹੀ ਗੱਲ ਕਹੀ ਵੀ ਮੈਨੂੰ ਤੁਸੀਂ ਹੋਰ ਲੈ ਦੇਣੇ ਆ, ਉਹਨੂੰ ਤਾਂ ਕਿਤੋਂ ਨਹੀਂ ਸੀ ਮਿਲਣੇ ਹੈ। ਇਹੋ ਜਿਹੇ ਸਾਡੇ ਗੁਰੂ ਤੇਗ ਬਹਾਦਰ ਜੀ ਬਚਪਨ ਦੇ ਵਿੱਚ ਸੀਗੇ ਕਿ ਉਹਨਾਂ ਤੋਂ ਕਿਸੇ ਦਾ ਦੁੱਖ, ਕਿਸੇ ਦੀ ਗਰੀਬੀ, ਕਿਸੇ ਦੀ ਕੋਈ ਕਮੀ ਪੇਸ਼ੀ ਇਹ ਦੇਖੀ ਨਹੀਂ ਸੀ ਜਾਂਦੀ ਔਰ ਉਹ ਕਿਸੇ ਵੀ ਸੂਰਤ ਵਿੱਚ ਉਹ ਹਮੇਸ਼ਾ ਹੀ ਦੀਨ ਦੀ, ਦੁਨੀਆ ਦੀ, ਗਰੀਬ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸੀਗੇ ਔਰ ਮਦਦ ਕਰਦੇ ਸੀਗੇ। ਹੁਣ ਜਿਵੇਂ ਅਕਸਰ ਸਾਡੇ ਪੰਜਾਬ ਵਿੱਚ ਕਹਿ ਦਿੱਤਾ ਜਾਂਦਾ ਵੀ ਅਸੀਂ ਸਾਰੇ ਚਾਹੁੰਦੇ ਹਾਂ ਭਗਤ ਸਿੰਘ ਪੈਦਾ ਹੋਵੇ, ਪਰ ਅਸੀਂ ਚਾਹੁੰਦੇ ਹਾਂ ਸਾਡੇ ਘਰ ਨਾ ਪੈਦਾ ਹੋਵੇ, ਗੁਆਂਢੀਆਂ ਦੇ ਘਰ 'ਚ ਪੈਦਾ ਹੋਵੇ। ਇਹ ਠੀਕ ਗੱਲ ਹੈ, ਇਹਦੇ ਕੋਈ ਮਿਹਣਾ ਨਹੀਂ ਹੈ, ਅਸੀਂ ਸਾਰੇ ਇੱਦਾਂ ਹੀ ਚਾਹੁੰਦੇ ਹਾਂ। ਲੇਕਿਨ ਫਿਰ ਵੀ ਮੈਂ ਸਮਝਦਾ ਵੀ ਸਾਨੂੰ ਆਪਣੇ ਜਦੋਂ ਅਸੀਂ ਵੱਡੇ ਵੱਡੇ ਆਦਰਸ਼ ਸਾਹਮਣੇ ਰੱਖ ਲਈਏ ਔਰ ਉਹ ਜਿਹੜੇ ਆਦਰਸ਼ ਹੁੰਦੇ ਆ ਅਸੀਂ ਉਹਨਾਂ ਦੀ ਨਕਲ ਨਹੀਂ ਕਰਨੀ ਹੁੰਦੀ, ਅਸੀਂ ਉਹਨਾਂ ਨੂੰ ਇਮੀਟੇਟ ਨਹੀਂ ਕਰਨਾ ਹੁੰਦਾ ਜਿੱਦਾਂ ਉਹਨਾਂ ਨੇ ਕੀਤਾ ਉੱਦਾਂ ਕਰਨਾ। ਅਸੀਂ ਨਹੀਂ ਹੈ ਵੀ ਆਪਣੇ ਬੱਚਿਆਂ ਨੂੰ ਕਹੀਏ ਵੀ ਤੁਸੀਂ ਵੀ ਇੱਦਾਂ ਕੱਪੜੇ ਲਾ ਕੇ ਦਿਆ ਕਰੋ ਜਾਂ ਤੁਸੀਂ ਵੀ ਇਸ ਤਰ੍ਹਾਂ ਗਹਿਣੇ ਉਤਾਰ ਕੇ ਦੇ ਦਿਆ ਕਰੋ ਜਾਂ ਤੁਸੀਂ ਵੀ ਇੱਦਾਂ ਰੋਇਆ ਕਰੋ ਖੋਰੀ 'ਚ ਬੈਠ ਕੇ। ਇਹ ਜਿਹੜੇ ਆਦਰਸ਼ ਹੁੰਦੇ ਆ ਇਹ ਨਕਲ ਕਰਨ ਲਈ ਨਹੀਂ ਹੁੰਦੇ, ਇਹ ਇਨਸਪੀਰੇਸ਼ਨ ਲੈਣ ਲਈ ਹੁੰਦੇ ਆ। ਸਾਨੂੰ ਉਹਨਾਂ ਤੋਂ ਮੈਂ ਯਾਨੀ ਇਹ ਭਾਰੀਆਂ ਗੱਲਾਂ ਦੱਸ ਕੇ ਅੱਜ ਦੇ ਵਿਦਿਆਰਥੀਆਂ ਨੂੰ ਮੈਂ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਔਰ ਉਹਨਾਂ ਦੇ ਅੰਦਰ ਕੋਈ ਸੈਂਸ ਆਫ ਗਿਲਟ ਨਹੀਂ ਭਰਨੀ ਚਾਹੁੰਦਾ ਕਿ ਉਹ ਸੋਚਣ ਵੀ ਅਸੀਂ ਤਾਂ ਇੱਦਾਂ ਕਰਦੇ ਨਹੀਂ ਹੈ, ਵੀ ਅਸੀਂ ਕਾਹਦੇ ਸਿੱਖ ਹੋਏ। ਸਿੱਖ ਹੋਣ ਦਾ ਮਤਲਬ ਇਹ ਨਹੀਂ ਹੈ, ਸਿੱਖ ਹੋਣ ਦਾ ਪਹਿਲੀ ਮੈਂ ਉਹ ਨਹੀਂ ਕਹਿ ਰਿਹਾ ਵੀ ਸਿੱਖ ਜਿਹੜਾ ਸਿੱਖ ਧਰਮ ਵਾਲੀ ਗੱਲ ਵੀ ਕਿਸੇ ਗੁਰੂ ਦੇ, ਕਿਸੇ ਪੀਰ ਦੇ, ਕਿਸੇ ਸ਼ਹੀਦ ਦੇ, ਕਿਸੇ ਵੀ ਵੱਡੇ ਬੰਦੇ ਦੇ ਅਨਿਆਈ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਉਹਦੀ ਨਕਲ ਕਰਨੀ ਆ
ਜੋ ਕੰਮ ਉਹਨੇ ਕੀਤੇ ਤੁਸੀਂ ਵੀ ਉਦਾਂ ਹੀ ਕਰਨੇ ਆ। ਇਸ ਤਰ੍ਹਾਂ ਨਾ ਕਰ ਸਕਦਾ ਤੇ ਨਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਸਾਨੂੰ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਉਹ ਤੋਂ ਇੱਕ ਸਾਨੂੰ ਲੋ ਲੈਣੀ ਚਾਹੀਦੀ ਹੈ, ਇੱਕ ਰੋਸ਼ਨੀ ਲੈਣੀ ਚਾਹੀਦੀ ਆ, ਉਹ ਤੋਂ ਸਾਨੂੰ ਇੰਸਪੀਰੇਸ਼ਨ ਲੈਣੀ ਚਾਹੀਦੀ ਆ। ਅੱਜ ਦੇ ਯੁੱਗ ਵਿੱਚ, ਅੱਜ ਦੇ ਸਮੇਂ ਵਿੱਚ ਅਸੀਂ ਕਿਸ ਤਰ੍ਹਾਂ ਦੀ ਕਿੱਦਾਂ ਦੀ ਮਦਦ ਕਰ ਸਕਦੇ ਹਾਂ, ਉਸ ਤਰ੍ਹਾਂ ਸਾਨੂੰ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ। ਇਹ ਸਾਨੂੰ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੋਂ, ਸਾਨੂੰ ਉਹਨਾਂ ਦੇ ਬਚਪਨ ਤੋਂ ਸਾਨੂੰ ਸਿੱਖਿਆ ਮਿਲਦੀ ਆ। ਤੇ ਇੱਕ ਚੀਜ਼ ਇਹ ਵੀ ਦੇਖੋ ਉਹਨਾਂ ਦਾ ਸੁਭਾਅ, ਮੈਨੂੰ ਦੱਸ ਦਿਓ ਜੀ ਜੇ ਟਾਈਮ ਜਦੋਂ ਵੀ ਤੁਹਾਡਾ ਹੋ ਗਿਆ। ਪ੍ਰੋਫੈਸਰ ਸਾਹਿਬ ਕੋਈ ਗੱਲ ਨਹੀਂ, ਤੁਸੀਂ ਆਪਣੇ ਹਿਸਾਬ ਨਾਲ 2 ਤੋਂ 5 ਮਿੰਟਾਂ 'ਚ ਕਰ ਲਿਓ ਜੀ ਕਵਰ ਅਪ, ਕੋਈ ਗੱਲ ਠੀਕ ਹੈ ਠੀਕ ਹੈ ਠੀਕ ਹੈ ਜੀ। 12:31 ਹੋਏ ਜੀ, 36 ਮਿੰਟ ਤੇ ਮੈਂ ਸਮਾਪਤੀ ਕਰ ਦੂੰਗਾ। ਓਕੇ ਜੀ, ਓਕੇ ਸਰ। ਤੇ ਉਹਨਾਂ ਦੇ ਉਹਨਾਂ ਨੇ ਤੁਸੀਂ ਦੇਖੋ ਵੀ ਉਹਨਾਂ ਦਾ ਸੁਭਾਅ ਬਿਲਕੁਲ ਤਿਆਗ ਵਾਲਾ, ਜਿਵੇਂ ਉਹ ਦੁਨੀਆਦਾਰੀ ਨੂੰ ਬਿਲਕੁਲ ਵੀ ਉਹ ਪਸੰਦ ਨਹੀਂ ਕਰਦੇ ਹੁੰਦੇ, ਲੇਕਿਨ ਇਹੋ ਜਿਹੇ ਸੁਭਾਅ ਦੇ ਬਾਵਜੂਦ ਵੀ ਗੁਰੂ ਸਾਹਿਬ ਨੇ 2 ਤਰ੍ਹਾਂ ਦੀ ਜਿਹੜੀ ਵਿੱਦਿਆ ਹਾਸਲ ਕੀਤੀ, ਇੱਕ ਸ਼ਸਤਰ ਵਿੱਦਿਆ ਔਰ ਇੱਕ ਸ਼ਾਸਤਰ ਵਿੱਦਿਆ। ਉਹਨਾਂ ਨੇ ਉਸ ਵੇਲੇ ਦੀ ਜਿਹੜੀ ਆ ਹਿੰਦੁਸਤਾਨ ਦੇ ਵਿੱਚ ਪ੍ਰਚਲਿਤ ਭਾਸ਼ਾ ਸੀ, ਯਾਨੀ ਜਿਹਨੂੰ ਸਾਹਿਤ ਦੀ ਭਾਸ਼ਾ ਕਿਹਾ ਜਾਂਦਾ, ਜਿਹਦੇ ਵਿੱਚ ਉਸ ਵੇਲੇ ਹਿੰਦੁਸਤਾਨ ਭਰ ਵਿੱਚ ਸਾਹਿਤ ਰਚਿਆ ਜਾਂਦਾ ਸੀ, ਔਰ ਜਿਹੜੀ ਉਸ ਵੇਲੇ ਸਾਹਿਤ ਦੀ, ਜਿਵੇਂ ਅੱਜ ਵਰਲਡ ਦੀ ਅੰਗਰੇਜ਼ੀ ਆ ਭਾਸ਼ਾ, ਹਰ ਗਿਆਨ ਜਿਹੜਾ ਅੰਗਰੇਜ਼ੀ ਵਿੱਚ ਦਿੱਤਾ ਜਾਂਦਾ, ਇਸ ਤਰ੍ਹਾਂ ਉਸ ਵੇਲੇ ਹਿੰਦੁਸਤਾਨ ਦੀ ਜਿਹੜੀ ਆ ਪ੍ਰਚਲਿਤ ਭਾਸ਼ਾ ਉਹ ਬ੍ਰਜ ਭਾਸ਼ਾ ਸੀ, ਜਿਹਦੇ ਵਿੱਚ ਹਿੰਦੁਸਤਾਨੀ ਸਾਹਿਤ ਰਚਿਆ ਜਾਂਦਾ ਸੀਗਾ। ਔਰ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਬਚਪਨ ਵਿੱਚ ਭਾਈ ਗੁਰਦਾਸ ਜੀ, ਜਿਨ੍ਹਾਂ ਨੂੰ ਸਿੱਖ ਧਰਮ ਦੇ ਪਹਿਲੇ ਵਿਆਖਿਆਕਾਰ ਮੰਨਿਆ ਜਾਂਦਾ, ਜਿਨ੍ਹਾਂ ਦੀਆਂ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ, ਉਹਨਾਂ ਕੋਲੋਂ ਉਹਨਾਂ ਨੇ ਬ੍ਰਜ ਭਾਸ਼ਾ ਸਿੱਖੀ, ਉਹਨਾਂ ਕੋਲੋਂ ਉਹਨਾਂ ਨੇ ਸੰਸਕ੍ਰਿਤ ਸਿੱਖੀ, ਔਰ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਸ਼ਸਤਰ ਵਿੱਦਿਆ ਵੀ ਸਿੱਖੀ। ਔਰ ਸ਼ਸਤਰ ਵਿੱਦਿਆ ਸੁਣ ਕੇ ਸਾਨੂੰ ਹੈਰਾਨੀ ਹੁੰਦੀ ਆ ਕਿ ਇੱਕ ਪਾਸੇ ਇੰਨੇ ਤਿਆਗੀ ਤੇ ਦੂਜੇ ਪਾਸੇ ਸ਼ਸਤਰ ਵਿੱਦਿਆ, ਵੀ ਦੋਹਾਂ ਦਾ ਕੀ ਮੇਲ ਹੋਇਆ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਸ ਵੇਲੇ ਉਹਨਾਂ ਦੇ ਪਿਤਾ ਜੀ ਨੂੰ ਜੰਗ ਲੜਨੀ ਪਈ, ਖਾਸ ਤੌਰ ਤੇ ਕਰਤਾਰਪੁਰ ਦੀ ਜੰਗ, ਤੇ ਉਸ ਜੰਗ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਕ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਦੋਸਤ ਹੋਏ ਆ, ਮੁਸਲਮਾਨ ਦੋਸਤ, ਮੋਹਸਨ ਫਾਨੀ, ਉਹਨਾਂ ਦੀ ਕਿਤਾਬ ਹੈ ਦਬਿਸਤਾਨ ਮਜ਼ਾਹਿਬ, ਔਰ ਉਸ ਕਿਤਾਬ ਦੇ ਵਿੱਚ ਉਹਨਾਂ ਨੇ ਇਹ ਖੁਦ ਲਿਖਿਆ ਮੋਹਸਨ ਫਾਨੀ ਨੇ, ਔਰ ਕਹਿੰਦੇ ਆ ਵੀ ਮੋਹਸਨ ਫਾਨੀ ਗੁਰੂ ਹਰਗੋਬਿੰਦ ਸਾਹਿਬ ਦਾ ਇੱਕ ਫਰੈਂਡ ਸੀਗਾ, ਤੇ ਅਕਸਰ ਉਹਨਾਂ ਦੇ ਕੋਲ ਆਇਆ ਰਹਿੰਦਾ ਸੀਗਾ। ਜਿਸ ਵੇਲੇ ਕਰਤਾਰਪੁਰ ਦੀ ਜੰਗ ਹੋਈ ਸੀ, ਉਹ ਮੋਹਸਨ ਫਾਨੀ ਨੇ ਆਪ ਆਪਣੀ ਅੱਖਾਂ ਨਾਲ ਦੇਖੀ ਸੀ, ਤੇ ਉਹਨੇ ਉਹਦੇ ਵਿੱਚ ਵਰਣਨ ਕੀਤਾ ਉਸ ਕਿਤਾਬ ਦੇ ਵਿੱਚ ਕਿ ਗੁਰੂ ਤੇਗ ਬਹਾਦਰ ਜੀ ਨੇ ਬਾਲ ਉਮਰ ਦੇ ਵਿੱਚ ਉੱਤੇ ਕਿਰਪਾਨ ਚਲਾਈ ਕਰਤਾਰਪੁਰ ਦੀ ਜੰਗ ਵਿੱਚ, ਔਰ ਜਦੋਂ ਕਿਰਪਾਨ ਚਲਾਈ, ਗੁਰੂ ਸਾਹਿਬ ਜੰਗ ਜਿੱਤ ਗਏ ਸ਼ਾਮ ਨੂੰ। ਜਿਸ ਵੇਲੇ ਜੰਗ ਜਿੱਤ ਗਏ ਤੇ ਬੜੀ ਖੁਸ਼ੀ ਵਿੱਚ ਆ ਕੇ ਉਹਨਾਂ ਨੇ ਆਪਣੇ ਬੇਟੇ ਤਿਆਗਮਲ ਨੂੰ ਆਪਣੇ ਕਲਾਵੇ 'ਚ ਲਿਆ, ਔਰ ਖੁਸ਼ ਹੋ ਕੇ ਕਿਹਾ ਕਿ ਇਹ ਮੇਰਾ ਤਿਆਗਮਲ ਨਹੀਂ, ਇਹ ਤੇਗ ਬਹਾਦਰ ਹੈ। ਔਰ ਤੁਸੀਂ ਦੇਖੋ ਵੀ ਤਿਆਗਮਲ, ਤਿਆਗ ਦਾ ਪੁੰਜ, ਸੰਨਿਆਸ ਦਾ ਪੁੰਜ, ਆਪਣੇ ਕੱਪੜੇ ਉਤਾਰ ਕੇ ਦੇਣ ਵਾਲਾ, ਹਮੇਸ਼ਾ ਹੀ ਰੋਂਦੇ ਰਹਿਣ ਵਾਲਾ, ਨਮ ਨੈਣਾ ਵਾਲਾ, ਔਰ ਉਹਨੇ ਜੰਗ ਦੇ ਵਿੱਚ ਵੀ ਜ਼ੋਰ ਦਿਖਾਏ, ਔਰ ਉਹਨਾਂ ਨੇ ਬਾਣੀ ਵੀ ਰਚੀ। ਔਰ ਬਾਣੀ ਜਿਹੜੀ ਰਚੀ, ਮੈਂ ਤੁਹਾਨੂੰ ਬਾਣੀ ਦੀਆਂ 1-2 ਕੀ ਗੱਲਾਂ ਦੱਸੂਗਾ ਕਿ ਉਹਨਾਂ ਦਾ ਨਾਮ ਜਿਹੜਾ ਬਦਲ ਗਿਆ ਤਿਆਗਮਲ ਤੋਂ ਤੇਗ ਬਹਾਦਰ ਹੋ ਗਏ। ਉਦੋਂ ਬਾਅਦ ਉਹ ਗੁਰੂ ਬਣੇ। ਉਹਦੀ ਇੱਕੋ ਹੀ ਗੱਲ ਮੈਂ ਕਹੂੰਗਾ ਕਿ ਉਹਨਾਂ ਨੇ ਗੁਰੂ ਬਣਨ ਵੇਲੇ ਵੀ ਤਿਆਗ ਦਾ ਜਿਹੜਾ, ਉਸ ਵੇਲੇ ਵੀ ਉਹਨਾਂ ਨੇ ਉਹਦਾ ਸਬੂਤ ਦਿੱਤਾ ਕਿ ਮੱਖਣ ਸ਼ਾਹ ਲੁਬਾਣਾ ਧੀਰਮਲ ਤੋਂ ਉਹ ਸਾਰਾ ਸਮਾਨ ਖੋਹ ਕੇ ਲੈ ਗਿਆ, ਵਾਪਸ ਲੈ ਆਇਆ ਸੀਗਾ, ਜਿਹੜਾ ਧੀਰਮਲ ਨੇ ਗੁਰੂ ਸਾਹਿਬ ਦੇ ਦਰਬਾਰ ਚੋਂ ਚੱਕਿਆ ਸੀਗਾ। ਔਰ ਜਦੋਂ ਚੱਕ ਕੇ ਲਿਆਇਆ, ਦੇਖੋ ਗੁਰੂ ਦੀ ਇਮਾਨਤ, ਮੱਖਣ ਸ਼ਾਹ ਮੋੜ ਕੇ ਲੈ ਆਇਆ, ਲੇਕਿਨ ਗੁਰੂ ਸਾਹਿਬ ਨੇ ਵਾਪਸ ਚੁਕਾਤੀ ਸੀ ਵੀ ਇਹ ਚੜਾਵਾ ਜਿਹੜਾ ਜ਼ਹਿਰ ਦੀਆਂ ਪੰਡਾਂ ਹੁੰਦੀਆਂ, ਇਹ ਸਾਨੂੰ ਨਹੀਂ ਚਾਹੀਦਾ, ਇਹ ਵਾਪਸ ਕਰਿਆ। ਗੁਰੂ ਬਣ ਤੋਂ ਬਾਅਦ ਵੀ ਉਹਨਾਂ ਨੇ ਤਿਆਗ ਜਾਰੀ ਰੱਖਿਆ, ਔਰ ਗੁਰੂ ਉਦੋਂ ਬਾਅਦ ਵੀ ਲੋੜਵੰਦਾਂ ਦੀ ਹਮੇਸ਼ਾ ਮਦਦ ਕਰਦੇ ਰਹੇ। ਤੇ ਇੱਕ ਗੱਲ ਉਹਨਾਂ ਦੀ ਬਹੁਤ ਜ਼ਿਆਦਾ ਤੁਹਾਡੇ ਲਈ ਬੜੀ ਕੀਮਤੀ ਗੱਲ ਹੈ, ਸਾਡੇ ਸਾਰਿਆਂ ਲਈ, ਉਹ ਇਹ ਗੱਲ ਹੈ, ਜਿਵੇਂ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ ਵੀ ਸਾਰੇ ਗੁਰੂ ਸਾਹਿਬਾਨ ਨੇ ਕੋਈ ਨਾ ਕੋਈ ਸ਼ਹਿਰ ਵਸਾਇਆ, ਔਰ ਗੁਰੂ ਸਾਹਿਬ ਨੇ, ਗੁਰੂ ਤੇਗ ਬਹਾਦਰ ਜੀ ਨੇ ਅਨੰਦਪੁਰ ਸ਼ਹਿਰ ਵਸਾਇਆ। ਅਨੰਦਪੁਰ ਸ਼ਹਿਰ ਦੀ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ, ਹੋਲਾ ਮਹੱਲਾ ਵਿਸਾਖੀ ਦੀ ਜਾ ਕੇ ਮਨਾਉਂਦੇ ਆ, ਲੇਕਿਨ ਇੱਕ ਖੂਬੀ ਉਹਦੀ ਇਹ ਹੋਇਆ ਕਿ ਉਹਦੇ ਵਿੱਚ ਗੁਰੂ ਦਾ ਸੰਦੇਸ਼, ਗੁਰੂ ਦੀ ਸਿੱਖਿਆ, ਗੁਰੂ ਦੀ ਫਿਲਾਸਫੀ ਉਹ ਅਨੰਦਪੁਰ ਸ਼ਹਿਰ ਵਿੱਚ ਵੀ ਪਈ ਆ। ਉਹ ਇਹ ਹੈ
ਕਿ ਹਿੰਦੁਸਤਾਨ ਦੀ ਪਰੰਪਰਾ ਵਿੱਚ ਦੋ ਧਾਰਾਵਾਂ ਚੱਲਦੀਆਂ, ਇੱਕ ਪ੍ਰਵਿਰਤੀ ਮਾਰਗ, ਇੱਕ ਨਿਵਰਤੀ ਮਾਰਗ। ਪ੍ਰਵਿਰਤੀ ਮਾਰਗ ਹੁੰਦਾ ਜ਼ਿੰਦਗੀ ਨੂੰ ਜੀਣ ਦਾ ਮਾਰਗ, ਇੱਕ ਹੁੰਦਾ ਨਿਵਰਤੀ ਮਾਰਗ ਜ਼ਿੰਦਗੀ ਤੋਂ ਉਦਾਸ ਹੋਣ ਦਾ, ਜ਼ਿੰਦਗੀ ਤੋਂ ਦੂਰ ਜਾਣ ਦਾ ਮਾਰਗ। ਜਦੋਂ ਅਸੀਂ ਨਿਵਰਤੀ ਮਾਰਗ ਦੀ ਗੱਲ ਕਰਦੇ ਹਾਂ, ਉਦਾਸੀ ਦੀ ਗੱਲ ਕਰਦੇ ਹਾਂ, ਤਾਂ ਸਾਨੂੰ ਪਹਾੜ ਚੇਤੇ ਆਉਂਦੇ ਆ। ਜੋਗੀ ਸਾਧੂ ਸੰਨਿਆਸੀ ਜਿਹੜੇ ਆ ਉਹ ਪਹਾੜਾਂ ਦੇ ਵਿੱਚ ਜਾ ਕੇ ਗੁਫਾਵਾਂ ਦੇ ਵਿੱਚ ਬੰਦਗੀ ਕਰਦੇ ਆ, ਉਹ ਸਮਾਜ ਦਾ ਤਿਆਗ ਕਰ ਦਿੰਦੇ ਆ, ਪਰਿਵਾਰ ਛੱਡ ਦਿੰਦੇ ਆ। ਇੱਕ ਇਹ ਮਾਰਗ ਆ। ਦੂਜਾ ਮਾਰਗ ਜਿਹੜਾ ਆ ਉਹ ਪ੍ਰਵਿਰਤੀ ਮਾਰਗ ਆ, ਉਹ ਸੰਸਾਰੀ ਮਾਰਗ ਆ, ਉਹ ਪਰਿਵਾਰਕ ਮਾਰਗ ਆ। ਉਹਦੇ ਵਿੱਚ ਭੈਣ ਭਾਈ ਦਾ ਮੇਲ ਜੋਲ, ਰਿਸ਼ਤੇਦਾਰੀ, ਆਪਣੇ ਫਰਜ਼ ਨਿਭਾਉਣੇ, ਉਹ ਮਾਰਗ ਆ। ਔਰ ਜਿਹੜੀ ਸਭਿਅਤਾ ਦਾ ਮਾਰਗ ਆ, ਜ਼ਿੰਦਗੀ ਦਾ ਮਾਰਗ ਆ, ਔਰ ਉਹ ਲੋਕ ਦਰਿਆਵਾਂ ਦੇ ਕੰਢਿਆਂ ਤੇ ਵਸਦੇ ਆ। ਸਭਿਅਤਾਵਾਂ ਸਾਡੀਆਂ ਪੁਰਾਣੇ ਸ਼ਹਿਰ ਸਾਰੇ ਉਹ ਦਰਿਆਵਾਂ ਦੇ ਕੰਢੇ ਤੇ ਹੁੰਦੇ ਆ। ਲੇਕਿਨ ਜਿਹੜਾ ਗੁਰੂ ਤੇਗ ਬਹਾਦਰ ਜੀ ਨੇ ਜਿਹੜਾ ਸ਼ਹਿਰ ਚੁਣ ਲਈ, ਜਿਹੜਾ ਥਾਂ ਚੁਣਿਆ, ਉਹ ਦੇਖੋ ਤੁਸੀਂ, ਇੱਕ ਪਾਸੇ ਉਹਦੇ ਪਹਾੜ ਆ, ਇੱਕ ਪਾਸੇ ਉਹਦੇ ਸਤਲੁਜ ਦਰਿਆ ਆ। ਤੇ ਮੈਂ ਸਮਝਦਾ ਕਿ ਬਹੁਤ ਵੱਡਾ ਸੰਦੇਸ਼ ਹੈ। ਔਰ ਉਹਦੇ ਤੇ ਪ੍ਰਵਿਰਤੀ ਤੇ ਨਿਵਰਤੀ, ਤਿਆਗ ਦਾ ਤੇ ਸੰਸਾਰ ਦਾ, ਦੋਨਾਂ ਦਾ ਇੱਕ ਸਮਨਵੈ, ਦੋਨੇ ਇਕੱਠੇ ਕਰ ਦਿੱਤੇ ਵੀ ਇੱਕ ਪਾਸੇ ਦਰਿਆ, ਇੱਕ ਪਾਸੇ ਪਹਾੜ। ਯਾਨੀ ਤੁਹਾਨੂੰ ਜ਼ਿੰਦਗੀ ਵੀ ਨਾਲ ਨਾਲ ਚੱਲੇ, ਤੁਹਾਡੇ ਜਿਹੜੀ ਉਦਾਸੀਨਤਾ ਜਿਹੜੀ ਆ, ਤਿਆਗ ਜਿਹੜਾ, ਉਹ ਵੀ ਨਾਲ ਨਾਲ ਰਹੇ। ਯਾਨੀ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਵਿੱਚ ਇਹ ਦੋਨੋਂ ਚੀਜ਼ਾਂ, ਜਿਵੇਂ ਤਿਆਗ ਦੇ ਨਾਲ ਜੰਗ, ਇਵੇਂ ਪਰਿਵਾਰ ਦੇ ਨਾਲ ਉਦਾਸੀ, ਇਕੱਠੇ ਚੱਲਦੇ ਆ। ਤੇ ਉਹਨਾਂ ਦੀ ਜਿਹੜੀ ਬਾਣੀ ਉਹਨਾਂ ਨੇ ਰਚੀ, ਇੱਕ ਮੈਂ ਇੱਕੋ ਗੱਲ ਕਰੂੰਗਾ, ਬਸ 1 ਮਿੰਟ ਲੈ ਲੈਣਾ ਹੋਰ, ਕਿ ਇੱਕ ਮੈਥਿਊ ਆਰਨਲਡ, ਇੱਕ ਬਹੁਤ ਵੱਡਾ ਆਲੋਚਕ ਹੋਇਆ ਅੰਗਰੇਜ਼ੀ ਦਾ, ਉਹਨਾਂ ਨੇ ਸਾਹਿਤ ਨੂੰ, ਉਹਨਾਂ ਨੇ ਇੱਕ ਖੂਬੀ ਦੱਸੀ ਆ ਵੀ ਸਾਹਿਤ ਦੇ ਵਿੱਚ ਇੱਕ ਟਰੁੱਥ ਹੋਣਾ ਚਾਹੀਦਾ ਔਰ ਇੱਕ ਬਿਊਟੀ ਹੋਣੀ ਚਾਹੀਦੀ ਆ। ਔਰ ਜਦੋਂ ਇਹ ਦੋਨੇ ਚੀਜ਼ਾਂ ਇਕੱਠੀਆਂ ਹੁੰਦੀਆਂ ਤਾਂ ਫਿਰ ਉਹਨਾਂ ਨੇ ਇੱਕ ਲਫ਼ਜ਼ ਵਰਤਿਆ, ਇੱਕ ਟਰਮ ਯੂਜ਼ ਕੀਤੀ ਆ, ਉਹ ਹੈਗੀ ਆ ਇੱਕ, ਉਹਨਾਂ ਨੇ ਕਿਹਾ ਵੀ ਉਹਨੂੰ ਜੇ ਪੰਜਾਬੀ ਕਹਿਣਾ ਹੋਵੇ, ਬਹੁਤ ਹੱਦ ਦਰਜੇ ਦੀ ਗੰਭੀਰਤਾ, ਹਾਈ ਸੀਰੀਅਸਨੈਸ। ਹਾਂ, ਮੈਨੂੰ ਯਾਦ ਆ ਗਿਆ, ਉਹਨਾਂ ਨੇ ਲਫ਼ਜ਼ ਵਰਤਿਆ ਹਾਈ ਸੀਰੀਅਸਨੈਸ। ਔਰ ਉਹਨਾਂ ਨੇ ਕਿਹਾ ਵੀ ਜਦੋਂ ਤੱਕ ਤੁਹਾਡੇ ਵਿੱਚ ਹਾਈ ਸੀਰੀਅਸਨੈਸ ਨਹੀਂ ਹੁੰਦੀ, ਉਹ ਕਹਿੰਦਾ ਮੈਂ ਉਹਨੂੰ ਲਿਟਰੇਚਰ ਨਹੀਂ ਮੰਨਦਾ, ਉਹਨੂੰ ਸਾਹਿਤ ਨਹੀਂ ਮੰਨਦਾ। ਔਰ ਜਦੋਂ ਉਹਨੂੰ ਪਤਾ ਨਹੀਂ ਸੀ ਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਉਹਨੇ ਪੜ੍ਹੀ ਹੁੰਦੀ, ਆਰਨਲਡ, ਉਹਨੇ ਮੈਥਿਊ ਆਰਨਲਡ ਨੇ, ਤਾਂ ਸ਼ਾਇਦ ਉਹਨੂੰ ਪਤਾ ਲੱਗ ਜਾਂਦਾ ਵੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਉਹਦੇ ਵਿੱਚ ਸ਼ੁਮਾਰ ਕਰ ਲੈਂਦਾ। ਉਹਨੇ ਦੁਨੀਆ ਦੇ 4 ਕਵੀਆਂ ਨੂੰ ਮੰਨਿਆ ਵੀ ਇਹ ਕਵੀ ਹੈ ਜਿਨ੍ਹਾਂ ਦੇ ਵਿੱਚ ਹਾਈ ਸੀਰੀਅਸਨੈਸ ਹੈ। ਤੇ ਮੇਰਾ ਖਿਆਲ ਹੈ ਵੀ ਸਾਡੇ ਸਮਾਜ ਵਿੱਚ ਅਸੀਂ ਸੀਰੀਅਸ ਉਦੋਂ ਹੁੰਦੇ ਹਾਂ ਜਦੋਂ ਅਸੀਂ ਸ਼ਮਸ਼ਾਨ ਘਾਟ 'ਚ ਹੁੰਦੇ ਹਾਂ, ਔਰ ਜਦੋਂ ਅਸੀਂ 9ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਤੇ ਸਾਨੂੰ ਉਸ ਤਰ੍ਹਾਂ ਦਾ ਸੱਚ ਜਿਹੜਾ ਸਾਡੇ ਸਾਹਮਣੇ ਆ ਜਾਂਦਾ। ਕਿਸੇ ਵੀ ਤਰ੍ਹਾਂ ਦੀ ਜਿਹੜੀ ਚੰਚਲਤਾ ਉਹ ਸਾਡੇ ਤੋਂ ਦੂਰ ਚਲੀ ਜਾਂਦੀ ਆ। ਉਹ ਹਾਈ ਸੀਰੀਅਸਨੈਸ ਉਹਨਾਂ ਦੀ ਬਾਣੀ ਦਾ ਇੱਕ ਖਾਸ ਲੱਛਣ ਹੈ। ਤੇ ਮੇਰਾ ਖਿਆਲ ਹੈ ਵੀ ਦੁਨੀਆ ਦੇ ਵਿੱਚ ਜੇ ਮੈਥਿਊ ਆਰਨਲਡ ਦੇ ਹਿਸਾਬ ਨਾਲ ਕੋਈ ਬਹੁਤ ਜ਼ਿਆਦਾ ਵਧੀਆ ਰਚਨਾ ਕੱਢਣੀ ਹੋਵੇ ਸਾਹਿਤ ਦੀ, ਤਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਉਹ ਦਰਜਾ ਮਿਲਦਾ ਹੈ ਹਾਈ ਸੀਰੀਅਸਨੈਸ ਵਾਲਾ। ਤੇ ਮੈਂ, ਸਮਾਂ ਹੋ ਗਿਆ, ਗੱਲਾਂ ਬਹੁਤ ਸਾਰੀਆਂ ਸੀਗੀਆਂ ਤੇ ਫਿਰ ਵੀ ਕਿਤੇ ਆਪਾਂ ਕਰ ਸਕਦੇ ਹਾਂ, ਲੇਕਿਨ ਸਮੇਂ ਦਾ ਲਿਹਾਜ਼ ਰੱਖਣਾ ਬਹੁਤ ਜ਼ਰੂਰੀ ਆ। ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ, ਤੁਸੀਂ ਮੈਨੂੰ ਸੁਣਿਆ। ਤੇ ਮੈਂ ਆਪਣੇ ਕੁਝ ਵਿਚਾਰ ਖਿਲਰੇ ਜੇ ਤੁਹਾਡੇ ਸਾਹਮਣੇ ਇਕੱਠੇ ਕਰ ਸਕਿਆ, ਰੱਖ ਸਕਿਆ, ਉਹਨੂੰ ਜੋੜ ਸਕਿਆ, ਤੁਸੀਂ ਦੇਖ ਲੈਣਾ। ਤੇ ਮੇਰਾ ਵਿਚਾਰ ਇੰਨਾ ਕੀ ਹੈ ਵੀ ਸਾਨੂੰ ਗੁਰੂ ਸਾਹਿਬਾਂ ਦੀ ਨਕਲ ਕਰਨ ਦੀ ਜ਼ਰੂਰਤ ਨਹੀਂ ਹੈ, ਉਹਨਾਂ ਤੋਂ ਇਨਸਪਾਇਰ ਹੋਣ ਦੀ ਲੋੜ ਆ ਤੇ ਆਪਣੇ ਹਿਸਾਬ ਨਾਲ ਕਿਸੇ ਦੀ ਹੈਲਪ ਕਰਦੇ ਰਹਿਣ ਦੀ ਲੋੜ ਹੈ। ਸਾਡਾ ਇਹੀ ਸੰਨਿਆਸ ਆ, ਇਹੀ ਤਿਆਗ ਹੈ। ਬਹੁਤ ਬਹੁਤ ਮਿਹਰਬਾਨੀ ਪ੍ਰਿੰਸੀਪਲ ਸਾਹਿਬ, ਤੁਸੀਂ ਮੈਨੂੰ ਮੌਕਾ ਦਿੱਤਾ ਤੇ ਤੁਸੀਂ ਮੈਨੂੰ ਸੁਣਿਆ। ਪ੍ਰੋਫੈਸਰ ਅਵਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਘੱਟ ਸਮੇਂ ਦੇ ਵਿੱਚ ਇਹਨਾਂ ਨੇ ਬਹੁਤ ਸਾਰਾ ਗਿਆਨ ਸਾਡੇ ਨਾਲ ਸਾਂਝਾ ਕੀਤਾ ਤੇ ਗੁਰੂ ਸਾਹਿਬ ਦੀ ਬਾਣੀ ਅਤੇ ਉਹਨਾਂ ਦੁਆਰਾ ਦਿੱਤੀਆਂ ਹੋਈਆਂ ਸਿੱਖਿਆਵਾਂ ਬਾਰੇ ਸਾਨੂੰ ਜਾਣੂ ਕਰਵਾਇਆ। ਤੇ ਹੁਣ ਸਾਰੇ ਵਿਦਿਆਰਥੀ ਅਤੇ ਕਾਫੀ ਸਾਰੇ ਅਧਿਆਪਕ ਸਹਿਬਾਨ ਇਸ ਚੀਜ਼ ਦੀ ਉਡੀਕ 'ਚ ਨੇ ਕਿ ਨਤੀਜੇ ਜਿਹੜੇ ਨੇ, ਜਿਹੜੀ ਭਾਸ਼ਣ ਪ੍ਰਤੀਯੋਗਤਾ ਹੋਈ ਸੀ ਉਹਦੇ ਨਤੀਜੇ ਕੀ ਰਹੇ। ਸੋ ਬਹੁਤ ਛੇਤੀ ਹੁਣ ਸਾਡੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਪ੍ਰਗਟ ਸਿੰਘ ਗਰਚਾ ਜੀ ਤੁਹਾਡੇ ਨਾਲ ਉਹ ਸਾਰੇ ਨਤੀਜੇ ਸਾਂਝੇ ਕਰਨਗੇ। ਤੇ ਸਾਰਿਆਂ ਨੂੰ ਹਦਾਇਤ ਹੈ ਕਿ ਜਿਨ੍ਹਾਂ ਨੇ ਆਪਣੀ ਵੀਡੀਓ ਆਫ ਕੀਤੀ ਹੋਈ ਹੈ ਕਿਰਪਾ ਕਰਕੇ ਔਨ ਕਰ ਲੈਣ, ਤਾਂ ਕਿ ਉਸ ਦੌਰਾਨ ਅਸੀਂ ਫੋਟੋ ਵੀ ਕਲਿੱਕ ਕਰ ਸਕੀਏ। ਤੇ ਤੁਸੀਂ ਸਾਰੇ ਬਹੁਤ ਧਿਆਨ ਨਾਲ ਨਤੀਜੇ ਸੁਣਨੇ ਨੇ ਜੀ। ਪ੍ਰਗਟ ਸਿੰਘ ਗਰਚਾ ਜੀ। ਥੈਂਕ ਯੂ ਡਾਕਟਰ ਜਗਜੀਤ ਸਿੰਘ ਜੀ। ਜਿਵੇਂ ਕਿ ਸਾਰੇ ਪਾਰਟਿਸਪੈਂਟ ਇਸ ਜ਼ੂਮ ਮੀਟਿੰਗ ਥਰੂ ਜਾਂ
ਫੇਸਬੁੱਕ ਲਾਈਵ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਅਫੀਸ਼ੀਅਲ ਫੇਸਬੁੱਕ ਪੇਜ ਤੇ ਇਸ ਵਾਰੀ ਇਸ ਟਾਈਮ ਲਾਈਵ ਹੋ ਰਿਹਾ, ਉਹਦੇ ਰਾਹੀਂ ਜੁੜੇ ਹੋਏ ਨੇ। ਸੋ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਇਹੀ ਕਹਿਣੀ ਚਾਹਾਂਗੇ ਕਿ ਜਿੰਨੇ ਵੀ ਵਿਦਿਆਰਥੀਆਂ ਨੇ, ਅਧਿਆਪਕਾਂ ਨੇ ਇਸ ਕੰਪੀਟੀਸ਼ਨ 'ਚ ਪਾਰਟਿਸਿਪੇਟ ਕੀਤਾ, ਪਹਿਲਾਂ ਤਾਂ ਉਹ ਸਾਰੇ ਵਿਨਰਸ ਨੇ, ਕਿਉਂਕਿ ਅਜਿਹੇ ਕੰਮ ਦੇ ਵਿੱਚ ਅੱਗੇ ਆਉਣਾ, ਪਾਰਟਿਸਿਪੇਟ ਕਰਨਾ, ਹੌਸਲਾ ਬਣਾਉਣਾ, ਫਿਰ ਵੀਡੀਓ ਬਣਾ ਕੇ ਉਹਨੂੰ ਸੈਂਡ ਕਰਨ ਲੱਗੇ ਬਹੁਤ ਸਾਰੀਆਂ ਮੁਸੀਬਤਾਂ ਦੇ ਵਿੱਚੋਂ ਲੰਘਣਾ। ਸੋ ਵੱਡਾ ਜਿਹੜਾ ਪਿੰਡ ਆ ਤੁਸੀਂ ਤੈਅ ਕਰ ਚੁੱਕੇ ਹੋ, ਵੱਡਾ ਰਸਤਾ ਤੈਅ ਕਰ ਚੁੱਕੇ ਹੋ। ਸੋ ਸਾਰੇ ਜੱਜ ਸਾਹਿਬਾਨ ਦੁਆਰਾ ਵੀ ਇਹੀ ਜੋ ਸਾਨੂੰ ਹਦਾਇਤ ਹੋਈ ਆ ਜਾਂ ਸਾਨੂੰ ਕਿਹਾ ਗਿਆ ਕਿ ਸਾਰੀਆਂ ਹੀ ਵੀਡੀਓਜ਼ ਬਾਕਮਾਲ ਸੀ। ਛੋਟੇ ਜਿਹੇ ਬੱਚਿਆਂ ਤੋਂ ਲੈ ਕੇ ਪਹਿਲੀ ਕਲਾਸ ਦੇ ਬੱਚੇ ਤੋਂ ਲੈ ਕੇ 6ਵੀਂ ਕਲਾਸ ਦੇ ਬੱਚੇ ਦੀ ਤੋਤਲੀ ਜਿਹੀਆਂ ਆਵਾਜ਼ਾਂ ਦੇ ਵਿੱਚ ਡੈਕਲਾਮੇਸ਼ਨ ਕੰਪੀਟੀਸ਼ਨ 'ਚ ਜੋ ਸ਼ਿੱਦਤ ਦੇ ਨਾਲ, ਜੋ ਲਗਨ ਦੇ ਨਾਲ ਪਾਰਟਿਸਿਪੇਟ ਕੀਤਾ। ਸੋ ਅਸੀਂ ਸਾਰੇ ਹੀ ਪਾਰਟਿਸਿਪੈਂਟ ਨੂੰ ਸਭ ਤੋਂ ਪਹਿਲਾਂ ਵਧਾਈ ਦਿੰਦੇ ਹਾਂ। ਅਤੇ ਮੈਂ ਰਿਜ਼ਲਟ ਅਨਾਊਂਸ ਕਰਨ ਤੋਂ ਪਹਿਲਾਂ ਹੀ ਕਹਿਣਾ ਚਾਹਾਂਗਾ ਕਿ ਕੁਝ ਫਾਲਤੂ ਚੀਜ਼ਾਂ ਦਾ ਮਨ ਤੋਂ ਭਾਰ ਲਾ ਦਈਏ, ਕੁਝ ਫਾਲਤੂ ਚੀਜ਼ਾਂ ਦਾ ਮਨ ਤੋਂ ਭਾਰ ਲਾ ਦਈਏ, ਹਾਰ ਦੀ ਨਮੋਸ਼ੀ ਤੇ ਜਿੱਤ ਦਾ ਹੰਕਾਰ ਲਾ ਦਈਏ, ਹਾਰ ਦੀ ਨਮੋਸ਼ੀ ਤੇ ਜਿੱਤ ਦਾ ਹੰਕਾਰ ਲਾ ਦਈਏ। ਸੋ ਇਹ ਸਾਰੀ ਪ੍ਰੋਸੈਸ ਨੂੰ 3 ਜੱਜ ਸਾਹਿਬਾਨ ਨੇ ਬਹੁਤ ਹੀ ਮਿਹਨਤ ਦੇ ਨਾਲ, ਲਗਨ ਦੇ ਨਾਲ ਪੂਰਾ ਕੀਤਾ, ਕਿਉਂਕਿ ਅਸੀਂ ਜਾਣਦੇ ਹਾਂ ਕਿ ਪਰਮ ਪਿਤਾ ਪਰਮਾਤਮਾ ਵਾਹਿਗੁਰੂ ਰਾਮ ਰਹੀਮ ਅੱਲਾ, ਉਸ ਤੋਂ ਬਾਅਦ ਜੋ ਸਭ ਤੋਂ ਵੱਡਾ ਕੰਮ ਹੁੰਦਾ ਜੱਜ ਸਾਹਿਬਾਨ ਦਾ, ਕਿਸੇ ਨੂੰ ਜੱਜ ਕਰਨਾ ਬਹੁਤ ਔਖਾ ਕੰਮ ਹੈ। 3 ਪ੍ਰੋਫੈਸਰ ਸਾਹਿਬਾਨ ਨੂੰ ਇਹ ਡਿਊਟੀ ਦਿੱਤੀ ਗਈ ਸੀ। ਇੱਕ ਸੰਬੰਧਿਤ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨਾਲ, ਇੱਕ ਜੱਜ ਸਾਹਿਬ ਸੰਬੰਧਿਤ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਨਾਲ, ਇੱਕ GNDU ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਲ। ਅਸੀਂ ਉਹ ਸੀਕ੍ਰੇਸੀ ਨੂੰ ਰੱਖਦੇ ਹੋਏ ਨਾਮ ਤੁਹਾਡੇ ਨਾਲ ਡਿਸਕਲੋਜ਼ ਨਹੀਂ ਕਰਾਂਗੇ। ਇੱਕ ਲੰਬਾ ਪ੍ਰੋਸੈਸ ਹੋਇਆ, ਲੰਬੇ ਪ੍ਰੋਸੈਸ ਦੇ ਵਿੱਚ ਇੱਕ ਪ੍ਰੋਪਰ ਕ੍ਰਾਈਟੇਰੀਆ ਬਣਾਇਆ ਗਿਆ। ਉਸ ਕ੍ਰਾਈਟੇਰੀਆ ਦੇ ਵਿੱਚ ਅਲੱਗ-ਅਲੱਗ ਉਹਦੇ ਕੰਪੋਨੈਂਟ ਲਏ ਗਏ, ਜਿਨ੍ਹਾਂ ਦੇ ਵਿੱਚ ਭਾਸ਼ਣ ਨੂੰ ਸ਼ੁਰੂਆਤ ਕਿਵੇਂ ਕੀਤੀ ਗਈ ਹੈ, ਭਾਸ਼ਣ ਦਾ ਕੰਟੈਂਟ ਕਿਹੋ ਜਿਹਾ ਸੀ, ਸਮੱਗਰੀ ਕਿਹੋ ਜਿਹੀ ਸੀ, ਤੇ ਜਿਹੜਾ ਪਰਸਨ ਪ੍ਰੈਜ਼ੈਂਟ ਕਰ ਰਿਹਾ ਸੀ ਉਹਦੀ ਪੇਸ਼ਕਾਰੀ ਕਿਹੋ ਜਿਹੀ ਸੀ, ਉਹਦੀ ਵੌਇਸ ਆਫ ਜਿਹੜੀ ਕੁਆਲਿਟੀ ਆਫ ਵੌਇਸ ਉਹ ਕਿੱਦਾਂ ਦੀ ਸੀ, ਟਾਈਮ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ, ਇੱਦਾਂ ਦੇ ਹੋਰ ਪਹਿਲੂ ਲੈ ਕੇ ਇਹਨਾਂ ਨੂੰ ਵੰਡ ਕੇ ਹਰ ਇੱਕ ਬੱਚੇ ਦਾ ਇੱਕ ਕੰਪੋਨੈਂਟ ਦੇ ਉੱਤੇ ਮਾਰਕਿੰਗ ਕੀਤੀ ਗਈ ਹੈ। ਸੋ ਜੱਜ ਸਾਹਿਬਾਨ ਨੇ ਜਿੰਨੀ ਲਗਨ ਤੇ ਸ਼ਿੱਦਤ ਨਾਲ ਕੰਮ ਕੀਤਾ, ਅਸੀਂ ਸਭ ਤੋਂ ਪਹਿਲਾਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣਾ ਸੰਡੇ ਵੀ ਸਾਰਾ ਤੇ ਰਾਤ ਦੇ 12-1 ਵਜੇ ਤੱਕ ਵੀ ਕਾਨਫਰੰਸ ਕਾਲ ਕਰਕੇ ਇਸ ਸਾਰੀ ਜਿਹੜੀ ਜੱਜਮੈਂਟ ਦੀ ਡਿਊਟੀ ਆ ਉਹਨੂੰ ਪਰਫਾਰਮ ਕੀਤਾ। ਵੀ ਰੀਅਲੀ ਸਲੂਟ ਆਰ ਜੱਜ 3 ਜੱਜਸ ਫਾਰ ਦਿਸ ਡੈਕਲਾਮੇਸ਼ਨ ਕੰਪੀਟੀਸ਼ਨ। ਜੱਜ ਸਾਹਿਬਾਨ ਨੇ ਬਹੁਤ ਜ਼ਿਆਦਾ ਸਲਾਹਿਆ ਸਾਰੀਆਂ ਵੀਡੀਓਜ਼ ਨੂੰ, ਸਾਰਿਆਂ ਦੇ ਐਫਰਟਸ ਨੂੰ, ਪਰ ਉਸ ਦੇ ਨਾਲ ਜਦੋਂ ਵੀ ਅਸੀਂ ਕਿਸੇ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰਦੇ ਹਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ। 150 ਦੇ ਕਰੀਬ ਵੀਡੀਓਜ਼ ਜਿਨ੍ਹਾਂ ਦੇ ਵਿੱਚ ਬੱਚਿਆਂ ਤੋਂ ਲੈ ਕੇ ਕਾਲਜ ਦੇ ਅਧਿਆਪਕਾਂ ਤੱਕ ਦੀ ਪਾਰਟਿਸਿਪੇਸ਼ਨ ਸੀ। ਉਹਦੇ ਵਿੱਚੋਂ ਕੁਝ ਪੁਆਇੰਟ ਉਹਨਾਂ ਨੇ ਆਪਣੇ ਸੁਜੈਸ਼ਨ ਜਾਂ ਸੁਝਾਅ ਵੀ ਦਿੱਤੇ ਨੇ ਕਿ ਜਦੋਂ ਬੱਚੇ ਜਾਂ ਅਧਿਆਪਕ ਅੱਗੇ ਪਾਰਟਿਸਿਪੇਟ ਕਰਨ ਤਾਂ ਉਹ ਕਿੰਨਾਂ ਚੀਜ਼ਾਂ ਤੇ ਹੋਰ ਧਿਆਨ ਰੱਖ ਸਕਦੇ ਨੇ। ਸੋ ਉਹਦੇ ਵਿੱਚੋਂ ਇੱਕ ਸੁਝਾਅ ਇਹ ਆਇਆ ਸੀ ਕਿ ਜਦੋਂ ਵੀ ਤੁਸੀਂ ਡੈਕਲਾਮੇਸ਼ਨ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰੋ, ਚਾਹੇ ਉਹ ਆਨਲਾਈਨ ਰਿਕਾਰਡ ਕਰਕੇ ਭੇਜਣਾ ਹੋਵੇ, ਤਾਂ ਕੋਸ਼ਿਸ਼ ਕਰੋ ਕਿ ਖੜੇ ਹੋ ਕੇ ਰਿਕਾਰਡ ਕਰਨ ਦੀ ਕੋਸ਼ਿਸ਼ ਕਰੋ ਬੈਠਣ ਦੀ ਬਜਾਏ, ਜਿਹਦੇ ਨਾਲ ਪ੍ਰਭਾਵ ਜ਼ਿਆਦਾ ਵੱਧ ਜਾਂਦਾ। ਸੋ ਇਹ ਸੁਝਾਅ ਸੀ ਇੱਕ ਬਹੁਤ ਵਧੀਆ ਸਾਰੇ ਪਾਰਟਿਸਪੈਂਟ ਵਾਸਤੇ। ਉਸ ਦੇ ਨਾਲ ਹੀ ਜਿਹੜੀ ਤੁਹਾਡੀ ਬਾਡੀ ਲੈਂਗੁਏਜ ਆ, ਅਸੀਂ ਕਹਿੰਦੇ ਹਾਂ ਵਰਬਲ ਤੇ ਨਾਨ ਵਰਬਲ ਬਿਹੇਵੀਅਰ, ਸ਼ਬਦ ਤੇ ਅਸ਼ਬਦ ਜਿਹੜਾ ਤੁਹਾਡੇ ਹਾਵ ਭਾਵ ਨੇ, ਜਿਹੜੇ ਤੁਹਾਡੇ ਤੁਸੀਂ ਜੈਸਚਰ ਤੇ ਪੋਸਚਰ ਵਰਤ ਰਹੇ ਹੋ, ਉਹ ਵੀ ਬਹੁਤ ਇੰਪੋਰਟੈਂਟ ਨੇ ਤੁਹਾਡੀ ਗੱਲ ਨੂੰ ਢੁਕਵੇਂ ਤਰੀਕੇ ਨਾਲ ਸਾਹਮਣੇ ਪੇਸ਼ ਕਰਨ ਲਈ। ਸੋ ਇਹਦੇ ਵਿੱਚ ਕੁਝ ਬੱਚਿਆਂ ਨੂੰ ਹੋਰ ਇੰਪਰੂਵਮੈਂਟ ਕਰਨ ਦੀ ਲੋੜ ਹੈ। ਇਹਦੇ ਨਾਲ ਹੀ ਕਿ ਜਿੱਥੇ ਵੀ ਮੰਨ ਲਓ ਸ਼ਹਾਦਤ ਦੀ ਗੱਲ ਕਰ ਰਹੇ ਹੋ ਜਾਂ ਜਨਮ ਦੀ ਗੱਲ ਕਰ ਰਹੇ ਹੋ, ਸ਼ਹਾਦਤ ਦੇ ਟਾਈਮ ਅਲੱਗ ਤਰ੍ਹਾਂ ਦੇ ਹਾਵ ਭਾਵ ਦੀ ਲੋੜ ਹੋਏਗੀ, ਜਨਮ ਖੁਸ਼ੀ ਦੇ ਟਾਈਮ ਅਲੱਗ ਤਰ੍ਹਾਂ ਦੇ ਹਾਵ ਭਾਵ ਦੀ ਲੋੜ ਹੋਏਗੀ। ਸੋ ਜਦੋਂ ਵੀ ਤੁਸੀਂ ਮੁਕਾਬਲਿਆਂ 'ਚ ਪਾਰਟਿਸਿਪੇਟ ਕਰਦੇ ਹੋ ਤਾਂ ਇਹ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਕਿਸ ਤਰ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ, ਬਿਲਕੁਲ ਉਸੇ ਤਰ੍ਹਾਂ ਦੇ ਹਾਵ ਭਾਵ ਨੈਚੁਰਲੀ ਕੁਦਰਤੀ ਤੌਰ 'ਤੇ ਸਾਹਮਣੇ ਆ ਜਾਣ ਤਾਂ ਤੁਹਾਡੀ ਜਿਹੜੀ ਮਿਹਨਤ ਆ ਉਹ ਹੋਰ ਰੰਗ ਲੈ ਕੇ ਆਏਗੀ। ਕਈ ਵਾਰੀ ਜਦੋਂ ਅਸੀਂ ਵੀਡੀਓ ਰਿਕਾਰਡ ਕਰਦੇ ਹਾਂ, ਕੋਈ ਬੈਕਗਰਾਊਂਡ ਦੀਆਂ ਆਵਾਜ਼ਾਂ ਨੇ, ਉਹਨਾਂ ਨੂੰ ਵੀ ਵੱਧ ਤੋਂ ਵੱਧ ਜੇ ਕੰਟਰੋਲ ਕਰ ਲਿਆ ਜਾਵੇ ਜਾਂ ਕਿਸੇ ਸ਼ਾਂਤਮਈ ਜਗ੍ਹਾ 'ਤੇ ਆ ਜਾਵੇ ਤਾਂ ਪ੍ਰਭਾਵ ਹੋਰ ਜ਼ਿਆਦਾ ਵੱਧ ਸਕਦਾ। ਇਸੇ ਤਰੀਕੇ ਨਾਲ ਜਦੋਂ ਵੀ ਅਸੀਂ ਡੈਕਲਾਮੇਸ਼ਨ ਕੰਪੀਟੀਸ਼ਨ ਜਾਂ ਪੋਇਮ ਦੇ ਵਿੱਚ ਜਾਂ ਕਿਸੇ ਵੀ ਇੱਦਾਂ ਦੇ ਕੰਪੀਟੀਸ਼ਨ 'ਚ ਪਾਰਟਿਸਿਪੇਟ ਕਰਦੇ ਹਾਂ, ਤੱਥਾਂ ਨੂੰ ਬਹੁਤ ਧਿਆਨ ਰੱਖਿਆ ਜਾਵੇ।
ਜਾਂ ਅਸੀਂ ਤੱਥ ਬਿਲਕੁਲ ਘੱਟ ਬੋਲੀਏ, ਜੇ ਬੋਲ ਰਹੇ ਆ ਤਾਂ ਉਹਨਾਂ ਦਾ ਕੋਈ ਨਾ ਕੋਈ ਰੈਫਰੈਂਸ, ਕੋਈ ਨਾ ਕੋਈ ਕਿਤਾਬ, ਕੋਈ ਨਾ ਕੋਈ ਰਸਾਲਾ, ਉਹਨਾਂ ਤੋਂ ਉਹਨਾਂ ਦੀ ਪੁਖਤਾ ਜਾਣਕਾਰੀ ਲੈ ਕੇ ਫਿਰ ਅਸੀਂ ਤੱਥਾਂ ਨੂੰ ਐਡ ਕਰੀਏ। ਕਿਤੇ ਨਾ ਕਿਤੇ ਜਦੋਂ ਕੰਟੈਂਟ ਦੇ ਵਿੱਚ ਅਸੀਂ ਇਵੈਲੂਏਟ ਕਰ ਰਹੇ ਸੀ ਜੱਜ ਸਾਹਿਬਾਨ, ਤਾਂ ਕਿਤੇ ਨਾ ਕਿਤੇ ਤੱਥਾਂ ਕਰਕੇ ਵੀ ਕਿਸੇ ਦੀ ਵੀਡੀਓ ਸ਼ਾਇਦ 1-2 ਨੰਬਰ ਘਟੇ ਹੋਣਗੇ। ਇਸੇ ਤਰੀਕੇ ਨਾਲ ਕੁਦਰਤੀ ਰਵਾਨਗੀ ਜਿਹੜੀ ਹੁੰਦੀ ਆ ਪਾਰਟਿਸਪੈਂਟ ਦੀ, ਉਹ ਜ਼ਰੂਰ ਬਣਾ ਕੇ ਰੱਖਿਓ। ਤੇ ਇੱਕ ਅਸੀਂ ਵੀਡੀਓ ਐਂਡ ਦੇ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ, ਜੋ ਇਸ ਪ੍ਰਤੀਯੋਗਤਾ ਦੇ ਵਿੱਚ ਇੱਕ ਕੈਟੇਗਰੀ ਦੇ ਵਿੱਚ ਫਸਟ ਵੀ ਆਈ ਹੈ, ਜੋ ਕਿ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਤਰੀਕੇ ਨਾਲ ਸਿੱਖਣ ਦਾ ਮੌਕਾ ਦੇਵੇਗੀ। ਇਸੇ ਤਰੀਕੇ ਦੇ ਨਾਲ ਜਿਹੜੀ ਵੀ ਭਾਸ਼ਣਕਰਤਾ ਨੇ ਆਪਣੀ ਗੱਲ ਕਰਨੀ ਆ, ਉਹ ਕੋਸ਼ਿਸ਼ ਕੀਤੀ ਜਾਵੇ ਕਿ ਲੋਕ ਭਾਸ਼ਾ 'ਚ ਕੀਤੀ ਜਾਵੇ, ਕਿਤਾਬੀ ਭਾਸ਼ਾ ਤੋਂ ਬਾਹਰ ਆ ਕੇ। ਜਿਸ ਤਰ੍ਹਾਂ ਪ੍ਰੋਫੈਸਰ ਸੰਜੇ ਕੌਸ਼ਿਕ ਜੀ ਕਹਿ ਰਹੇ ਸੀ, ਪ੍ਰੋਫੈਸਰ ਨਿਰਮਲ ਜੌੜਾ ਜੀ ਕਹਿ ਰਹੇ ਸੀ, ਪ੍ਰੋਫੈਸਰ ਅਵਤਾਰ ਸਿੰਘ ਜੀ ਨੇ ਵੀ ਸਾਨੂੰ ਦੱਸਿਆ ਕਿ ਜਦੋਂ ਵੀ ਅਸੀਂ ਗੱਲ ਕਰਦੇ ਹਾਂ ਤਾਂ ਜਿਸ ਲੋਕਲ ਕੰਟੈਕਸਟ ਦੇ ਵਿੱਚ ਅਸੀਂ ਗੱਲ ਕਰਾਂਗੇ, ਉਨੀ ਉਹ ਜ਼ਿਆਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਆਡੀਅנס ਤੱਕ ਪਹੁੰਚਦੀ ਹੈ। ਸੋ ਇਹ ਕੁਝ ਬਹੁਤ ਬਹੁਮੁੱਲੇ ਜਿਹੜੇ ਹੈਗੇ ਸੀ ਸੁਝਾਅ ਸੀ ਪਾਰਟਿਸਪੈਂਟ ਲਈ ਜੱਜ ਸਾਹਿਬਾਨ ਦੇ। ਸੋ ਹੁਣ ਮੈਂ ਤੁਹਾਨੂੰ ਅਨਾਉਂਸ ਕਰਨ ਜਾ ਰਿਹਾ ਉਹ 4 ਕੈਟੇਗਰੀਜ਼ ਜਿਨ੍ਹਾਂ ਦੇ ਵਿੱਚ ਸਾਰੇ ਪਾਰਟਿਸਪੈਂਟ ਨੇ ਬਹੁਤ ਮਿਹਨਤ ਕੀਤੀ ਹੈ। ਤੇ ਸਭ ਤੋਂ ਪਹਿਲਾਂ ਮੈਂ ਜਿਹੜੀ ਕੈਟੇਗਰੀ ਅਨਾਉਂਸ ਕਰਨ ਜਾ ਰਿਹਾ ਉਹ ਹੈ ਕੈਟੇਗਰੀ ਕਾਲਜ ਦੇ ਅਧਿਆਪਕਾਂ ਦੀ। ਇੱਕ ਇਹ ਸਾਡੇ ਵਾਸਤੇ ਵੀ ਸਵਾਲ ਸੀ ਜਦੋਂ ਸਾਨੂੰ ਜੌੜਾ ਸਾਹਿਬ ਨੇ ਕਿਹਾ ਕਿ ਬੱਚਿਆਂ ਦੇ ਨਾਲ ਨਾਲ ਅਧਿਆਪਕਾਂ ਨੂੰ ਵੀ ਮੌਕਾ ਦਿੱਤਾ ਜਾਵੇ। ਸੋ ਮੇਰੇ ਮਨ 'ਚ ਵੀ ਸਵਾਲ ਸੀ ਕਿ ਅਧਿਆਪਕ ਪਾਰਟਿਸਪੇਟ ਕਰਨਗੇ ਸਰ? ਉਹ ਕਹਿੰਦੇ ਡੈਫੀਨੇਟਲੀ ਕਰਨਗੇ। ਸੋ ਜੌੜਾ ਸਾਹਿਬ, ਤੁਹਾਡੀ ਸੋਚ ਨੂੰ ਸਲਾਮ ਕਿ ਜਿਵੇਂ ਤੁਸੀਂ ਕਿਹਾ ਸੀ ਕਿ ਉਸੇ ਤਰੀਕੇ ਨਾਲ ਬਹੁਤ ਸਾਰੇ ਸਕੂਲ ਤੇ ਕਾਲਜ ਦੇ ਅਧਿਆਪਕਾਂ ਨੇ ਪਾਰਟਿਸਪੇਟ ਕੀਤਾ। ਜਿਹੜੇ ਕਾਲਜਾਂ ਦੇ ਵਰਗ ਦੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਇਸ ਮੁਕਾਬਲੇ ਦੇ ਵਿੱਚ, ਉਹਨੇ ਮੈਡਮ ਜਸਵਿੰਦਰ ਕੌਰ ਜੀ, ਅਸਿਸਟੈਂਟ ਪ੍ਰੋਫੈਸਰ DAV ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ, ਜਿਨ੍ਹਾਂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਕਾਲਜਾਂ ਦੇ ਅਧਿਆਪਕਾਂ ਦੇ ਵਰਗ ਦੇ ਵਿੱਚ। ਦੂਸਰਾ ਸਥਾਨ ਜੋ ਹਾਸਲ ਕੀਤਾ ਉਹਨੇ ਅਸਿਸਟੈਂਟ ਪ੍ਰੋਫੈਸਰ ਕਮਰਸ ਦੇ ਮੈਡਮ ਜਸਪ੍ਰੀਤ ਕੌਰ ਜੀ, ਜਿਹੜੇ ਕਮਲਾ ਲੋਟੀਆ SD ਕਾਲਜ ਲੁਧਿਆਣਾ ਤੋਂ ਨੇ। ਇਹਨਾਂ ਨੇ ਇਸ ਮੁਕਾਬਲੇ ਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਕੈਟੇਗਰੀ ਦੇ ਵਿੱਚ ਜਿਹੜਾ ਪਹਿਲਾ ਸਥਾਨ ਪ੍ਰਾਪਤ ਕੀਤਾ ਉਹ ਕੀਤਾ ਅਸਿਸਟੈਂਟ ਪ੍ਰੋਫੈਸਰ ਗੁਰਦੇਵ ਸਿੰਘ ਜੀ, GKSM ਸਰਕਾਰੀ ਕਾਲਜ ਟਾਂਡਾ ਉੜਮੜ ਹੁਸ਼ਿਆਰਪੁਰ। ਸੋ ਇਹਨਾਂ ਤਿੰਨੋਂ ਅਧਿਆਪਕ ਸਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਇਸ ਕੈਟੇਗਰੀ ਦੇ ਵਿੱਚ 3 ਸਥਾਨਾਂ ਤੇ ਰਹਿੰਦੇ ਹੋਏ ਇਸ ਮੁਕਾਬਲੇ ਦੇ ਵਿੱਚ ਇਨਾਮ ਪ੍ਰਾਪਤ ਕੀਤੇ ਨੇ। ਤੇ ਸਭ ਤੋਂ ਪਹਿਲਾਂ ਹੈ ਗੁਰਦੇਵ ਸਿੰਘ ਜੀ, ਅਸਿਸਟੈਂਟ ਪ੍ਰੋਫੈਸਰ ਸਰਕਾਰੀ ਕਾਲਜ ਟਾਂਡਾ ਉੜਮੜ। ਦੂਸਰਾ ਸਥਾਨ ਜਸਪ੍ਰੀਤ ਕੌਰ, ਮੈਡਮ ਜਸਪ੍ਰੀਤ ਕੌਰ, ਅਸਿਸਟੈਂਟ ਪ੍ਰੋਫੈਸਰ ਕਮਲਾ ਲੋਟੀਆ SD ਕਾਲਜ ਲੁਧਿਆਣਾ। ਤੀਸਰਾ ਸਥਾਨ ਮੈਡਮ ਜਸਵਿੰਦਰ ਕੌਰ, DAV ਕਾਲਜ ਆਫ ਐਜੂਕੇਸ਼ਨ ਹੁਸ਼ਿਆਰਪੁਰ। ਸੋ ਇਸ ਤੋਂ ਬਾਅਦ ਅਸੀਂ ਸਾਡੀ ਦੂਜੀ ਕੈਟੇਗਰੀ ਵੱਲ ਨੂੰ ਆਉਂਦੇ ਹਾਂ, ਜਿਹੜੀ ਸੀ ਸਕੂਲ ਦੇ ਅਧਿਆਪਕਾਂ ਦੀ। ਸੋ ਜਿੱਥੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਕੇ ਬਹੁਤ ਵੱਡੀ ਸ਼ਮੂਲੀਅਤ ਕਰਵਾਈ ਹੈ ਇਹਨਾਂ ਕੰਪੀਟੀਸ਼ਨਸ ਦੇ ਵਿੱਚ, ਉੱਥੇ ਹੀ ਅਧਿਆਪਕਾਂ ਨੇ ਖੁਦ ਵੀ ਆਪਣਾ ਜਿਹੜਾ ਹੁਨਰ ਹੈ ਦਿਖਾਇਆ। ਇਸ ਦੇ ਵਿੱਚ ਟਫ ਕੰਪੀਟੀਸ਼ਨ ਸੀ, ਇਸ ਕਰਕੇ ਜੱਜ ਸਾਹਿਬਾਨ ਨੇ 4 ਇਨਾਮ ਕੱਢੇ ਨੇ। ਸਭ ਤੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਜਿਹੜੀ ਚੌਥੇ ਸਥਾਨ ਤੇ ਹੈ, ਸਭ ਤੋਂ ਪਹਿਲੀ ਨਹੀਂ, ਕਰੈਕਟ ਕਰ ਰਿਹਾ, ਚੌਥੇ ਸਥਾਨ ਤੇ ਜਿਹੜੀ ਪੋਜੀਸ਼ਨ ਹੈ ਉਹ ਹਾਸਲ ਕੀਤੀ ਹੈ ETT ਅਧਿਆਪਕ ਨੇ ਮੈਡਮ ਸਰਬਦਾ ਭੱਲਾ, ਸਰਕਾਰੀ ਪ੍ਰਾਇਮਰੀ ਸਕੂਲ ਕੋਟ ਸੰਤੋਖ ਰਾਏ, ਜਿਨ੍ਹਾਂ ਨੇ ਇਸ ਮੁਕਾਬਲੇ ਦੇ ਵਿੱਚ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ। 3rd ਪੋਜੀਸ਼ਨ ਹਾਸਲ ਕਰਨ ਵਾਲੇ ਸਾਇੰਸ ਅਧਿਆਪਕ ਨੇ ਸਰਦਾਰ ਇਕਬਾਲ ਸਿੰਘ ਜੀ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਨੇਵਾਲ ਵਿਖੇ ਪੜ੍ਹਾ ਰਹੇ ਨੇ, ਸੇਵਾਵਾਂ ਦੇ ਰਹੇ ਨੇ। ਤੇ ਦੂਸਰਾ ਸਥਾਨ ਇਸ ਮੁਕਾਬਲੇ 'ਚ ਹਾਸਲ ਕੀਤਾ ਮੈਡਮ ਸ਼ਰਨਜੀਤ ਕੌਰ ਜੀ, ਜੋ ETT ਅਧਿਆਪਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਨਿੰਬੂਆ SAS ਨਗਰ ਮੋਹਾਲੀ ਦੇ ਵਿੱਚ। ਇਸੇ ਮੁਕਾਬਲੇ ਦੇ ਵਿੱਚ ਫਸਟ ਪ੍ਰਾਈਜ਼ ਜਿਨ੍ਹਾਂ ਨੇ, ਫਸਟ ਪੋਜੀਸ਼ਨ ਜਿਨ੍ਹਾਂ ਨੇ ਹਾਸਲ ਕੀਤੀ ਹੈ, ਉਹਨੇ ਮੈਡਮ ਮਨਜਿੰਦਰ ਕੌਰ, ਪੰਜਾਬੀ ਮਿਸਟਰੈਸ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਸਤੀ ਜੋਧੇਵਾਲ। ਸੋ ਇਹਨਾਂ ਚਾਰੋਂ ਸਕੂਲੀ ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਾਂ, ਜਿਨ੍ਹਾਂ ਨੇ ਇਸ ਕੰਪੀਟੀਸ਼ਨ ਦੇ ਵਿੱਚ ਬੜੀ ਲਗਨ ਦੇ ਨਾਲ ਪਾਰਟਿਸਿਪੇਟ ਕੀਤਾ ਤੇ ਇਹ ਪੋਜੀਸ਼ਨਸ ਹਾਸਲ ਕੀਤੀਆਂ ਨੇ। ਹੁਣ ਜੋ ਸਭ ਤੋਂ ਇੰਪੋਰਟੈਂਟ ਰਿਜ਼ਲਟ ਨੇ ਬੱਚਿਆਂ ਦੇ, ਕਿਉਂਕਿ ਸਾਨੂੰ ਜਦੋਂ ਵੀ ਅਸੀਂ ਗੁਰੂ ਸਾਹਿਬਾਨ ਦੇ ਦਿਨ ਮਨਾ ਰਹੇ ਹਾਂ ਤਾਂ ਸਾਡਾ ਮੇਨ ਪਰਪਸ ਹੈ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਉਹਨਾਂ ਦੀਆਂ ਸਿੱਖਿਆਵਾਂ ਨਾਲ ਜੋੜਨਾ।
ਜਦੋਂ 150 ਦੇ ਕਰੀਬ ਪਾਰਟਿਸਪੈਂਟ ਇਸ ਮੁਕਾਬਲੇ 'ਚ ਹਿੱਸਾ ਲੈ ਰਹੇ ਨੇ ਤਾਂ ਉਹਨਾਂ ਨੇ ਇਸ ਸਫ਼ਰ ਦੇ ਦੌਰਾਨ ਬਹੁਤ ਕੁਝ ਪੜ੍ਹਿਆ ਹੋਏਗਾ, ਬਹੁਤ ਕੁਝ ਸਿੱਖਿਆ ਹੋਏਗਾ, ਫਿਰ ਆਪਣੀ ਵੀਡੀਓ ਰਿਕਾਰਡ ਕੀਤੀ ਹੋਏਗੀ। ਸੋ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਦੇ ਹੇਠ ਡਾਕਟਰ ਨਿਰਮਲ ਜੌੜਾ ਜੀ ਦੀ ਅਗਵਾਈ ਦੇ ਵਿੱਚ ਤੇ ਪ੍ਰੋਫੈਸਰ ਸੰਜੇ ਕੌਸ਼ਿਕ ਜੀ ਉਹਨਾਂ ਦੀ ਸਹਿਯੋਗ ਦੇ ਨਾਲ ਜੋ ਅਸੀਂ ਇਹ ਮੁਕਾਬਲੇ ਕਰਵਾਏ ਤਾਂ ਅਸੀਂ ਸ਼ਾਇਦ ਬਹੁਤ ਘਰਾਂ ਤੱਕ ਗੁਰੂ ਸਾਹਿਬ ਦੀ ਸਿੱਖਿਆਵਾਂ ਨੂੰ ਲੈ ਕੇ ਜਾਣ ਦੇ ਵਿੱਚ ਅਸੀਂ ਸਫਲ ਹੋਏ ਹਾਂ। ਸੋ ਮੈਂ ਰਿਜ਼ਲਟ ਅਨਾਉਂਸ ਕਰਨ ਲੱਗਿਆ ਸਾਡੀ ਅਗਲੀ ਕੈਟਾਗਰੀ ਦੇ ਵਿੱਚ ਜਿਹੜੀ ਕਾਲਜ ਦੇ ਵਿਦਿਆਰਥੀਆਂ ਦੀ ਹੈ, ਜਿਹਦੇ ਵਿੱਚ +2 ਤੋਂ ਬਾਅਦ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਇਸ ਦੋਨੋਂ ਕੈਟਾਗਰੀ ਵਿੱਚ ਬੱਚਿਆਂ ਦੀਆਂ ਵਿੱਚ ਬਹੁਤ ਟਫ ਕੰਪੀਟੀਸ਼ਨ ਸੀ, ਇਸ ਕਰਕੇ ਜੱਜ ਸਾਹਿਬਾਨ ਨੇ ਇਹਨਾਂ ਦੋਨਾਂ ਦੇ ਵਿੱਚ 4-4 ਪੋਜੀਸ਼ਨ ਦਿੱਤੀਆਂ ਨੇ। ਚੌਥੀ ਪੋਜੀਸ਼ਨ ਕਾਲਜ ਵਰਗ ਦੇ ਵਿੱਚ ਜਾਂਦੀ ਹੈ ਬੇਟਾ ਮਨਜੋਤ ਕੌਰ, B.Ed ਭਾਗ ਪਹਿਲਾ ਦੀ ਵਿਦਿਆਰਥਣ ਹੈ। MGN ਕਾਲਜ ਆਫ ਐਜੂਕੇਸ਼ਨ ਜਲੰਧਰ ਦੀ ਵਿਦਿਆਰਥਣ ਮਨਜੋਤ ਕੌਰ, ਜਿਨੇ ਇਸ ਮੁਕਾਬਲੇ ਦੇ ਵਿੱਚ ਚੌਥਾ ਸਥਾਨ ਹਾਸਲ ਕੀਤਾ ਕਾਲਜ ਵਰਗ ਦੇ ਵਿੱਚੋਂ। ਤੀਜਾ ਸਥਾਨ ਹਾਸਲ ਕੀਤਾ ਬੱਚੀ ਹੈ ਰੀਤਿਕਾ ਪਰਮਾਰ, ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ। ਲਾਇਲਪੁਰ ਖਾਲਸਾ ਕਾਲਜ ਜਲੰਧਰ ਦਾ ਵਿਦਿਆਰਥੀ ਰੀਤਿਕਾ ਪਰਮਾਰ ਨੇ ਇਸ ਮੁਕਾਬਲੇ 'ਚ ਤੀਜਾ ਸਥਾਨ ਹਾਸਲ ਕੀਤਾ। ਦੂਸਰਾ ਸਥਾਨ ਕਾਲਜ ਵਿਦਿਆਰਥੀਆਂ ਦੇ ਵਰਗ ਦੇ ਵਿੱਚ ਹਾਸਲ ਕੀਤਾ ਹੈ GHG ਕਾਲਜ ਆਫ ਐਜੂਕੇਸ਼ਨ ਫਾਰ ਵੂਮਨ ਸਿੱਧਵਾਂ ਖੁਰਦ। ਬੱਚੇ ਦਾ ਨਾਮ ਹੈ ਸੰਜਨਾ, B.Ed ਭਾਗ ਪਹਿਲਾ ਦੀ ਵਿਦਿਆਰਥਣ ਹੈ ਸੰਜਨਾ, ਜਿਨੇ ਇਸ ਮੁਕਾਬਲੇ 'ਚ ਦੂਸਰਾ ਸਥਾਨ ਪ੍ਰਾਪਤ ਕੀਤਾ। ਤੇ ਇਸ ਕੈਟਾਗਰੀ ਦੇ ਵਿੱਚ ਜਿਹੜਾ ਪਹਿਲਾ ਪ੍ਰਾਈਜ਼ ਹਾਸਲ ਕੀਤਾ ਹੈ ਉਹਦੇ ਵਾਸਤੇ ਸਾਡੇ ਕੋਲ ਸ਼ਬਦ ਨਹੀਂ ਹੈਗੇ। ਜੱਜ ਸਾਹਿਬਾਨ ਨੇ ਸਪੈਸ਼ਲੀ ਮੈਂਸ਼ਨ ਕੀਤਾ ਕਿ ਇਸੇ ਬੱਚੇ ਦੀ ਅਸੀਂ ਵੀਡੀਓ ਤੁਹਾਨੂੰ ਐਂਡ ਤੇ ਸਿਰਫ 2-3 ਮਿੰਟ ਲਈ ਦਿਖਾਵਾਂਗੇ। ਉਹਦਾ ਨਾਮ ਹੈ ਮਨਵੀਰ ਕੌਰ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਦੇ ਵਿੱਚ ਪੜ੍ਹਦੀ ਵਿਦਿਆਰਥਣ ਹੈ, BA ਭਾਗ ਪਹਿਲਾ ਦੀ ਵਿਦਿਆਰਥਣ। ਬਿਹਤਰੀਨ ਭਾਸ਼ਣ ਪੇਸ਼ ਕੀਤਾ। ਸੋ ਇਹ ਪੁੰਗਰ ਦੀਆਂ ਕਲਮਾਂ ਨੇ ਜੋ ਸਾਡੇ ਸਾਹਮਣੇ ਪੇਸ਼ਕਾਰੀ ਕੀਤੀ ਹੈ। ਅਸੀਂ ਦੁਆ ਕਰਦੇ ਹਾਂ ਵਾਹਿਗੁਰੂ ਸਾਹਮਣੇ ਕਿ ਇਹਨਾਂ ਦੀ ਇਸੇ ਲਗਨ ਨੂੰ ਅੱਗੇ ਰੱਖਦੇ ਹੋਏ ਇਹ ਕੱਲ੍ਹ ਦੇ ਜਿਹੜੇ ਸਟਾਰ ਦੇਖਾਂਗੇ ਜਾਂ ਕੱਲ੍ਹ ਦੇ ਜਿਹੜੇ ਜਿਨ੍ਹਾਂ ਨੂੰ ਅਸੀਂ ਰੋਲ ਮਾਡਲ ਦੇਖਾਂਗੇ, ਇਹਨਾਂ 'ਚ ਰੋਲ ਮਾਡਲ ਬਣਦੇ ਦੇਖੀਏ। ਸੋ ਮਨਵੀਰ ਕੌਰ ਨੂੰ ਬਹੁਤ ਬਹੁਤ ਵਧਾਈਆਂ ਕਾਲਜ ਵਰਗ ਦੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਦੇ ਲਈ। ਇਸ ਤੋਂ ਬਾਅਦ ਜੋ ਸਾਡਾ ਆਖਰੀ ਵਰਗ ਹੈ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ, ਪੂਰੇ ਪੰਜਾਬ ਤੇ ਈਵਨ ਪੰਜਾਬ ਤੋਂ ਬਾਹਰ ਦੇ ਵਿਦਿਆਰਥੀਆਂ ਨੇ ਵੀ, ਹਰਿਆਣਾ ਜਾਂ ਦੂਸਰੀ ਸਟੇਟ ਦੇ ਵਿਦਿਆਰਥੀਆਂ ਨੇ ਵੀ ਪਾਰਟਿਸਿਪੇਟ ਕੀਤਾ। ਬਹੁਤ ਵਧੀਆ ਪਾਰਟਿਸਿਪੇਸ਼ਨ ਹੋਈ ਹੈ। ਇਹਦੇ ਵਿੱਚੋਂ ਸਕੂਲੀ ਬੱਚਿਆਂ ਦੇ ਵਰਗ ਦੇ ਵਿੱਚੋਂ ਜੋ 6ਵੀਂ ਤੋਂ 12ਵੀਂ ਤੱਕ ਕੰਪੀਟੀਸ਼ਨ ਸੀ, ਚੌਥਾ ਸਥਾਨ ਹਾਸਲ ਕੀਤਾ 6ਵੀਂ ਕਲਾਸ ਦੀ ਵਿਦਿਆਰਥਣ ਤਮੰਨਾ ਅਰੋੜਾ ਨੇ। ਸਰਕਾਰੀ ਹਾਈ ਸਕੂਲ ਸੇਖਾ ਕਲਾਂ ਦੀ ਵਿਦਿਆਰਥਣ ਹੈ ਤਮੰਨਾ ਅਰੋੜਾ, ਜਿਨੇ ਇਹ ਚੌਥੀ ਪੋਜੀਸ਼ਨ ਹਾਸਲ ਕੀਤੀ ਹੈ 6ਵੀਂ ਕਲਾਸ ਦੀ ਵਿਦਿਆਰਥਣ ਨੇ। ਸੋ ਇਸੇ ਕੈਟਾਗਰੀ ਦੇ ਵਿੱਚ ਤੀਜਾ ਸਥਾਨ ਹਾਸਲ ਕੀਤਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਾਹਨੇਵਾਲ ਲੁਧਿਆਣਾ ਦੀ ਵਿਦਿਆਰਥਣ ਕਸ਼ਿਸ਼ਪ੍ਰੀਤ ਕੌਰ ਨੇ। 7ਵੀਂ ਕਲਾਸ ਦੀ ਵਿਦਿਆਰਥਣ ਹੈ ਜਿਨੇ ਸਕੂਲੀ ਬੱਚਿਆਂ ਦੇ ਮੁਕਾਬਲੇ ਦੇ ਵਰਗ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ। ਇਸੇ ਵਰਗ ਦੇ ਵਿੱਚ ਦੂਸਰਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਦਾ ਨਾਮ ਹੈ 12ਵੀਂ ਕਲਾਸ ਦੀ ਵਿਦਿਆਰਥਣ ਹੈ ਗੁਰਵੀਰ ਕੌਰ ਮਾਂਗਟ, ਜੋ ਕਿ RS ਮਾਡਲ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਦੇ ਵਿੱਚ ਪੜ੍ਹਦਾ ਬੱਚਾ। ਸੋ ਇਹਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਕੈਟਾਗਰੀ ਦੇ ਵਿੱਚ ਬੱਚਿਆਂ ਦੀ ਕੈਟਾਗਰੀ ਦੇ ਵਿੱਚ ਪਹਿਲੇ ਸਥਾਨ ਤੇ ਰਹੀ ਹੈ ਬੇਟਾ 11ਵੀਂ ਕਲਾਸ ਦੀ ਵਿਦਿਆਰਥਣ ਰਾਜਪ੍ਰੀਤ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਸਤੀ ਜੋਧੇਵਾਲ ਲੁਧਿਆਣਾ ਦੀ ਵਿਦਿਆਰਥਣ। ਸੋ ਇਹ ਸੀ ਅੱਜ ਦੇ ਰਿਜ਼ਲਟ। ਜਿਸ ਤਰ੍ਹਾਂ ਅਸੀਂ ਪਹਿਲਾਂ ਕਿਹਾ ਸੀ ਕਿ ਇਹ ਰਿਜ਼ਲਟ ਕਿਉਂਕਿ ਜਦੋਂ ਸਾਰਿਆਂ ਦੀ ਅਸੀਂ ਇਵੈਲੂਏਸ਼ਨ ਕਰਦੇ ਹਾਂ ਕੋਈ 4-4 ਨਾਮ ਕੱਢਣੇ ਜੱਜਸ ਵਾਸਤੇ ਬਹੁਤ ਜ਼ਰੂਰੀ ਹੋ ਜਾਂਦੇ ਨੇ, ਲੇਕਿਨ ਹਰ ਇੱਕ ਬੱਚੇ ਨੇ ਜਿਹਨੇ ਪਾਰਟਿਸਿਪੇਟ ਕੀਤਾ ਉਹਦੀ ਪੇਸ਼ਕਾਰੀ ਬਾਕਮਾਲ ਸੀ। ਇਸੇ ਲਗਨ ਨੂੰ ਅੱਗੇ ਜਾਰੀ ਰੱਖੋ ਤੇ ਇਸੇ ਤਰੀਕੇ ਨਾਲ ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਸੀ, ਡਾਕਟਰ ਨਿਰਮਲ ਜੌੜਾ ਜੀ ਨੇ ਆਪ ਇਹ ਕਿਸੇ ਇੰਟਰਵਿਊ 'ਚ ਦੱਸਿਆ ਹੋਇਆ ਕਿ ਉਹ ਬਹੁਤ ਖੁਸ਼ੀ ਮਹਿਸੂਸ ਕਰਦੇ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਕੇ ਜਦੋਂ 3-4 ਕਲਾਸ 'ਚ ਪੜ੍ਹਦੇ ਹੁੰਦੇ ਸੀ। ਹੌਲੀ ਹੌਲੀ ਉਹ ਅਨਾਉਂਸਮੈਂਟ ਕਰਨ ਦਾ ਸ਼ੌਂਕ ਉਹਨਾਂ ਨੂੰ ਕਵਿਤਾਵਾਂ ਵੱਲ ਨੂੰ ਲੈ ਗਿਆ, ਹੌਲੀ ਹੌਲੀ ਨਾਟਕ ਲੇਖਕਾਰੀ ਵੱਲ ਨੂੰ ਲੈ ਗਿਆ ਤੇ ਉਹ
ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਨ ਵਾਲਾ ਬੱਚਾ ਅੱਜ ਡਾਇਰੈਕਟਰ ਯੂਥ ਵੈਲਫੇਅਰ ਡਿਪਾਰਟਮੈਂਟ ਦੀ ਭੂਮਿਕਾ ਨਿਭਾ ਰਿਹਾ। ਸੋ ਸਾਇੰਸ ਦਾ ਵਿਦਿਆਰਥੀ ਹੋਣ ਦੇ ਨਾਤੇ ਵੀ ਇੰਨੀ ਲਿਟਰੇਚਰ ਨਾਲ ਲਗਨ ਰਹੀ। ਇਹ ਸਾਰੇ ਵਿਦਿਆਰਥੀਆਂ ਨੂੰ ਅਸੀਂ ਇਹ ਆਪਣੇ ਵੱਲੋਂ ਬੇਨਤੀ ਵੀ ਕਰਦੇ ਹਾਂ ਕਿ ਆਪਣੀ ਲਗਨ ਲਿਟਰੇਚਰ ਦੇ ਨਾਲ, ਸਾਹਿਤ ਨਾਲ ਬਣਾ ਕੇ ਰੱਖੋ, ਕਿਉਂਕਿ ਲਿਟਰੇਚਰ ਤੇ ਸਾਹਿਤ ਤੁਹਾਨੂੰ ਇੱਕ ਅੱਛਾ ਇਨਸਾਨ ਵੀ ਬਣਾਉਂਦਾ। ਜਦੋਂ ਤੁਸੀਂ ਪੜ੍ਹਦੇ ਹੋ ਲਿਟਰੇਚਰ ਨੂੰ, ਤੁਹਾਡੇ 'ਚ ਆਪਣੇ ਆਪ ਕੁਝ ਚੇਂਜਸ ਆਉਂਦੀਆਂ ਨੇ। ਸੋ ਇਹਦੇ ਨਾਲ ਹੀ ਜਿਹੜੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਇੱਕ ਵੀਡੀਓ ਡੈਮੋ ਤੁਹਾਨੂੰ ਦਿਖਾਉਂਦੇ ਹਾਂ ਅਸੀਂ, ਜੋ ਕਿ ਮਨਵੀਰ ਕੌਰ ਦੀ ਆ। ਇਸ ਤੋਂ ਬਾਅਦ ਵੋਟ ਆਫ ਥੈਂਕਸ ਤੇ ਅਸੀਂ ਸਮਾਪਤੀ ਵੱਲ ਨੂੰ ਵਧਾਂਗੇ। ਜੋ ਕਾਇਮ ਨੇ ਇੱਕ ਹਿੰਦ ਦੀ ਚਾਦਰ ਦਾ ਸਦਕਾ, ਅੱਜ ਧਰਮ ਦੇ ਝੰਡੇ ਝੂਲ ਰਹੇ ਇੱਕ ਤੇਗ ਬਹਾਦਰ ਦਾ ਸਦਕਾ, ਗੁਰੂ ਤੇਗ ਬਹਾਦਰ ਦਾ ਸਦਕਾ। ਸਤਿਕਾਰਯੋਗ ਜੱਜ ਸਾਹਿਬਾਨ, ਅਧਿਆਪਕ ਸਾਹਿਬਾਨ ਅਤੇ ਮੇਰੇ ਵਿਦਿਆਰਥੀ ਸਾਥੀਓ, ਫਤਿਹ ਬੁਲਾਓ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਭਾਸ਼ਣ ਮੁਕਾਬਲੇ ਵਿੱਚ ਮੈਂ ਮਨਵੀਰ ਕੌਰ, BA ਭਾਗ ਪਹਿਲੇ ਦੀ ਵਿਦਿਆਰਥਣ, ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਨ ਦਾ ਯਤਨ ਕਰਾਂਗੀ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਕ ਮਹਾਨ ਯੋਧੇ, ਤੇਗ ਦੇ ਧਨੀ, ਪਰਉਪਕਾਰੀ, ਦੀਨ ਦੁਖੀਆਂ ਦੇ ਬਾਲੀ ਤੇ ਧਰਮ ਦੇ ਰੱਖਿਅਕ ਸਨ। ਆਪ 11 ਸਾਲ ਗੁਰੂ ਜੋਤ ਦੇ ਰੂਪ ਵਿੱਚ ਚਾਨਣ ਅਤੇ ਗਿਆਨ ਵੰਡਦੇ ਰਹੇ। ਗੁਰੂ ਸਾਹਿਬ ਬਚਪਨ ਤੋਂ ਹੀ ਪਰਉਪਕਾਰੀ ਬਿਰਤੀ ਦੇ ਧਾਰਨੀ ਹੋਣ ਦੇ ਨਾਲ ਨਾਲ ਅਥਾਹ ਪ੍ਰੇਮ ਦੇ ਮੁਜਸਮੇ ਅਤੇ ਸ਼ਾਂਤੀ ਦੇ ਪੁੰਜ ਸਨ। ਆਪ ਜੀ ਦੀ ਸੰਪੂਰਨ ਬਾਣੀ ਵੈਰਾਗ ਰਸ ਨਾਲ ਭਰਪੂਰ ਤੇ ਇਸ ਕਦਰ ਪ੍ਰੇਮਮਈ ਹੈ ਕਿ ਇਸ ਦੇ ਕਿਣਕੇ ਮਾਤਰ ਨਾਲ ਵੀ ਕਠੋਰ ਹਿਰਦੇ ਪਿਘਲ ਕੇ ਮੋਮ ਹੋ ਜਾਂਦੇ ਹਨ। ਆਪ ਜੀ ਦੀ ਸੰਪੂਰਨ ਬਾਣੀ ਕਿਸੇ ਖੁਸ਼ਕ ਫਲਸਫੇ ਜਾਂ ਬੁੱਧੀ ਨਾਲ ਘੜੇ ਕੋਰੇ ਸ਼ਬਦ ਨਹੀਂ, ਸਗੋਂ ਅਮਲੀ ਤੇ ਆਦਰਸ਼ਕ ਜੀਵਨ ਸੋਮੇ ਵਿੱਚੋਂ ਫੁੱਟਿਆ ਅੰਮ੍ਰਿਤ ਹੈ। ਇਸੇ ਲਈ ਜਦ ਸੰਨ 1675 ਈਸਵੀ ਵਿੱਚ ਕਸ਼ਮੀਰੀ ਪੰਡਿਤ ਗੁਰੂ ਸਾਹਿਬ ਕੋਲ ਫਰਿਆਦ ਲੈ ਕੇ ਆਏ ਤਾਂ ਆਪ ਨੇ ਆਪਣੇ ਪਾਵਨ ਬਚਨਾਂ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ ਨੂੰ ਸਿੱਧ ਕਰਦਿਆਂ ਕਸ਼ਮੀਰੀ ਪੰਡਿਤਾਂ ਨੂੰ ਭੈ ਤੋਂ ਮੁਕਤ ਕਰਨ ਦਾ ਪ੍ਰਣ ਲਿਆ ਅਤੇ ਆਪਣੀ ਸ਼ਹਾਦਤ ਦੇਣ ਲਈ ਦਿੱਲੀ ਵੱਲ ਚੱਲ ਪਏ। ਦਿੱਲੀ ਪਹੁੰਚਦਿਆਂ ਹੀ ਗੁਰੂ ਸਾਹਿਬ ਤੇ ਉਹਨਾਂ ਦੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਕਈ ਅਣਮਨੁੱਖੀ ਤਸੀਹੇ ਦਿੱਤੇ ਗਏ। ਮਤੀ ਦਾਸ ਜੀ ਬਾਣੀ ਪੜ੍ਹਦੇ ਆਰੇ ਦੇ ਨਾਲ ਹੋ ਗਏ ਦੋ, ਸਿਦਕ ਜਲੇ ਨਾ ਸਤੀ ਦਾਸ ਦਾ, ਬਾਣੀ ਦੀ ਪਾਈ ਸੰਜੋ, ਭਾਈ ਦਇਆਲੇ ਦਾ ਸਿਰੜ ਵੇਖ ਕੇ ਉਬਲਦਾ ਪਾਣੀ ਵੀ ਪਿਆਰੋ। ਗੁਰੂ ਸਾਹਿਬ ਜਿੱਥੇ ਸ਼ਾਂਤੀ, ਪ੍ਰੇਮ ਤੇ ਕੋਮਲਤਾ ਦੀ ਮੂਰਤ ਸਨ, ਉੱਥੇ ਹੀ ਸਿਦਕ ਦੇ ਪੱਕੇ ਤੇ ਸਿਰੜੀ ਵੀ ਸਨ। ਜਦ ਇੰਨੇ ਤਸੀਹੇ ਦੇਣ ਤੋਂ ਬਾਅਦ ਵੀ ਗੁਰੂ ਸਾਹਿਬ ਦਾ ਸਿਦਕ ਡੋਲਦਾ ਨਾ ਦਿਸਿਆ ਤਾਂ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ। ਸ਼ਾਇਰ ਲਿਖਦਾ ਹੈ ਕਿ ਜਦ ਜੱਲਾਦ ਨੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਲਈ ਤਲਵਾਰ ਕੱਢੀ ਤਾਂ ਗੁਰੂ ਸਾਹਿਬ ਮੁਸਕਰਾ ਕੇ ਆਖਣ ਲੱਗੇ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨਹੀਂ ਪਰਖ ਲੈ 100 ਤੇਗਾਂ, ਮੈਨੂੰ ਸ਼ੌਂਕ ਹੈ ਤੇਗ ਬਹਾਦਰੀ ਦਾ, ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾਂ, ਮੈਂ ਤਾਂ ਜੰਮਦਿਆਂ ਤੇਗਾਂ ਦੀ ਛਾਂ ਮਾਣੀ, ਵੇਖ ਬਾਪੂ ਦੇ ਪਹਿਲੀਆਂ 2 ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖਦਾ ਤੇਰਾ ਪਿਓ ਤੇਗਾਂ। ਹੁਣ ਵੀ ਵੇਖ ਲਈ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਉਹ ਤੇਗਾਂ, ਉਹਦੀ ਤੇਗ ਚੋਂ ਇਹੋ ਜਿਹੀ ਧਾਰ ਨਿਕਲੂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ, ਲੱਖਾਂ ਲਊਗੀ ਤੇਰੀਆਂ ਖੋ ਤੇਗਾਂ। 11 ਨਵੰਬਰ ਸੰਨ 1675 ਈਸਵੀ ਵਿੱਚ ਦਿੱਲੀ ਚਾਂਦਨੀ ਚੌਂਕ ਵਿੱਚ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸੰਸਾਰ ਦੇ ਇਤਿਹਾਸ ਵਿੱਚ ਇਹ ਪਹਿਲੀ ਉਦਾਹਰਣ ਸੀ ਜਦ ਕਿਸੇ ਮਹਾਨ ਪੁਰਸ਼ ਨੇ ਕਿਸੇ ਦੂਜੇ ਧਰਮ ਦੀ ਰਾਖੀ ਲਈ ਆਪਣੀ ਕੁਰਬਾਨੀ ਦਿੱਤੀ ਹੋਵੇ। ਗੁਰੂ ਸਾਹਿਬ ਦੀ ਇਹ ਮਹਾਨ ਸ਼ਹਾਦਤ ਰਹਿੰਦੀ ਦੁਨੀਆ ਤੱਕ ਮਨੁੱਖਤਾ ਨੂੰ ਏਕਤਾ ਦਾ ਪਾਠ ਪੜ੍ਹਾਉਂਦੀ ਰਹੇਗੀ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਦੀ ਮਹਾਨ ਸ਼ਹਾਦਤ ਨੂੰ ਸਿਜਦਾ ਕਰਦਿਆਂ ਆਖਿਆ ਸੀ, ਠੀਕਰ ਫੋਰ ਦਲੀਸ ਸਿਰ ਪ੍ਰਭ ਪੁਰਖੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਖਿਨ ਹੁਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਖਿਨ ਹੁਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀ ਉਹ ਵਿਦਿਆਰਥੀ ਜਿਨੇ ਕਾਲਜ ਵਰਗ ਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਤੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਸ ਸਾਰੇ ਮੁਕਾਬਲੇ ਨੂੰ ਉਹਨੇ ਪਾਰਟਿਸਿਪੇਟ ਕਰਕੇ ਸਾਨੂੰ ਵੀ ਇਸ ਕੰਮ ਦੇ ਵਿੱਚ ਬਹੁਤ ਸਕਸੈਸਫੁਲ ਬਣਾਇਆ ਤੇ ਅਸੀਂ ਆਸ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਬੱਚਾ ਇਸ ਟੈਲੈਂਟ ਨੂੰ ਬਹੁਤ ਅੱਗੇ ਲੈ ਕੇ ਜਾਵੇ ਤੇ ਬਾਕੀ ਸਾਰੇ ਵਿਦਿਆਰਥੀ ਇਸ ਬੱਚੀ ਤੋਂ ਸਿੱਖਦੇ ਹੋਏ ਇਹਨੂੰ ਮਾਡਲ ਮੰਨਦੇ ਹੋਏ ਤਾਂ ਅਸੀਂ ਇਹਨੂੰ ਹੋਰ ਅੱਗੇ ਇਸੇ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰੀਏ। ਬਿਲਕੁਲ ਉਹਦੀ ਡੁਪਲੀਕੇਸੀ ਜਾਂ ਅਸੀਂ ਉਹਦੀ ਬਿਲਕੁਲ ਨਕਲ ਨਹੀਂ ਕਰ ਸਕਦੇ, ਲੇਕਿਨ ਸਿੱਖ ਕੇ ਕੁਝ ਚੀਜ਼ਾਂ ਨੂੰ ਆਪਣੇ ਵਿਅਕਤੀਤਵ ਦੇ ਵਿੱਚ ਜ਼ਰੂਰ ਸ਼ਾਮਲ ਕਰ ਸਕਦੇ ਹਾਂ, ਆਪਣੀਆਂ ਲਿਮਿਟੇਸ਼ਨਸ ਤੇ ਆਪਣੀਆਂ ਕੈਪੇਬਿਲਿਟੀਜ਼ ਦੇ ਅਕੋਰਡਿੰਗਲੀ। ਸੋ ਇਹ ਸੀ ਸਾਰੀ ਜੱਜਮੈਂਟ ਦਾ ਪ੍ਰੋਸੀਜਰ ਤੇ ਨਾਓ ਆਈ ਰਿਕੁਐਸਟ ਮੈਡਮ ਰੁਪਿੰਦਰਜੀਤ ਕੌਰ ਜੀ for the vote of thanks. Madam Rupinder Kaur ji, please. ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡੈਕਲੇਰੇਸ਼ਨ ਕੰਪੀਟੀਸ਼ਨ ਦੇ ਰਿਜ਼ਲਟ ਡੈਕਲੇਰੇਸ਼ਨ ਫੰਕਸ਼ਨ ਦੇ ਵਿੱਚ ਸ਼ਾਮਲ ਜੁੜੀਆਂ ਬਹੁਤ ਹੀ ਸਤਿਕਾਰਯੋਗ ਤੇ ਮਹਾਨ ਸ਼ਖਸੀਅਤਾਂ ਦੇ ਰੂਪ ਦੇ ਵਿੱਚ ਜੁੜੀ ਸਾਧ ਸੰਗਤ ਜੀ, ਗੁਰੂਆਂ ਦੀ ਬਖਸ਼ੀ ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ, ਜਿਨ੍ਹਾਂ ਦੀ ਰਹਿਮਤ ਸਦਕਾ ਸਾਨੂੰ ਇਹ ਫੰਕਸ਼ਨ ਜਾਂ ਇਹ ਵੈਬਿਨਾਰ ਆਰਗੇਨਾਈਜ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸ਼ੁਕਰੀਆ ਅਦਾ ਕਰਦੀ ਹਾਂ ਸਾਡੀ ਗਵਰਨਿੰਗ ਕਾਉਂਸਲ ਦੇ ਪ੍ਰੈਜ਼ੀਡੈਂਟ ਸਰਦਾਰ ਮਨਜੀਤ ਸਿੰਘ ਜੀ ਗਿੱਲ ਅਤੇ ਸੈਕਟਰੀ ਡਾਕਟਰ SS ਥਿੰਦ ਜੀ ਦਾ, ਜਿਹੜੇ ਕਿ ਸਾਨੂੰ ਹਮੇਸ਼ਾ ਹੀ ਅਜਿਹੇ ਪ੍ਰੋਗਰਾਮ ਵੈਬਿਨਾਰ ਕਰਾਉਣ ਲਈ ਹੱਲਾਸ਼ੇਰੀ ਜਿਹੜੀ ਉਹ ਦਿੰਦੇ ਰਹਿੰਦੇ ਨੇ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜੀ ਅਸੀਂ ਸਾਡੇ ਅੱਜ ਦੇ ਬੁਲਾਰੇ ਵਿਦਵਾਨ ਜੋ ਸਾਡੇ ਨਾਲ ਜੁੜੇ ਸਨ, ਡਾਕਟਰ ਨਿਰਮਲ ਜੌੜਾ ਜੀ, ਜੋ ਕਿ ਸਾਡੇ ਇੱਕ GHG ਫੈਮਿਲੀ ਦੇ ਮੈਂਬਰ ਵੀ ਨੇ ਔਰ ਹਮੇਸ਼ਾ ਹੀ ਸਾਨੂੰ ਚਾਹੇ ਉਹ ਸੱਭਿਆਚਾਰਕ ਗਤੀਵਿਧੀਆਂ ਹੋਣ, ਚਾਹੇ ਬੱਚਿਆਂ ਦੇ ਭਵਿੱਖ ਦੀ ਆਪਾਂ ਸਵਾਰਨ ਦੀ ਗੱਲ ਕਰ ਲਈਏ, ਚਾਹੇ ਕਾਲਜਾਂ ਦੀ ਬਿਹਤਰੀ ਲਈ ਕਦਮ ਚੁੱਕੇ ਜਾਣ, ਕਿਸੇ ਵੀ ਪੱਖ ਦੀ ਗੱਲ ਕਰ ਲਈਏ ਤਾਂ ਸਾਨੂੰ ਹਮੇਸ਼ਾ ਸਹੀ ਦਿਸ਼ਾ ਨਿਰਦੇਸ਼ ਨੇ ਜਿਹੜੀ ਉਹ ਦਿੰਦੇ ਰਹਿੰਦੇ ਨੇ। ਸੋ ਪ੍ਰੋਫੈਸਰ ਸੰਜੇ ਕੌਸ਼ਿਕ ਜੀ, ਸਰਦਾਰ ਲਖਵੀਰ ਸਿੰਘ ਜੀ ਰਾਜਪੂਤ ਅਤੇ ਪ੍ਰੋਫੈਸਰ ਅਵਤਾਰ ਸਿੰਘ ਜੀ। ਸੋ ਇਹਨਾਂ ਵਿਦਵਾਨਾਂ ਨੇ, ਬੁਲਾਰਿਆਂ ਨੇ ਆਪਣੇ ਬਿਜ਼ੀ ਜਿਹੜਾ ਸਕੈਜੂਲ ਸੀ ਉਹਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਬੇਸ਼ਕੀਮਤੀ ਜਿਹੜਾ ਗਿਆਨ ਹੈ, ਗਿਆਨ ਦਾ ਭੰਡਾਰ ਹੈ, ਉਹ ਸਾਨੂੰ ਵੰਡਿਆ ਹੈ। ਚਾਹੇ ਉਹ ਕੰਪੀਟੀਸ਼ਨ ਨਾਲ ਸੰਬੰਧਿਤ ਸੀ, ਚਾਹੇ ਇਸ ਭਾਸ਼ਣ ਪ੍ਰਤੀਯੋਗਤਾ ਨਾਲ ਸੰਬੰਧਿਤ ਸੀਗਾ, ਤੇ ਚਾਹੇ ਆਪਾਂ ਕਹਿ ਲਈਏ ਗੁਰੂ ਸਾਹਿਬਾਨ ਦੇ ਨਾਲ ਸੰਬੰਧਿਤ ਸੀ। ਬਹੁਤ ਹੀ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਉਹਨਾਂ ਨੇ ਦਿੱਤੀ ਹੈ। So, sir, really thanks for your enlightening speech. Please accept our thanks. So, special thanks, Dr. Padat Singh Acharwadi Principal, ਜੋ ਸਮੇਂ-ਸਮੇਂ ਤੇ ਸਾਨੂੰ ਹਮੇਸ਼ਾ ਮੋਟੀਵੇਟ ਕਰਦੇ ਨੇ ਅਜਿਹੇ ਪ੍ਰੋਗਰਾਮ ਜਾਂ ਅਜਿਹੇ ਫੰਕਸ਼ਨ ਆਰਗੇਨਾਈਜ਼ ਕਰਨ ਦੇ ਲਈ। ਸੋ ਇਹਨਾਂ ਦੀ ਸੁਚੱਜੀ ਅਗਵਾਈ ਦੇ ਅਧੀਨ ਅਸੀਂ ਪ੍ਰੋਗਰਾਮ ਜਿਹੜਾ ਆਰਗੇਨਾਈਜ਼ ਕੀਤਾ। ਸੰਪੂਰਨ ਸਹਿਯੋਗ ਔਰ ਸਮੇਂ-ਸਮੇਂ ਤੇ ਜੋ ਦਿਸ਼ਾ ਨਿਰਦੇਸ਼ ਸੀ ਸਾਨੂੰ ਡਾਕਟਰ ਪਰਗਟ ਸਿੰਘ ਆਚਾ ਜੀ ਦਿੰਦੇ ਰਹੇ ਨੇ। ਔਰ ਸਰ ਵੀ ਹਮੇਸ਼ਾ ਬੱਚਿਆਂ ਦੇ ਭਵਿੱਖ ਨੂੰ ਅਸੀਂ ਕਿਵੇਂ ਰੋਸ਼ਨ ਕਰ ਸਕਦੇ ਹਾਂ, ਇਹਦੇ ਲਈ ਹਮੇਸ਼ਾ ਤਤਪਰ ਰਹਿੰਦੇ ਨੇ ਕਿ ਉਹਦੇ ਟਾਈਮ ਟੂ ਟਾਈਮ ਅਸੀਂ ਕੀ ਗਤੀਵਿਧੀਆਂ ਕਰ ਸਕਦੇ ਹਾਂ, ਕੀ ਐਕਟੀਵਿਟੀਜ਼ ਕਰ ਸਕਦੇ ਹਾਂ, ਸਾਨੂੰ ਹਮੇਸ਼ਾ ਦੱਸਦੇ ਰਹਿੰਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਇਸ ਵੈਬਿਨਾਰ ਦੇ ਵਿੱਚ ਜੁੜੇ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਅਧਿਆਪਕ ਸਹਿਬਾਨ, ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਤੇ ਸਕੂਲਾਂ ਦੇ ਵਿਦਿਆਰਥੀ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ
ਔਰ ਬਹੁਤ ਮਿਹਨਤ ਦੇ ਨਾਲ ਵੀਡੀਓਜ਼ ਬਣਾ ਕੇ ਸੈਂਡ ਕੀਤੀਆਂ ਨੇ। ਆਪਣੇ ਸਮੇਂ ਨੂੰ ਸਾਰਥਕਤਾ ਦੇ ਨਾਲ ਵਰਤਿਆ ਤੇ ਇੱਕ ਪਹਿਲ ਕਦਮੀ ਕੀਤੀ ਵੀ ਅਸੀਂ ਆਪਣੇ ਭਵਿੱਖ ਦੇ ਲਈ ਕੀ ਕੁਝ ਕਰ ਸਕਦੇ ਹਾਂ। ਸਾਡੀ ਸ਼ਖਸੀਅਤ ਆ ਜਿਹੜੀ ਕਿਵੇਂ ਸੰਵਰ ਸਕਦੀ ਆ, ਅਸੀਂ ਆਪਣੀ ਜਿਹੜੀ ਸ਼ਖਸੀਅਤ ਆ ਉਹਨੂੰ ਸਫਲਤਾ ਦੀਆਂ ਪੌੜੀਆਂ ਤੇ ਕਿਵੇਂ ਲਿਜਾ ਸਕਦੇ ਹਾਂ। ਸੋ ਬੱਚਿਆਂ ਨੇ ਵੀ, ਅਧਿਆਪਕਾਂ ਨੇ ਵੀ ਸੋ ਉਸ ਆਪਣੇ ਕੀਮਤੀ ਸਮੇਂ ਨੂੰ ਸਾਰਥਕਤਾ ਦੇ ਨਾਲ ਵਰਤਦੇ ਹੋਏ ਉਹ ਵੀਡੀਓਜ਼ ਬਣਾ ਕੇ ਸਾਡੇ ਤੱਕ ਪਹੁੰਚਦੀਆਂ ਕੀਤੀਆਂ। ਔਰ ਖਾਸ ਸ਼ੁਕਰੀਆ, ਸਪੈਸ਼ਲ ਸ਼ੁਕਰੀਆ ਜਿਹੜਾ ਸਭ ਤੋਂ ਵੱਧ ਔਖਾ ਕੰਮ ਹੁੰਦਾ ਜੱਜ ਸਾਹਿਬਾਨ ਦਾ। ਸੋ ਜਿਵੇਂ ਪ੍ਰਗਟ ਸਿੰਘ ਜੱਜ ਸਰ ਨੇ ਬਹੁਤ ਹੀ ਮਤਲਬ ਬਰੀਕੀ ਦੇ ਵਿੱਚ ਸਾਰੀਆਂ ਗੱਲਾਂ ਦੱਸੀਆਂ। ਉਹਨਾਂ ਨੇ ਜੱਜ ਸਾਹਿਬਾਨ ਬਾਰੇ ਵੀ ਦੱਸਿਆ ਵੀ ਤਿੰਨ ਯੂਨੀਵਰਸਿਟੀਆਂ ਤੋਂ ਸਾਡੇ ਨਾਲ ਅਲੱਗ-ਅਲੱਗ ਜਿਹੜੇ ਆਪਣੇ ਪੰਜਾਬ ਯੂਨੀਵਰਸਿਟੀ ਸੀ, ਪਟਿਆਲਾ ਯੂਨੀਵਰਸਿਟੀ, ਸੋ ਵੱਖ-ਵੱਖ ਯੂਨੀਵਰਸਿਟੀ ਸਾਡੇ ਨਾਲ ਜੱਜ ਸਾਹਿਬਾਨ ਸੀ ਜਿਹੜੇ ਉਹ ਜੁੜੇ ਹੋਏ ਸੀਗੇ। ਸੋ ਉਹਦੇ ਨਾਲ ਉਹਨਾਂ ਨੇ ਬਰੀਕੀ ਦੇ ਵਿੱਚ ਇਸ ਭਾਸ਼ਣ ਪ੍ਰਤੀਯੋਗਤਾ ਦੇ ਕਿਹੜੇ ਪੱਖ ਨੇ, ਕੀ ਗੱਲਾਂ ਸਾਨੂੰ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ, ਉਹਨਾਂ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ ਆ। ਔਰ ਮੈਂ ਖਾਸ ਧੰਨਵਾਦ ਦੀ ਗੱਲ ਕਰ ਰਹੀ ਸੀ, ਜੱਜ ਸਾਹਿਬਾਨ ਦਾ ਸਭ ਤੋਂ ਔਖਾ ਕੰਮ ਹੁੰਦਾ ਪਾਰਖੂ ਨਜ਼ਰ ਦੇ ਨਾਲ ਪਹਿਚਾਣ ਕਰਨੀ। ਕਹਿੰਦੇ ਵੀ ਇੱਕ ਜੌਹਰੀ ਹੈ ਜਿਹੜਾ ਉਹੀ ਹੀਰੇ ਦੀ ਪਹਿਚਾਣ ਕਰ ਸਕਦਾ ਵਾ। ਸੋ ਇਸ ਕਰਕੇ ਸਭ ਤੋਂ ਔਖਾ ਕੰਮ ਜਿਹੜਾ ਇਹ ਹੁੰਦਾ ਆ। ਸੋ ਰਿਜ਼ਲਟ ਨੂੰ ਮਿਹਨਤ ਨਾਲ ਤਿਆਰ ਕਰਨਾ। ਪ੍ਰਗਟ ਸਿੰਘ ਸਰ ਨੇ ਆਪਾਂ ਨੂੰ ਦੱਸਿਆ ਵੀ ਇਹਨਾਂ ਨੇ ਕਿੰਨੀ ਮਿਹਨਤ ਦੇ ਨਾਲ ਦਿਨ ਰਾਤ ਇੱਕ ਕਰਕੇ ਜਿਹੜਾ ਰਿਜ਼ਲਟ ਆ ਉਹ ਤਿਆਰ ਕੀਤਾ ਹੈਗਾ ਵਾ। ਸੋ ਖਾਸ ਧੰਨਵਾਦ ਤੇ ਜਿਹੜੇ ਜਿਨ੍ਹਾਂ ਨੇ ਇਸ ਪ੍ਰਤੀਯੋਗਤਾ ਦੇ ਵਿੱਚ, ਭਾਸ਼ਣ ਪ੍ਰਤੀਯੋਗਤਾ ਦੇ ਵਿੱਚ ਭਾਗ ਲਿਆ, ਉਹਨਾਂ ਸਾਰਿਆਂ ਦਾ ਧੰਨਵਾਦ ਵੀ ਤੇ ਮੁਬਾਰਕਬਾਦ ਵੀ ਉਹਨਾਂ ਨੂੰ। ਕਿਸੇ ਨੇ ਵੀ ਦਿਲ ਤੇ ਗੱਲ ਨਹੀਂ ਲਾਉਣੀ ਹੈਗੀ ਵੀ ਮੇਰਾ ਕੋਈ ਪ੍ਰਾਈਜ਼ ਨਹੀਂ ਆਇਆ। ਮੈਦਾਨ ਵਿੱਚ ਨਿਤਰਨਾ ਹੀ ਸਭ ਤੋਂ ਵੱਡੀ ਗੱਲ ਹੁੰਦੀ ਆ। ਸੋ ਤੁਸੀਂ ਸਾਰਿਆਂ ਨੇ ਪਾਰਟਿਸਿਪੇਟ ਕੀਤਾ, ਸਾਰੇ ਹੀ ਮੁਬਾਰਕਬਾਦ ਦੇ ਹੱਕਦਾਰ ਨੇ, ਜੇਤੂ ਵੀ ਤੇ ਜਿਨ੍ਹਾਂ ਤੱਕ ਪ੍ਰਾਈਜ਼ ਨਹੀਂ ਆਇਆ ਉਹ ਵੀ ਮੁਬਾਰਕਬਾਦ ਦੇ ਹੱਕਦਾਰ ਨੇ। ਔਰ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਵੈਬੀਨਾਰ ਦੇ ਵਿੱਚ ਸ਼ਾਮਲ ਹੋ ਕੇ ਸਾਡੇ ਇਸ ਵੈਬੀਨਾਰ ਦੀ ਸ਼ੋਭਾ ਵਧਾਈ ਆ, ਸਾਨੂੰ ਗਿਆਨ ਪ੍ਰਦਾਨ ਕੀਤਾ ਵਾ, ਸਾਡਾ ਸਹਿਯੋਗ ਦਿੱਤਾ, ਸਾਡੇ ਨਾਲ ਮੋਢਾ ਲਾ ਕੇ ਖੜੇ ਨੇ। ਸੋ ਬੋਲਦਿਆਂ ਤੋਂ ਕੋਈ ਗਲਤੀ ਹੋ ਗਈ ਹੋਵੇ, ਖਿਮਾ ਦੀ ਇਜਾਜ਼ਤ। ਹਾਂ, ਦਿਓ ਆਗਿਆ। ਵਾਹਿਗੁਰੂ ਜੀ।